ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਜੌਬਸ ਅਕੈਡਮੀ ਦੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਕੁਝ ਸਮਾਂ ਪਹਿਲਾਂ ਮੈਂ ਇੰਡੀਅਨ ਪੋਲਿਟੀ ਦੇ ਕੁਝ ਟੌਪਿਕ ਡਿਸਕਸ ਕੀਤੇ ਸੀ ਜਿਹੜੇ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਜ਼ਰੂਰੀ ਨੇ। ਉਹ ਸਾਰੇ ਟੌਪਿਕ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਜਗ੍ਹਾ 'ਤੇ ਕੰਬਾਈਨ ਕਰਕੇ ਲੈ ਕੇ ਆਏ ਹਾਂ, ਕਿਉਂਕਿ ਪੰਜਾਬ ਪੁਲਿਸ ਅਤੇ PSSS ਦੇ ਜਿੰਨੇ ਵੀ ਐਗਜ਼ਾਮਸ ਹੋਏ ਨੇ ਉਹਨਾਂ ਦੇ ਵਿੱਚ ਜਿਹੜੇ ਵੀ ਇੰਡੀਅਨ ਪੋਲਿਟੀ ਦੇ ਕੁਐਸਚਨਸ ਪੁੱਛੇ ਗਏ ਨੇ ਉਹਨਾਂ 'ਚੋਂ ਮੈਕਸੀਮਮ ਇਹਨਾਂ ਟੌਪਿਕਸ ਦੇ ਵਿੱਚੋਂ ਹੀ ਪੁੱਛੇ ਗਏ ਨੇ, ਅਤੇ ਆਉਣ ਵਾਲੇ ਵੀ ਜਿਹੜੇ ਪੇਪਰ ਨੇ ਉਹਨਾਂ ਦੇ ਵਿੱਚ ਵੀ ਸੰਭਾਵਨਾ ਹੈ ਕਿ ਜਿਹੜੇ ਮੈਕਸੀਮਮ ਕੁਐਸਚਨਸ ਨੇ ਉਹ ਇਹ ਟੌਪਿਕਸ ਦੇ ਵਿੱਚੋਂ ਹੀ ਪੁੱਛੇ ਜਾਣਗੇ। ਇਸ ਲਈ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਰਹਿਣ ਵਾਲੀ ਹੈ। ਇਹਦੇ ਵਿੱਚ ਮੈਂ ਭਾਰਤੀ ਸੰਵਿਧਾਨ ਦੇ ਬੇਸਿਕ ਫੈਕਟਸ, ਭਾਰਤੀ ਸੰਵਿਧਾਨ ਦੇ 22 ਭਾਗ, 12 ਅਨੁਸੂਚੀਆਂ ਇੱਕ ਟ੍ਰਿਕ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕਰੀ ਸੀ। ਭਾਰਤੀ ਸੰਵਿਧਾਨ ਦਾ ਪਹਿਲਾ ਭਾਗ ਯਾਨੀ ਯੂਨੀਅਨ ਐਂਡ ਇਟਸ ਟੈਰੀਟਰੀਜ਼ ਅਤੇ ਦੂਜਾ ਭਾਗ ਯਾਨੀ ਸਿਟੀਜ਼ਨਸ਼ਿਪ ਮਤਲਬ ਨਾਗਰਿਕਤਾ ਉਹ ਸਮਝਾਉਣ ਦੀ ਕੋਸ਼ਿਸ਼ ਕਰੀ ਸੀ। ਧਰ ਕਮੇਟੀ, JVP ਕਮੇਟੀ, ਪੁਨਰਗਠਨ ਆਯੋਗ ਕੀ ਸੀ ਇਹਨਾਂ ਦੀਆਂ ਰਿਪੋਰਟਸ, ਕਦੋਂ ਇਹ ਕਮੇਟੀਆਂ ਬਣਾਈਆਂ ਗਈਆਂ, ਠੀਕ ਹੈ, ਅਲੱਗ-ਅਲੱਗ ਰਾਜ ਕਦੋਂ ਕਿਸ ਤੋਂ ਵੱਖ ਹੋ ਕੇ ਬਣੇ, ਅਤੇ ਉਸ ਤੋਂ ਬਿਨਾਂ ਕਦੋਂ ਕਿਸ ਰਾਜ ਕੋਲੋਂ ਭਾਰਤ ਨੇ ਕਿਹੜਾ ਹਿੱਸਾ ਆਪਦੇ ਕਬਜ਼ੇ 'ਚ ਲਿਆ, ਮਤਲਬ ਗੋਆ, ਦਮਨ ਦਿਊ, ਦਾਦਰਾ ਨਗਰ ਹਵੇਲੀ, ਪੁਡੂਚੇਰੀ ਮਤਲਬ ਜਿਹਨੂੰ ਪੌਂਡੀਚੇਰੀ ਕਹਿੰਦੇ ਸੀ ਪਹਿਲਾਂ, ਸਿੱਕਿਮ ਪਹਿਲਾਂ ਕਿਹਦੇ ਕੋਲ ਸੀ, ਬਾਅਦ 'ਚ ਭਾਰਤ ਨੇ ਕਿਵੇਂ ਆਪਣੇ ਕਬਜ਼ੇ 'ਚ ਲਏ, ਭਾਰਤ 'ਚ ਨਾਗਰਿਕਤਾ ਦਾ ਕੀ ਸਿਸਟਮ ਹੈ, NRC, NPR, ਕੌਣ ਹੁੰਦੇ ਨੇ NRI, ਪਰਸਨ ਆਫ ਇੰਡੀਅਨ ਔਰੀਜਨ, ਅਤੇ ਓਵਰਸੀਜ਼ ਇੰਡੀਅਨਸ ਕੌਣ ਹੁੰਦੇ ਨੇ, ਇਹ ਸਾਰਾ ਕੁਝ ਇਹਦੇ ਵਿੱਚ ਕਵਰ ਕੀਤਾ ਹੋਇਆ। ਫੈਡਰੇਸ਼ਨ, ਯੂਨੀਅਨ, ਕਨਫੈਡਰੇਸ਼ਨ ਐਵੇਂ ਦੇ ਟੌਪਿਕ 'ਚ ਕਵਰ ਕੀਤੇ ਹੋਏ ਨੇ। ਅਸਾਮ ਅਕੋਰਡ ਕੀ ਸੀ, ਮਤਲਬ ਬਹੁਤ ਜ਼ਿਆਦਾ ਕੁਛ ਇਸ ਵੀਡੀਓ ਦੇ ਵਿੱਚ ਮੈਂ ਕਵਰ ਕੀਤਾ ਹੋਇਆ, ਠੀਕ ਹੈ। ਤਾਂ ਇਸ ਲਈ ਹੋ ਸਕਿਆ ਤਾਂ ਇਹਦੇ ਨੋਟਸ ਬਣਾ ਲਿਓ, ਨਹੀਂ ਤਾਂ ਇਸ ਵੀਡੀਓ ਨੂੰ ਇੱਕ ਵਾਰ ਰਿਵਾਈਜ਼ ਕਰ ਲਿਓ, ਠੀਕ ਹੈ ਜੀ। ਆਪਾਂ ਇੱਕ ਇੱਕ ਕਰਕੇ ਸਾਰੇ ਟੌਪਿਕ ਡਿਸਕਸ ਕਰਦੇ ਹਾਂ। ਹੁਣ ਸਭ ਤੋਂ ਪਹਿਲਾ ਕੁਐਸਚਨ ਇਹੀ ਬਣਦਾ ਹੈ ਕਿ ਸੰਵਿਧਾਨ ਅਸਲ ਦੇ ਵਿੱਚ ਹੁੰਦਾ ਕੀ ਹੈ। ਸੰਵਿਧਾਨ ਉਹਨਾਂ ਬੁਨਿਆਦੀ ਨਿਯਮਾਂ ਜਾਂ ਅਸੂਲਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨਾਲ ਕਿਸੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ, ਠੀਕ ਹੈ ਜੀ। ਅਤੇ ਲਿਖਿਤ ਅਤੇ ਅਲਿਖਿਤ ਸੰਵਿਧਾਨ ਬਾਰੇ ਤੁਸੀਂ ਸੁਣਿਆ ਹੋਣਾ। ਜਦੋਂ ਇਹਨਾਂ ਨਿਯਮਾਂ ਨੂੰ ਕਿਸੇ ਇੱਕ ਜਗ੍ਹਾ 'ਤੇ ਲਿਖ ਕੇ ਕਾਨੂੰਨੀ ਦਸਤਾਵੇਜ਼ ਵਜੋਂ ਉਹਨੂੰ ਲਿਖ ਕੇ ਤਿਆਰ ਕਰ ਲਿਆ ਤਾਂ ਉਹਨੂੰ ਲਿਖਿਤ ਸੰਵਿਧਾਨ ਕਹਿੰਦੇ ਨੇ। ਜਦੋਂ ਟਰੈਡੀਸ਼ਨਲੀ ਚੱਲਦਾ ਰਹਿੰਦਾ, ਪਿੱਛੇ ਜਿਹੜੀਆਂ ਪਰੰਪਰਾਵਾਂ ਚੱਲ ਰਹੀਆਂ ਨੇ ਉਹਦੇ ਹਿਸਾਬ ਨਾਲ ਹੀ ਕਿਸੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਤਾਂ ਉਹਨੂੰ ਅਲਿਖਿਤ ਸੰਵਿਧਾਨ ਕਿਹਾ ਜਾਂਦਾ, ਠੀਕ ਹੈ ਜੀ। ਚੱਲਦੇ ਹਾਂ ਅੱਗੇ। ਭਾਰਤੀ ਸੰਵਿਧਾਨ ਦੇ ਕੁਝ ਬੇਸਿਕ ਫੈਕਟਸ ਨੇ, ਹਿਸਟਰੀਕਲ ਬੈਕਗਰਾਊਂਡ ਇੱਕ ਤਰ੍ਹਾਂ ਦਾ, ਇਹ ਤੁਸੀਂ ਯਾਦ ਰੱਖਣੇ ਨੇ, ਲਿਖ ਕੇ ਰੱਖ ਲਿਓ ਇਹਨਾਂ ਨੂੰ ਕਿਸੇ ਜਗ੍ਹਾ 'ਤੇ। ਸਭ ਤੋਂ ਪਹਿਲਾਂ 1922 ਦੇ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਾਡਾ ਇੱਕ ਸੰਵਿਧਾਨ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ 1946 ਦੇ ਵਿੱਚ ਇਹਦੇ ਵਿੱਚ ਕ੍ਰਿਪਸ ਮਿਸ਼ਨ ਵੀ ਨੋਟ ਕਰ ਲਿਓ। 1942 ਦੇ ਵਿੱਚ ਕ੍ਰਿਪਸ ਮਿਸ਼ਨ ਆਇਆ ਸੀ। ਕ੍ਰਿਪਸ ਮਿਸ਼ਨ ਆਇਆ ਸੀ। ਇਹਨਾਂ ਨੇ ਕਿਹਾ ਸੀ ਕਿ ਸੰਵਿਧਾਨ ਵਰਲਡ ਵਾਰ ਸੈਕਿੰਡ ਆ ਜਿਹੜੀ ਉਹ ਖਤਮ ਹੋਣ ਤੋਂ ਬਾਅਦ ਹੀ ਸੰਵਿਧਾਨ ਬਣਾ ਕੇ ਮਤਲਬ ਭਾਰਤ ਨੂੰ ਦਿੱਤਾ ਜਾਵੇਗਾ, ਪਰ ਉਸ ਟਾਈਮ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਸੀ ਉਹਨਾਂ ਨੇ ਇਹ ਉਹਦੀ ਗੱਲ ਮੰਨਣ ਤੋਂ ਮਨਾ ਕਰਤਾ ਸੀ, ਅਤੇ ਇਸ ਕਰਕੇ ਜਿਹੜਾ ਕ੍ਰਿਪਸ ਮਿਸ਼ਨ ਸੀ ਇਹ ਵਾਪਸ ਚਲਾ ਗਿਆ ਸੀ। ਫਿਰ ਉਸ ਤੋਂ ਬਾਅਦ 1946 ਦੇ ਵਿੱਚ ਕੈਬਨਿਟ ਮਿਸ਼ਨ ਨੂੰ ਭੇਜਿਆ ਗਿਆ ਸੀ ਭਾਰਤ ਦੇ ਸੰਵਿਧਾਨ ਬਾਰੇ ਪ੍ਰੋਵੀਜ਼ਨ ਕਰਨ ਦੇ ਲਈ, ਠੀਕ ਹੈ ਜੀ। ਇਲੈਕਸ਼ਨ ਜਿਹੜਾ ਹੋਇਆ ਸੀ ਅਸੈਂਬਲੀ ਦਾ, ਇਲੈਕਸ਼ਨ ਹੋਣ ਤੋਂ ਬਾਅਦ 1946 ਦੇ ਵਿੱਚ 9 ਦਸੰਬਰ ਨੂੰ ਇਹਦੀ ਪਹਿਲੀ ਮੀਟਿੰਗ ਹੋਈ ਸੀ, ਅਤੇ ਡਾਕਟਰ ਸਚਿਦਾਨੰਦ ਸਿਨਹਾ ਨੂੰ ਇਹਨਾਂ ਦਾ ਟੈਂਪਰੇਰੀ ਜਿਹੜਾ ਬਣਾਇਆ ਗਿਆ ਸੀ ਪ੍ਰੈਜ਼ੀਡੈਂਟ, ਠੀਕ ਹੈ ਜੀ। ਪਰਮਾਨੈਂਟ ਪ੍ਰੈਜ਼ੀਡੈਂਟ ਨਹੀਂ ਬਣਾਇਆ ਗਿਆ ਸੀ। 9 ਦਸੰਬਰ ਨੂੰ ਪਹਿਲੀ ਮੀਟਿੰਗ ਹੋਈ ਅਤੇ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਡਾਕਟਰ ਸਚਿਦਾਨੰਦ ਸਿਨਹਾ ਨੂੰ, ਅਤੇ ਉਸ ਤੋਂ ਬਾਅਦ 11 ਦਸੰਬਰ ਨੂੰ ਹੋਈ ਸੀ ਦੂਜੀ ਮੀਟਿੰਗ, ਉਹਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਪਰਮਾਨੈਂਟ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ, ਠੀਕ ਹੈ। 13 ਵੱਡੀਆਂ ਕਮੇਟੀਆਂ ਸੀ ਜਿਹੜੀਆਂ ਜਿਹੜੀਆਂ ਕੌਂਸਟੀਟਿਊਸ਼ਨਲ ਅਸੈਂਬਲੀ ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਅਪੋਇੰਟ ਕਰੀਆਂ ਗਈਆਂ ਸੀ ਅਲੱਗ-ਅਲੱਗ ਕੰਮ ਕਰਨ ਵਾਸਤੇ। ਇਹਨਾਂ ਦੇ ਵਿੱਚੋਂ ਸਾਰਿਆਂ ਤੋਂ ਜਿਹੜੀ ਮੇਨ ਸੀ ਉਹ ਡਰਾਫਟਿੰਗ ਕਮੇਟੀ ਸੀ, ਉਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ, ਠੀਕ ਹੈ ਜੀ, ਜਿਹਨੂੰ ਸੰਵਿਧਾਨ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਅਤੇ ਸੰਵਿਧਾਨ ਦਾ ਜਿਹੜਾ ਰਫ ਡਰਾਫਟ ਤਿਆਰ ਕਰਿਆ ਸੀ ਇਹ BN ਰਾਓ ਨੇ ਕਰਿਆ ਸੀ। BN ਰਾਓ ਮਤਲਬ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀ ਇਹ ਸੰਵਿਧਾਨ ਸਭਾ ਦੇ। ਇਹਨਾਂ ਨੇ ਅਸਲ ਦੇ ਵਿੱਚ ਜਿਹੜਾ ਇਹ ਰਫ ਡਰਾਫਟ ਜਿਹੜਾ ਤਿਆਰ ਕਰਿਆ ਸੀ ਇਹ ਸੰਵਿਧਾਨ ਸਭਾ ਦੇ ਲਈ ਤਿਆਰ ਕਰਿਆ ਸੀ। ਅਤੇ ਉਸ ਤੋਂ ਬਾਅਦ ਇਹੀ ਜਿਹੜਾ ਜਿਸ ਟਾਈਮ 29 ਅਗਸਤ 1947 ਨੂੰ ਜਦੋਂ ਡਰਾਫਟਿੰਗ ਕਮੇਟੀ ਬਣਾਈ ਗਈ ਡਾਕਟਰ BR ਅੰਬੇਦਕਰ ਦੀ ਅਧਿਕਸ਼ਤਾ ਦੇ ਵਿੱਚ, ਡਾਕਟਰ BR ਅੰਬੇਦਕਰ ਇਹਦੇ ਚੇਅਰਮੈਨ ਅਤੇ 7 ਹੋਰ ਮਤਲਬ ਟੋਟਲ 7 ਮੈਂਬਰ ਸੀ ਇਹਦੇ ਵਿੱਚ ਕਮੇਟੀ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਡਰਾਫਟ ਆ ਜਿਹੜਾ ਇਹ ਕਮੇਟੀ ਨੂੰ ਦੇ ਦਿੱਤਾ ਗਿਆ ਕਿ ਇਹਦੇ ਮੁਤਾਬਿਕ ਤੁਸੀਂ ਜਿਹੜਾ ਸੰਵਿਧਾਨ ਆ ਉਹ ਤਿਆਰ ਕਰੋ, ਠੀਕ ਹੈ ਜੀ। ਉਸ ਤੋਂ ਬਾਅਦ ਕਮੇਟੀ ਦੇ ਵਿੱਚ ਟੋਟਲ 7 ਮੈਂਬਰ ਸੀ। ਇਹ ਤੁਹਾਨੂੰ ਅੱਗੇ ਸਮਝਾ ਦਾਂਗੇ, ਕੋਈ ਗੱਲ ਨਹੀਂ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦਿਮਾਗ ਦੇ ਵਿੱਚ ਇਹਨਾਂ ਸਾਰਿਆਂ ਦਾ ਨਾਮ ਬੈਠ ਸਕੇ। ਅਤੇ ਟੋਟਲ ਮੈਂਬਰ ਤਾਂ ਹੈਗੇ ਸੀ 299, ਪਰ ਜਿਸ ਟਾਈਮ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਉਸ ਟਾਈਮ ਟੋਟਲ 284 ਮੈਂਬਰ ਸੀ ਪ੍ਰੈਜ਼ੈਂਟ ਸੀ। ਇਹ ਮਤਲਬ ਇਹਨਾਂ 284 ਮੈਂਬਰਾਂ ਨੇ ਹੀ
ਸੰਵਿਧਾਨ ਦੇ ਉੱਪਰ ਸਿਗਨੇਚਰ ਕੀਤੇ ਸੀ। 26 ਨਵੰਬਰ 1949 ਨੂੰ ਸਿਟੀਜ਼ਨਸ਼ਿਪ ਇਲੈਕਸ਼ਨ ਅਤੇ ਪ੍ਰੋਵੀਜ਼ਨਲ ਪਾਰਲੀਮੈਂਟ, ਮਤਲਬ ਇਹਦੇ ਵਿੱਚ ਟੋਟਲ 15 ਆਰਟੀਕਲ ਸੀ ਜਿਹੜੇ ਉਸ ਦਿਨ ਹੀ ਲਾਗੂ ਕਰ ਦਿੱਤੇ ਗਏ ਸੀ। ਬਾਕੀ ਸਾਰੇ ਜਿਹੜੇ ਲਾਗੂ ਕੀਤੇ ਗਏ ਸੀ ਉਹ 26 ਜਨਵਰੀ 1950 ਨੂੰ ਲਾਗੂ ਕੀਤੇ ਗਏ ਸੀ। ਠੀਕ ਹੈ ਜੀ। ਭਾਰਤ ਦੇ ਸੰਵਿਧਾਨ ਨੂੰ ਤਿਆਰ ਹੋਣ ਦੇ ਵਿੱਚ 2 ਸਾਲ 11 ਮਹੀਨੇ ਤੇ 18 ਦਿਨ ਦਾ ਟਾਈਮ ਲੱਗਾ ਸੀ। ਇਹ ਵੀ ਇੱਕ ਜਗ੍ਹਾ ਨੋਟ ਕਰਕੇ ਰੱਖ ਲਿਓ। ਅਤੇ ਉਸਦੇ ਉੱਪਰ ਗੂਗਲ ਦੀ ਗਲਤੀ ਹੈ, 6 ਕਰੋੜ ਨਹੀਂ, ਉਸ ਸਮੇਂ ਦਾ 64 ਲੱਖ ਰੁਪਏ ਖਰਚ ਆਇਆ ਸੀ ਇਹਦੇ ਵਿੱਚ। ਠੀਕ ਹੈ ਜੀ। ਜਿੰਨੀਆਂ ਸਾਡੀਆਂ ਸਟੈਂਡਰਡ ਬੁੱਕਸ ਨੇ ਉਹਨਾਂ ਦੇ ਵਿੱਚ ਤਾਂ 64 ਲੱਖ ਹੀ ਲਿਖਿਆ ਹੋਇਆ, ਗੂਗਲ ਨੇ ਪਤਾ ਨਹੀਂ ਕਿੱਥੋਂ 6 ਕਰੋੜ ਲਿਖਤਾ। ਅਤੇ ਇਹਦੇ ਵਿੱਚ ਟੋਟਲ ਉਸ ਟਾਈਮ ਸੰਵਿਧਾਨ ਸਭਾ ਦੇ ਮੈਂਬਰ ਸੀ 299। 299 ਦੇ ਵਿੱਚੋਂ ਸਾਈਨ ਕੀਤੇ ਸੀ ਜਿਨ੍ਹਾਂ ਨੇ ਉਹ ਸੀ 284, ਅਤੇ ਜਿਹੜੀ ਡਰਾਫਟਿੰਗ ਕਮੇਟੀ ਸੀ ਉਹਦੇ ਵਿੱਚ ਮੈਂਬਰ ਸੀ 7। ਇਹ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰਕੇ ਰੱਖ ਲਿਓ। ਠੀਕ ਹੈ। ਸੰਵਿਧਾਨ ਦੀ ਵਰਤੋਂ ਸਭ ਤੋਂ ਪਹਿਲਾਂ ਇੰਗਲੈਂਡ ਨੇ ਕੀਤੀ ਸੀ, ਅਤੇ ਭਾਰਤ ਦਾ ਸੰਵਿਧਾਨ ਇੰਗਲੈਂਡ ਦੇ ਸੰਵਿਧਾਨ ਨਾਲ ਮਿਲਦਾ ਜੁਲਦਾ, ਕਿਉਂਕਿ ਉਹ ਸਾਡੇ 'ਤੇ ਪ੍ਰਸ਼ਾਸਨ ਕਰਕੇ ਗਏ ਨੇ। ਜਿਸ ਟਾਈਮ ਉਹਨਾਂ ਨੇ 1935 ਦਾ ਐਕਟ ਬਣਾਇਆ ਸੀ, ਭਾਰਤ ਸੁਸ਼ਾਸਨ ਐਕਟ ਜਿਹੜਾ 1935 ਦਾ ਬਣਾਇਆ ਸੀ, ਅਤੇ ਉਹਦੇ ਹਿਸਾਬ ਨਾਲ ਹੀ ਬਹੁਤ ਜ਼ਿਆਦਾ ਪ੍ਰੋਵੀਜ਼ਨ ਤਾਂ ਸਾਡੇ ਉਸ ਐਕਟ ਦੇ ਵਿੱਚੋਂ ਹੀ ਲੈ ਗਏ ਨੇ। 1935 ਵਾਲਾ ਭਾਰਤ ਸ਼ਾਸਨ ਅਧਿਨੇਮ ਸੀ ਜਿਹੜਾ। ਅਤੇ ਭਾਰਤ ਦੇ ਸੰਵਿਧਾਨ ਤਿਆਰ ਕਰਕੇ ਅੰਤਿਮ ਰੂਪ 26 ਨਵੰਬਰ 1949 ਨੂੰ ਦੇ ਦਿੱਤਾ ਗਿਆ ਸੀ, ਅਤੇ 26 ਜਨਵਰੀ 1950 ਨੂੰ ਇਹਨੂੰ, ਮਤਲਬ 2 ਮਹੀਨੇ ਬਾਅਦ ਇਹਨੂੰ ਲਾਗੂ ਕਰ ਦਿੱਤਾ ਗਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਡਰਾਫਟਿੰਗ ਕਮੇਟੀ ਸੀ, ਡਰਾਫਟਿੰਗ ਕਮੇਟੀ ਇਹਦੇ 11 ਸੈਸ਼ਨ ਹੋਏ ਸੀ। ਡਰਾਫਟਿੰਗ ਕਮੇਟੀ ਦੇ ਸੰਵਿਧਾਨ ਦੇ ਨਾਲ ਸੰਬੰਧਿਤ 11 ਸੈਸ਼ਨ ਹੋਏ ਸੀ। ਸੰਵਿਧਾਨ ਸਭਾ ਦੇ ਵਿੱਚ 165 ਦਿਨਾਂ ਤੱਕ ਇਹ 'ਤੇ ਡਿਸਕਸ਼ਨ ਚੱਲੀ ਸੀ, ਅਤੇ ਮੈਂਬਰ ਤੁਹਾਨੂੰ ਮੈਂ ਪਹਿਲਾਂ ਵੀ 2 ਵਾਰ ਦੱਸ ਚੁੱਕਿਆ। ਸੰਵਿਧਾਨ ਸਭਾ ਦੇ ਵਿੱਚ ਕਿੰਨੇ ਮੈਂਬਰ ਸੀ ਉਸ ਟਾਈਮ? 299 ਸੀ, ਕਿਉਂਕਿ 389 ਮੈਂਬਰ ਦਾ ਇਲੈਕਸ਼ਨ ਟੋਟਲ ਹੋਣਾ ਸੀ। ਉਹਦੇ ਵਿੱਚੋਂ 296 ਦੇ ਲਈ ਇਲੈਕਸ਼ਨ ਹੋਣਾ ਸੀ, ਅਤੇ ਜਿਹੜੇ 93 ਸੀ ਇਹ ਪ੍ਰਿੰਸਲੀ ਸਟੇਟਸ ਵਾਸਤੇ ਰਿਜ਼ਰਵ ਕਰਕੇ ਰੱਖੇ ਗਏ ਸੀ, ਪਰ ਪ੍ਰਿੰਸਲੀ ਸਟੇਟਸ ਨੇ ਪਾਰਟੀਸਿਪੇਟ ਕਰਨ ਤੋਂ ਮਨਾ ਕਰਤਾ ਸੀ। ਇਸ ਲਈ ਜਿਹੜੀਆਂ ਇਹ ਸੀਟਾਂ ਸੀ, ਮੋਸਟ ਆਫ ਦਾ ਸੀਟਸ ਜਿਹੜੀਆਂ ਇਹ ਕੈਂਸਲ ਹੋ ਗਈਆਂ ਸੀ। ਠੀਕ ਹੈ ਜੀ। ਅਤੇ ਸੰਵਿਧਾਨ ਸਭਾ ਦੇ ਵਿੱਚ ਟੋਟਲ ਕਿੰਨੇ ਮੈਂਬਰ ਸੀ ਉਸ ਟਾਈਮ? 299 ਸੀ। ਜਿਨ੍ਹਾਂ ਨੇ ਸਾਈਨ ਕੀਤੇ ਸੀ ਉਹ ਕਿੰਨੇ ਸੀ? 284। ਠੀਕ ਹੈ। ਉਸ ਤੋਂ ਬਾਅਦ ਸੰਵਿਧਾਨ ਦੇ ਵਿੱਚ ਐਟ ਪ੍ਰੈਜ਼ੈਂਟ 395 ਆਰਟੀਕਲ ਨੇ, 22 ਭਾਗ ਅਤੇ 12 ਸ਼ਡਿਊਲ ਨੇ। ਪਰ ਜਿਸ ਟਾਈਮ ਸੰਵਿਧਾਨ ਲਾਗੂ ਹੋਇਆ ਉਸ ਟਾਈਮ ਇਹਦੇ ਵਿੱਚ ਆਰਟੀਕਲ ਤਾਂ 315 ਹੀ ਸੀ, ਭਾਗ ਵੀ 22 ਸੀ, ਪਰ ਜਿਹੜੇ ਸ਼ਡਿਊਲ ਸੀ ਇਹ 8 ਸੀ। ਬਾਅਦ 'ਚ 1951 ਦੇ ਵਿੱਚ 1 ਜੋੜਤਾ, ਫਿਰ 1986 ਦੇ ਵਿੱਚ, ਫਿਰ 93 ਦੇ ਵਿੱਚ 2 ਜੋੜਤੇ, 11ਵਾਂ 12ਵਾਂ, ਟੋਟਲ 12 ਜਿਹੜੇ ਸ਼ਡਿਊਲ ਨੇ ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਨੇ। ਆਰਟੀਕਲ ਮਤਲਬ ਜਿਹੜੇ ਪਾਰਟਸ ਨੇ, ਪਾਰਟਸ ਵੀ ਅਸਲ ਦੇ ਵਿੱਚ ਇਹ 22 ਨਹੀਂ, 22 ਨੰਬਰਸ ਦੇ ਵਿੱਚ ਤਾਂ ਇਹ 22 ਨੇ ਲਿਖੇ ਹੋਏ, ਤੁਹਾਨੂੰ 22 ਹੀ ਮਿਲਣਗੇ, ਪਰ ਅਸਲ ਦੇ ਵਿੱਚ ਜਿਵੇਂ 9A ਜੋੜਤਾ, 9B, 14A, 14B, ਫਿਰ 7ਵਾਂ ਭਾਗ ਹੈ ਜਿਹੜਾ ਉਹਨੂੰ ਖਾਰਜ ਕਰਤਾ ਸੀ। ਇਹਦੇ ਵਿੱਚ ਭਾਗ ਵੀ ਗਿਣਤੀ ਜੇ ਕਰਕੇ ਦੇਖੋਗੇ ਤਾਂ 25 ਭਾਗ ਮਿਲਣਗੇ ਤੁਹਾਨੂੰ ਟੋਟਲ। ਠੀਕ ਹੈ ਜੀ। ਪਰ ਨੰਬਰ ਕਿੰਨਾ? 22। ਉਸ ਤੋਂ ਬਾਅਦ 6 ਫੰਡਾਮੈਂਟਲ ਰਾਈਟਸ ਨੇ। 6 ਫੰਡਾਮੈਂਟਲ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 6 ਫੰਡਾਮੈਂਟਲ ਰਾਈਟਸ ਤਾਂ ਹੁਣ ਨੇ, ਪਰ ਜਿਸ ਟਾਈਮ ਸੰਵਿਧਾਨ ਲਾਗੂ ਹੋਇਆ ਸੀ ਉਸ ਟਾਈਮ 7 ਫੰਡਾਮੈਂਟਲ ਰਾਈਟਸ ਸੀ। 7 ਦੇ ਵਿੱਚੋਂ ਜਿਹੜਾ ਰਾਈਟ ਟੂ ਪ੍ਰੋਪਰਟੀ ਸੀ, ਰਾਈਟ ਟੂ ਪ੍ਰੋਪਰਟੀ, ਉਹਨੂੰ ਖਾਰਜ ਕਰ ਦਿੱਤਾ ਗਿਆ ਸੀ। ਉਹਦੇ ਵਿੱਚ 2 ਆਰਟੀਕਲ ਖਾਰਜ ਕੀਤੇ ਸੀ, ਇੱਕ ਤਾਂ 19F, ਆਰਟੀਕਲ 19F ਅਤੇ ਆਰਟੀਕਲ 31। ਠੀਕ ਹੈ ਜੀ। ਇਹ 2 ਆਰਟੀਕਲ ਖਾਰਜ ਕਰਕੇ ਭਾਰਤ ਦੇ ਜਿਹੜੇ 7 ਫੰਡਾਮੈਂਟਲ ਰਾਈਟ ਸੀ ਉਹਨਾਂ ਨੂੰ 7 ਤੋਂ ਘਟਾ ਕੇ 6 ਕਰਤਾ ਸੀ। ਇੱਕ ਪ੍ਰੀਐਂਬਲ ਵੀ ਆ, ਉਹ ਵੀ ਤੁਹਾਨੂੰ ਪਤਾ ਹੀ ਆ। ਪ੍ਰੀਐਂਬਲ ਭਾਰਤ ਦੇ ਸੰਵਿਧਾਨ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਲਾਗੂ ਕੀਤਾ ਗਿਆ ਸੀ। ਆ ਗਈ ਡਰਾਫਟਿੰਗ ਕਮੇਟੀ। ਠੀਕ ਹੈ ਜੀ। 29 ਅਗਸਤ 1947 ਨੂੰ ਅਪਾਇੰਟ ਕਰੀ ਗਈ ਸੀ। ਡਾਕਟਰ BR ਅੰਬੇਦਕਰ ਇਹਦੇ ਚੇਅਰਮੈਨ ਸੀ। ਟੋਟਲ 7 ਮੈਂਬਰ ਸੀ। ਕੋਸ਼ਿਸ਼ ਕਰਿਓ ਇਹਨਾਂ ਨੂੰ ਐਵੇਂ ਯਾਦ ਰੱਖ ਸਕਦੇ ਹੋ। 2 ਤਾਂ ਇਹਦੇ ਵਿੱਚ ਡਾਕਟਰ ਸੀ, ਡਾਕਟਰ BR ਅੰਬੇਦਕਰ ਹੋ ਗਿਆ, ਡਾਕਟਰ KM ਮੁਨਸ਼ੀ ਹੋ ਗਿਆ। ਠੀਕ ਹੈ ਜੀ। 2 ਇਹ ਸੀ, ਅਈਅਰ ਅਤੇ ਅਯੰਗਰ, ਗੋਪਾਲ ਸਵਾਮੀ ਅਯੰਗਰ ਅਤੇ ਕ੍ਰਿਸ਼ਨ ਸਵਾਮੀ ਅਈਅਰ। ਇੱਕ ਮੁਸਲਿਮ ਸੀ ਇਹਦੇ ਵਿੱਚ, ਸੈਯਦ ਮੁਹੰਮਦ ਸਦੁੱਲਾ, ਅਤੇ 2 ਮੈਂਬਰ ਐਵੇਂ ਦੇ ਸੀ ਜਿਨ੍ਹਾਂ ਨੂੰ ਚੇਂਜ ਕਰਨਾ ਪਿਆ ਸੀ। ਠੀਕ ਹੈ ਜੀ। ਜਿਵੇਂ ਇੱਕ ਤਾਂ BL ਮਿੱਤਰ ਸੀ। BL ਮਿੱਤਰ, ਇਹਨਾਂ ਦੀ ਕੁਛ ਹੈਲਥ ਖ਼ਰਾਬ ਹੋ ਗਈ ਸੀ, ਇਹਨਾਂ ਨੇ ਰਿਜ਼ਾਈਨ ਕਰਤਾ ਸੀ, ਇਹਦੀ ਜਗ੍ਹਾ 'ਤੇ N ਮਾਧਵ ਰਾਓ ਆ ਗਏ ਸੀ। ਅਤੇ ਉਸ ਤੋਂ ਬਾਅਦ DP ਖੈਤਾਨ ਸੀ, ਇਹਨਾਂ ਦੀ ਵੀ ਹੈਲਥ ਖ਼ਰਾਬ ਮਤਲਬ ਇਹਨਾਂ ਦੀ ਡੈਥ ਹੋ ਗਈ ਸੀ 1948 ਦੇ ਵਿੱਚ। ਇਹਨਾਂ ਦੀ ਜਗ੍ਹਾ 'ਤੇ T ਕ੍ਰਿਸ਼ਨਾਮਾਚਾਰੀ ਆ ਗਏ ਸੀ। ਠੀਕ ਹੈ ਜੀ। ਇੱਕ ਵਾਰੀ ਦੁਬਾਰਾ ਦਿਮਾਗ ਦੇ ਵਿੱਚ ਘੁਮਾ ਕੇ ਦੇਖੋ, 2 ਤਾਂ ਡਾਕਟਰ ਹੋ ਗਏ ਇਹਦੇ ਵਿੱਚ, ਡਾਕਟਰ BR ਅੰਬੇਦਕਰ ਅਤੇ ਡਾਕਟਰ KM ਮੁਨਸ਼ੀ। 2 ਹੋ ਗਏ ਅਈਅਰ ਅਤੇ ਅਯੰਗਰ। 4 ਇੱਕ ਹੋ ਗਿਆ ਮੁਸਲਿਮ, ਸੈਯਦ ਮੁਹੰਮਦ ਸਾਦੁੱਲਾ, ਅਤੇ 2 ਮੈਂਬਰ ਐਵੇਂ ਦੇ ਸੀ ਜਿਨ੍ਹਾਂ ਨੂੰ ਚੇਂਜ ਕੀਤਾ ਗਿਆ।
ਠੀਕ ਹੈ ਜੀ। ਐਨ ਮਾਧਵ ਰਾਓ ਆਏ ਸੀ BL ਮਿੱਤਰ ਦੀ ਜਗ੍ਹਾ 'ਤੇ, ਮਿੱਤਰ ਦੀ ਜਗ੍ਹਾ 'ਤੇ ਮਾਧਵ ਆਏ ਅਤੇ ਖੈਤਾਨ ਦੀ ਜਗ੍ਹਾ 'ਤੇ ਕ੍ਰਿਸ਼ਨਮਾਚਾਰੀ ਆਏ। ਠੀਕ ਹੈ ਜੀ, ਇਹਨਾਂ ਨੂੰ ਵੀ ਤੁਸੀਂ ਇੱਕ ਜਗ੍ਹਾ 'ਤੇ ਨੋਟ ਕਰਕੇ ਆਪਣਾ ਰੱਖ ਲਿਓ। ਚੱਲਦੇ ਹਾਂ ਅੱਗੇ। ਹੁਣ ਦੇਖੋ, ਭਾਰਤ ਦੇ ਸੰਵਿਧਾਨ ਨੂੰ ਬਣਾਉਣ ਤੋਂ ਪਹਿਲਾਂ ਜਿਹੜੀ ਕਮੇਟੀ ਸੀ ਉਹਨੇ ਲਗਭਗ 60 ਦੇਸ਼ਾਂ ਦੇ ਸੰਵਿਧਾਨ ਨੂੰ ਸਟੱਡੀ ਕੀਤਾ ਸੀ। ਠੀਕ ਹੈ ਜੀ, 60 ਦੇਸ਼ਾਂ ਦੇ ਸੰਵਿਧਾਨ ਨੂੰ ਸਟੱਡੀ ਕਰਕੇ ਲਗਭਗ 64 ਲੱਖ ਰੁਪਏ ਇਹ 'ਤੇ ਖਰਚਾ ਕਰਕੇ ਫਿਰ ਸੰਵਿਧਾਨ ਜਿਹੜਾ ਇਹ ਬਣਾਇਆ ਗਿਆ ਸੀ। ਹੁਣ 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹ ਕੇ ਉਹਦੇ ਵਿੱਚੋਂ ਲਿਆ ਕੀ ਗਿਆ। ਦੇਖੋ, ਪ੍ਰਸ਼ਾਸਨ ਸਾਡੇ 'ਤੇ ਅੰਗਰੇਜ਼ ਕਰ ਰਹੇ ਸੀ, ਮਤਲਬ ਬ੍ਰਿਟੇਨ ਕਰ ਰਿਹਾ ਸੀ, ਤਾਂ ਕਰਕੇ ਬ੍ਰਿਟਿਸ਼ ਤੋਂ ਤਾਂ ਸੰਸਦੀ ਪ੍ਰਣਾਲੀ ਵੀ ਬ੍ਰਿਟੇਨ ਤੋਂ ਲੈ ਲਈ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਕਾਨੂੰਨ ਪਾਸ ਕਰਨ ਦੀ ਮਤਲਬ ਕਾਨੂੰਨ ਅਤੇ ਪ੍ਰਸ਼ਾਸਨ ਨਾਲ ਰਿਲੇਟਡ ਜਿਹੜੇ ਪ੍ਰੋਵੀਜ਼ਨਸ ਨੇ ਉਹ ਕਿਤੋਂ ਲਏ ਨੇ, ਬ੍ਰਿਟੇਨ ਤੋਂ ਲਏ ਨੇ। ਉਸ ਤੋਂ ਬਾਅਦ ਮੋਸਟ ਪਾਵਰਫੁਲ ਕੰਟਰੀ ਆਪਾਂ ਨੂੰ ਸਾਰਿਆਂ ਨੂੰ ਪਤਾ US ਹੈ। ਜਿੰਨੀਆਂ ਵੀ ਪਾਵਰਫੁਲ ਜਿਹੜੇ ਪ੍ਰੋਵੀਜ਼ਨਸ ਨੇ ਉਹ ਸਾਰੇ US ਤੋਂ ਲਏ ਗਏ ਨੇ, ਜਿਵੇਂ ਫੰਡਾਮੈਂਟਲ ਰਾਈਟਸ ਹੋ ਗਏ। ਠੀਕ ਹੈ ਜੀ, ਮੌਲਿਕ ਅਧਿਕਾਰ ਹੋ ਗਏ। ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਬਣਤਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸੁਪਰੀਮ ਕੋਰਟ ਕੋਲ ਇਹ ਪਾਵਰ ਹੈ ਕਿ ਜੇ ਸੰਸਦ ਨੇ ਕੋਈ ਕਾਨੂੰਨ ਪਾਸ ਕੀਤਾ ਹੈ ਤਾਂ ਸੁਪਰੀਮ ਕੋਰਟ ਉਹਨੂੰ ਵੀ ਖਾਰਜ ਕਰ ਸਕਦਾ ਹੈ। ਇਹਨੂੰ ਕਹਿੰਦੇ ਨੇ ਜੁਡੀਸ਼ੀਅਲ ਰਿਵਿਊ, ਨਿਆਇਕ ਪੁਨਰ ਨਿਰੀਖਣ। ਇਹ ਦੋਨੋਂ ਵੀ US ਤੋਂ ਲਏ ਨੇ। ਉਸ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਜਿਹੜਾ ਪਦ ਹੈ ਉਹ ਵੀ ਅਸੀਂ US ਤੋਂ ਲਿਆ। ਅਤੇ ਜਿਹੜਾ ਸੰਘੀ ਢਾਂਚਾ ਹੈ, ਸੰਘੀ ਢਾਂਚਾ ਅਸੀਂ ਲਿਆ ਸੀ ਕੈਨੇਡਾ ਤੋਂ, ਕਿਉਂਕਿ US ਦੇ ਵਿੱਚ ਫੈਡਰਲ ਸਿਸਟਮ ਚੱਲਦਾ ਸੀ ਅਤੇ UK ਦੇ ਵਿੱਚ ਯੂਨਿਟਰੀ ਸਿਸਟਮ ਚੱਲਦਾ ਸੀ। ਪਰ ਜਿਹੜਾ ਸਾਡਾ ਸਿਸਟਮ ਹੈ ਇਹਦੇ ਵਿੱਚ ਹੈ ਤਾਂ ਯੂਨਿਟਰੀ ਸਿਸਟਮ ਆ, ਪਰ ਇਹਦੇ ਵਿੱਚ ਜਿਹੜੇ ਫੈਡਰੇਸ਼ਨ ਦੇ ਪ੍ਰੋਵੀਜ਼ਨਸ ਨੇ ਉਹ ਵੀ ਤੁਹਾਨੂੰ ਮਿਲਦੇ ਨੇ। ਠੀਕ ਹੈ ਜੀ, ਰਾਜ ਦੇ ਨੀਤੀ ਨਿਰਦੇਸ਼ਕ ਤੱਤ ਲਏ ਗਏ ਸੀ ਆਇਰਲੈਂਡ ਕੋਲੋਂ। ਉਸ ਤੋਂ ਬਾਅਦ ਸੰਕਟਕਾਲੀਨ ਜਿਹੜੀ ਪ੍ਰੋਵੀਜ਼ਨ ਲਏ ਗਏ ਸੀ ਇਹ ਲਏ ਗਏ ਸੀ ਜਰਮਨੀ ਤੋਂ। ਤੁਹਾਨੂੰ ਪਤਾ ਹੀ ਹੈ ਕਿ ਦੋਨੋਂ ਵਰਲਡ ਵਾਰ ਦੇ ਵਿੱਚ ਜਿਹੜੇ ਸਿਆਪੇ ਪਾਏ ਨੇ ਜਰਮਨੀ ਨੇ ਹੀ ਪਾਏ ਨੇ। ਠੀਕ ਹੈ, ਤਾਂ ਕਰਕੇ ਜਰਮਨੀ ਦੇ ਵਿੱਚ ਐਮਰਜੈਂਸੀ ਲੱਗੀ ਰਹੀ ਹੈ। ਤਾਂ ਇਸ ਦੇ ਲਈ ਜਿਹੜੇ ਸੰਕਟਕਾਲੀਨ ਪ੍ਰੋਵੀਜ਼ਨਸ ਨੇ, ਮਤਲਬ ਐਮਰਜੈਂਸੀ ਜਿਹੜੇ ਪ੍ਰੋਵੀਜ਼ਨਸ ਨੇ, ਇਹ ਕਿਤੋਂ ਲਏ ਗਏ ਨੇ, ਇਹ ਜਰਮਨੀ ਤੋਂ ਲਏ ਗਏ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਮੌਲਿਕ ਕਰਤੱਵ, ਫੰਡਾਮੈਂਟਲ ਡਿਊਟੀਜ਼। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਪਹਿਲਾਂ ਫੰਡਾਮੈਂਟਲ ਡਿਊਟੀਜ਼ ਨੂੰ ਮੈਂਸ਼ਨ ਨਹੀਂ ਕੀਤਾ ਗਿਆ ਸੀ, ਇਹਨਾਂ ਨੂੰ ਬਾਅਦ ਦੇ ਵਿੱਚ ਮੈਂਸ਼ਨ ਕਰਿਆ ਸੀ। ਠੀਕ ਹੈ ਜੀ, ਇਹ ਅਸੀਂ ਲਏ ਸੀ ਸੋਵੀਅਤ ਸੰਘ ਤੋਂ। ਸੋਵੀਅਤ ਸੰਘ ਮਤਲਬ USSR ਜਿਹੜਾ ਅੱਜ ਰਸ਼ੀਆ ਹੈ। 1991 ਤੱਕ ਇਹ USSR ਹੁੰਦਾ ਸੀ ਅਤੇ 1991 ਦੇ ਵਿੱਚ ਇਹ 15 ਛੋਟੇ ਦੇਸ਼ਾਂ ਦੇ ਵਿੱਚ ਟੁੱਟ ਗਿਆ, ਉਹਦੇ ਵਿੱਚੋਂ ਰਸ਼ੀਆ ਵੀ ਇੱਕ ਹੈ। ਤਾਂ ਜਿਹੜੇ ਮੌਲਿਕ ਕਰਤੱਵ ਨੇ, ਕਿਉਂਕਿ ਜਿਹੜਾ ਰੂਸ ਹੈ ਉਹ ਆਪਣੇ ਕਰਤੱਵਾਂ ਦਾ ਜ਼ਿਆਦਾ ਪਾਲਣ ਕਰਦਾ, ਉਹ ਜ਼ਿਆਦਾ ਥੋੜ੍ਹਾ ਜਿਹਾ ਡਿਸਿਪਲਿਨ ਦੇ ਵਿੱਚ ਰਹਿੰਦਾ, ਤਾਂ ਕਰਕੇ ਅਸੀਂ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਉਹ USSR ਤੋਂ ਲਈਆਂ ਸੀ। ਉਸ ਤੋਂ ਬਾਅਦ ਕਾਨੂੰਨ, ਇਹ ਤੁਹਾਨੂੰ ਦੱਸ ਦਿੱਤਾ ਕਿ ਕਾਨੂੰਨ ਅਤੇ ਸੰਸਦ ਦੇ ਜਿਹੜੇ ਵੀ ਪ੍ਰੋਵੀਜ਼ਨਸ ਨੇ ਉਹ ਅਸੀਂ ਲਏ ਨੇ ਬ੍ਰਿਟੇਨ ਕੋਲੋਂ। ਸੰਸਦ ਦੇ ਵਿਸ਼ੇਸ਼ ਅਧਿਕਾਰ ਆ ਗਏ, ਇਹ ਵੀ ਅਸੀਂ ਬ੍ਰਿਟਿਸ਼ਰਸ ਤੋਂ ਲਏ ਨੇ। ਉਸ ਤੋਂ ਬਾਅਦ ਕਾਨੂੰਨ ਸ਼ਾਸਨ, ਇਹ ਵੀ UK ਬ੍ਰਿਟੇਨ ਤੋਂ ਅਸੀਂ ਲਿਆ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜੀ ਸਮਵਰਤੀ ਸੂਚੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 3 ਸੂਚੀਆਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ, ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕਨਕਰੰਟ ਲਿਸਟ। ਜਿਹੜੀ ਇਹ ਕਨਕਰੰਟ ਲਿਸਟ ਹੈ ਇਹਨੂੰ ਸਮਵਰਤੀ ਸੂਚੀ ਕਿਹਾ ਜਾਂਦਾ। ਇਹ ਸਮਵਰਤੀ ਸੂਚੀ ਅਸੀਂ ਕਿਹਦੇ ਕੋਲੋਂ ਲਈ ਹੈ, ਇਹ ਆਸਟ੍ਰੇਲੀਆ ਦੇ ਸੰਵਿਧਾਨ 'ਚੋਂ ਲਈ ਹੈ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਸੰਵਿਧਾਨ ਦਾ ਸੰਸ਼ੋਧਨ ਕਰਨ ਦਾ ਜਿਹੜਾ ਪ੍ਰੋਸੈਸ ਹੈ, ਸੰਵਿਧਾਨ ਸੰਸ਼ੋਧਨ ਭਾਰਤ ਦੇ ਆਰਟੀਕਲ 368 ਦੇ ਵਿੱਚ ਸੰਵਿਧਾਨ ਸੰਸ਼ੋਧਨ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ। ਪਰ ਇਹ ਵੀ ਯਾਦ ਰੱਖਿਓ ਕਿ ਆਰਟੀਕਲ 368 ਦੇ ਵਿੱਚ 2 ਹੀ ਤਰ੍ਹਾਂ ਦਾ ਜਿਹੜਾ ਸੰਵਿਧਾਨ ਸੰਸ਼ੋਧਨ ਇਹਦੇ ਬਾਰੇ ਲਿਖਿਆ ਗਿਆ, ਪਰ ਅਸਲ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚ 3 ਤਰ੍ਹਾਂ ਦਾ ਸੰਸ਼ੋਧਨ ਹੋ ਸਕਦਾ, ਕਿਉਂਕਿ ਇਹ ਜਿਹੜਾ ਦਿੱਤਾ ਗਿਆ ਇਹ ਸਿਰਫ ਸਪੈਸ਼ਲ ਮੈਜੋਰਿਟੀ ਨਾਲ ਸੰਵਿਧਾਨ ਸੰਸ਼ੋਧਨ ਦਿੱਤਾ ਗਿਆ ਆਰਟੀਕਲ 368 ਦੇ ਵਿੱਚ। ਅਤੇ ਜਿਹੜਾ ਤੀਸਰਾ ਪ੍ਰੋਸੈਸ ਹੈ ਸਿੰਪਲ ਮੈਜੋਰਿਟੀ ਵਾਲਾ, ਉਹ ਆਰਟੀਕਲ 368 ਦੇ ਵਿੱਚ ਨਹੀਂ ਦਿੱਤਾ ਹੋਇਆ। ਠੀਕ ਹੈ ਜੀ, ਉਸ ਤੋਂ ਰਹਿ ਗਿਆ ਗਣਤੰਤਰ ਮਤਲਬ ਕਿ ਰਿਪਬਲਿਕ ਆਫ ਇੰਡੀਆ। ਅਸੀਂ ਰਿਪਬਲਿਕ ਜਿਹੜਾ ਇਹ ਕਿਤੋਂ ਲਿਆ, ਇਹ ਅਸੀਂ ਲਿਆ ਫਰਾਂਸ ਤੋਂ। ਠੀਕ ਹੈ, ਇੱਕ ਚੀਜ਼ ਹੋਰ ਦੇਖੋ, ਇਹਦੇ ਵਿੱਚ ਆ ਜਿਹੜਾ ਦਿੱਤਾ ਨਾ ਪਿੱਛੇ ਗੌਰਮੈਂਟ ਆਫ ਇੰਡੀਆ ਐਕਟ, ਇਹ ਜਿਹੜੇ ਪ੍ਰੋਵੀਜ਼ਨਸ ਨੇ, ਗੌਰਮੈਂਟ ਆਫ ਇੰਡੀਆ ਐਕਟ ਜਿਹੜਾ ਆਇਆ ਸੀ 1935 ਵਾਲਾ, ਉਹਦੇ ਵਿੱਚ ਇਹ ਜਰਮਨੀ ਤੋਂ ਲੈ ਕੇ ਪਹਿਲਾਂ ਉਹਦੇ ਵਿੱਚ ਐਡ ਕਰਤੇ। ਠੀਕ ਹੈ ਜੀ, ਆਹ ਜਿਹੜਾ ਪ੍ਰੋਵੀਜ਼ਨ ਸੀ ਸੰਘੀ ਢਾਂਚੇ ਵਾਲਾ, ਇਹ ਵੀ ਉਹਦੇ ਵਿੱਚੋਂ ਲੈ ਕੇ ਕੈਨੇਡਾ ਦੇ ਕੌਂਸਟੀਟਿਊਸ਼ਨ 'ਚੋਂ ਲੈ ਕੇ ਇਹ ਵੀ ਗੌਰਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਇਹਨਾਂ ਨੇ ਮੈਂਸ਼ਨ ਕਰਤਾ ਸੀ। ਪਰ ਜਿਸ ਟਾਈਮ ਭਾਰਤ ਦਾ ਸੰਵਿਧਾਨ ਮਤਲਬ ਬਣਾਇਆ 1949 ਦੇ ਵਿੱਚ ਅਤੇ 1950 ਦੇ ਵਿੱਚ ਫਿਰ ਲਾਗੂ ਕਰਿਆ, ਤਾਂ ਫਿਰ ਇਹ ਗੌਰਮੈਂਟ ਆਫ ਇੰਡੀਆ ਐਕਟ ਦੇ ਵਿੱਚੋਂ ਹੀ ਚੱਕ ਲਿਆ ਸੀ। ਠੀਕ ਹੈ, ਗੌਰਮੈਂਟ ਆਫ ਇੰਡੀਆ ਐਕਟ ਦੇ ਵਿੱਚੋਂ ਹੀ ਚੱਕ ਲਿਆ ਸੀ।
ਪਰ ਐਕਚੁਅਲ ਦੇ ਵਿੱਚ ਪ੍ਰੋਵੀਜ਼ਨ ਲੈ ਕਿੱਥੋਂ ਗਿਆ ਸੀ ਇਹ ਕੈਨੇਡਾ ਤੋਂ ਅਤੇ ਇਹ ਜਰਮਨੀ ਤੋਂ। ਠੀਕ ਹੈ। ਤੁਹਾਨੂੰ ਕਈ ਵਾਰ ਦੱਸ ਚੁੱਕੇ ਹਾਂ ਕਿ ਭਾਰਤੀ ਸੰਵਿਧਾਨ ਦੇ ਸਟਾਰਟਿੰਗ ਦੇ ਵਿੱਚ ਅਨੁਛੇਦ ਮਤਲਬ ਆਰਟੀਕਲ 395 ਸੀ, ਭਾਗ 22 ਅਤੇ 8 ਅਨੁਸੂਚੀਆਂ ਸੀ। ਅੱਜ ਅਨੁਸੂਚੀਆਂ 12 ਹੋ ਚੁੱਕੀਆਂ ਨੇ, ਅਤੇ ਜੇ ਅਨੁਛੇਦ ਵੀ ਨੰਬਰ ਤਾਂ ਤੁਹਾਨੂੰ 395 ਹੀ ਮਿਲੂਗਾ ਉਹਦੇ ਵਿੱਚ, ਪਰ ਅਸਲ ਦੇ ਵਿੱਚ ਜਿਹੜੀ ਉਹਦੀ ਕਾਊਂਟਿੰਗ ਆ ਉਹ 470 ਹੋ ਚੁੱਕੀ ਹੈ, ਕਿਉਂਕਿ ਉਹਦੇ ਵਿੱਚ ABC ਐਵੇਂ ਕਰਕੇ ਅੱਗੇ ਜੋੜ ਦਿੱਤੇ ਗਏ। ਠੀਕ ਹੈ ਜੀ, ਜਿਵੇਂ 21A ਜੋੜਿਆ ਸੀ, 39A ਹੈ ਨਾ, 43AB ਐਵੇਂ ਕਰਕੇ ਅੱਗੇ ਆਰਟੀਕਲ ਜੋੜ ਦਿੱਤੇ ਗਏ। ਠੀਕ ਹੈ, ਚੱਲਦੇ ਹਾਂ ਅੱਗੇ। ਜਿਹੜੇ ਭਾਗ ਨੇ, ਭਾਗ ਵੀ ਐਵੇਂ ਕਰਕੇ ਵਿੱਚ ਜੋੜੇ ਗਏ ਨੇ। ਭਾਗ ਮਤਲਬ ਕਾਊਂਟਿੰਗ ਨੰਬਰ ਦੇ ਵਿੱਚ ਹਜੇ ਵੀ ਤੁਹਾਨੂੰ ਇਹ 22 ਮਿਲਣਗੇ, ਅਤੇ ਜੇ ਗਿਣਤੀ ਕਰਕੇ ਦੇਖੋਗੇ ਤਾਂ ਇਹ 25 ਭਾਗ ਮਿਲਣਗੇ। ਠੀਕ ਹੈ ਜੀ, ਗੱਲ ਕਰਦੇ ਹਾਂ ਪਾਰਟਸ ਬਾਰੇ। ਪਹਿਲੇ ਪਾਰਟਸ ਦੇ ਵਿੱਚ ਯੂਨੀਅਨ ਐਂਡ ਇਟਸ ਟੈਰੀਟਰੀ ਦੀ ਗੱਲ ਕਰੀ ਗਈ ਆ, ਮਤਲਬ ਸੰਘ ਅਤੇ ਉਹਦਾ ਰਾਜ ਖੇਤਰ। ਆਰਟੀਕਲ 1 ਤੋਂ ਲੈ ਕੇ 4 ਤੱਕ ਇਹਦੇ ਬਾਰੇ ਡਿਸਕਸ ਕਰੀ ਗਈ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਦੂਜੇ ਭਾਗ ਦੇ ਵਿੱਚ ਸਿਟੀਜ਼ਨਸ਼ਿਪ ਬਾਰੇ ਚਰਚਾ ਕਰੀ ਗਈ ਹੈ। ਠੀਕ ਹੈ, ਕਿ ਮਤਲਬ ਕਿਹਨੂੰ ਸਿਟੀਜ਼ਨਸ਼ਿਪ ਕਿਵੇਂ ਮਿਲਦੀ ਹੈ, ਸੰਸਦ ਨੂੰ ਕੀ ਪਾਵਰ ਆ ਉਹਦੇ ਬਾਰੇ ਕਾਨੂੰਨ ਬਣਾਉਣ ਦੀ, ਜਾਂ ਕਿਵੇਂ ਕਿਸੇ ਦੀ ਸਿਟੀਜ਼ਨਸ਼ਿਪ ਜਾ ਸਕਦੀ ਹੈ। ਆਰਟੀਕਲ 5 ਤੋਂ 11 ਤੱਕ ਇਹਦੇ ਵਿੱਚ ਡਿਸਕਸ ਕਰੀ ਗਈ ਹੈ। ਆਰਟੀਕਲ 3 ਦੇ ਵਿੱਚ ਫੰਡਾਮੈਂਟਲ ਰਾਈਟਸ ਬਾਰੇ ਗੱਲ ਕਰੀ ਗਈ ਹੈ। ਇਹ ਬਹੁਤ ਜ਼ਿਆਦਾ ਮੇਨ ਚੈਪਟਰ ਹੈ, ਇਹਦੇ ਬਾਰੇ ਤਾਂ ਆਪਣੀ ਹੋ ਸਕਦਾ ਇੱਕ ਤੋਂ ਜ਼ਿਆਦਾ ਕਲਾਸ ਵੀ ਹੋ ਸਕਦੀ ਹੈ, ਡੀਪ ਡਿਸਕਸ਼ਨ ਹੋਣੀ ਹੈ। ਠੀਕ ਹੈ ਜੀ, ਆਰਟੀਕਲ ਮਤਲਬ ਪਾਰਟ 4 ਦੇ ਵਿੱਚ DPSP ਡਾਇਰੈਕਟਿਵਸ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਆਰਟੀਕਲ 36 ਤੋਂ 51 ਤੱਕ, ਅਤੇ ਭਾਗ 4A ਫੰਡਾਮੈਂਟਲ ਡਿਊਟੀਜ਼। ਆਰਟੀਕਲ 51A ਫੰਡਾਮੈਂਟਲ ਡਿਊਟੀਜ਼ ਆਪਾਂ ਕਿਹੜੇ ਦੇਸ਼ ਤੋਂ ਲਈਆਂ ਸੀ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਠੀਕ ਹੈ ਜੀ, ਉਸ ਤੋਂ ਬਾਅਦ ਭਾਗ 5ਵਾਂ ਯੂਨੀਅਨ ਗੌਰਮੈਂਟ। ਠੀਕ ਹੈ ਜੀ, ਆਰਟੀਕਲ 52 ਤੋਂ ਲੈ ਕੇ 151 ਤੱਕ ਇਹਦੇ ਬਾਰੇ ਗੱਲ ਕੀਤੀ ਗਈ। ਇਹਦੇ ਵਿੱਚ ਪੰਜ ਇਹਦੇ ਚੈਪਟਰ ਨੇ ਅਲੱਗ-ਅਲੱਗ। ਪਹਿਲਾ ਚੈਪਟਰ ਐਗਜ਼ੀਕਿਊਟਿਵ ਹੈ, ਇਹਦੇ ਵਿੱਚ ਤੁਸੀਂ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਕਾਉਂਸਲ ਆਫ ਮਿਨਿਸਟਰਸ ਇਹਨਾਂ ਬਾਰੇ ਪੜ੍ਹੋਗੇ। ਠੀਕ ਹੈ ਜੀ, ਉਸ ਤੋਂ ਬਾਅਦ ਦੂਸਰਾ ਭਾਗ ਹੈ ਇਹਦਾ ਪਾਰਲੀਮੈਂਟ। ਉਸ ਤੋਂ ਬਾਅਦ ਤੀਸਰੇ ਭਾਗ ਦੇ ਵਿੱਚ ਲੈਜਿਸਲੇਟਿਵ ਪਾਵਰਸ ਨੇ ਪ੍ਰੈਜ਼ੀਡੈਂਟ ਦੀਆਂ। ਚੌਥਾ ਭਾਗ ਹੈ ਦਾ ਜੁਡੀਸ਼ਰੀ, ਸੁਪਰੀਮ ਕੋਰਟ ਬਾਰੇ ਇਹਦੇ ਵਿੱਚ ਪੜ੍ਹਾਂਗੇ, ਅਤੇ ਕੈਗ ਬਾਰੇ ਪੜ੍ਹਾਂਗੇ। ਠੀਕ ਹੈ ਜੀ, 5ਵਾਂ ਭਾਗ ਯੂਨੀਅਨ ਗੌਰਮੈਂਟ, ਅਤੇ 6ਵਾਂ ਭਾਗ ਸਟੇਟ ਗੌਰਮੈਂਟ। ਠੀਕ ਹੈ ਜੀ, ਸਟੇਟ ਗੌਰਮੈਂਟ ਇਹਦੇ ਵਿੱਚ 152 ਤੋਂ ਲੈ ਕੇ 237 ਤੱਕ ਆਰਟੀਕਲਸ ਕਵਰ ਕਰੇ ਗਏ ਨੇ। ਇਹਦੇ ਬਾਰੇ ਵੀ ਆਪਾਂ ਇਹਨੂੰ ਵੀ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ। ਦੇਖੋ ਚੈਪਟਰ ਇਹਦਾ ਜਿਹੜਾ ਇਹ ਚੈਪਟਰ, ਇਹਦੇ ਵਿੱਚ ਇਹਨਾਂ ਨੇ ਗਵਰਨਰ ਬਾਰੇ ਗੱਲ ਕੀਤੀ ਗਈ ਹੈ। ਠੀਕ ਹੈ, ਐਗਜ਼ੀਕਿਊਟਿਵ ਬਾਰੇ, ਫਿਰ ਸਟੇਟ ਲੈਜਿਸਲੇਚਰ। ਠੀਕ ਹੈ ਜੀ, ਇਹ ਸਾਰਾ ਇਹਦੇ ਚੈਪਟਰ ਨੇ ਜਿਹੜੇ ਆਪਾਂ ਇਹ 1 ਬਾਏ 1 ਕਰਕੇ ਕਵਰ ਕਰਾਂਗੇ। ਹਾਈ ਕੋਰਟ ਬਾਰੇ, ਸਬਆਰਡੀਨੇਟ ਕੋਰਟਸ ਬਾਰੇ। ਠੀਕ ਹੈ, ਅਤੇ ਉਸ ਤੋਂ ਬਾਅਦ ਪਾਰਟ ਨੰਬਰ 7 ਇਹ ਖਾਰਿਜ ਕਰ ਦਿੱਤਾ ਗਿਆ ਸੀ 7ਵੇਂ ਸੰਵਿਧਾਨ ਸੰਸ਼ੋਧਨ 1956 ਦੇ ਵਿੱਚ ਥਰੂ ਇਹਨੂੰ। ਅਤੇ ਪਾਰਟ B ਜਿਹੜੇ ਬੱਚਿਆਂ ਨੇ ਤਾਂ ਡੀਪਲੀ ਥੋੜ੍ਹੀ ਜਿਹੀ ਸਟੱਡੀ ਕੀਤੀ ਹੈ ਕਿ ਜਿਸ ਟਾਈਮ ਸੰਵਿਧਾਨ ਲਾਗੂ ਹੋਇਆ ਉਸ ਟਾਈਮ ਅਲੱਗ-ਅਲੱਗ ਕੈਟੇਗਰੀਜ਼ ਦੇ ਵਿੱਚ ਸਟੇਟਾਂ ਨੂੰ ਵੰਡਿਆ ਸੀ, ABCD ਕਰਕੇ। ਉਹਨਾਂ ਨੂੰ ਤਾਂ ਇਹਦੇ ਬਾਰੇ ਪਤਾ ਹੋਣਾ। ਵੈਸੇ ਕੋਈ ਗੱਲ ਨਹੀਂ, ਕਦੇ ਆਪਾਂ ਜ਼ਿਆਦਾ ਟਾਈਮ ਨਹੀਂ ਇਹ 'ਤੇ ਵੇਸਟ ਕਰਦੇ, ਕਦੇ ਕਿਸੇ ਦਿਨ ਇਹ 'ਤੇ ਡਿਸਕਸ ਕਰਾਂਗੇ ਜ਼ਰੂਰ। ਠੀਕ ਹੈ ਜੀ, ਭਾਗ 8ਵੇਂ ਦੇ ਵਿੱਚ ਯੂਨੀਅਨ ਟੈਰੀਟਰੀਜ਼ ਨੇ। 5ਵੇਂ ਦੇ ਵਿੱਚ ਯੂਨੀਅਨ ਗੌਰਮੈਂਟ, 6ਵੇਂ ਦੇ ਵਿੱਚ ਸਟੇਟ ਗੌਰਮੈਂਟ, ਅਤੇ 7ਵੇਂ ਦੇ ਵਿੱਚ ਯੂਨੀਅਨ ਟੈਰੀਟਰੀਜ਼। 5ਵੇਂ ਭਾਗ ਦੇ ਵਿੱਚ ਯੂਨੀਅਨ ਗੌਰਮੈਂਟ ਆ, 6ਵੇਂ ਦੇ ਵਿੱਚ ਸਟੇਟਸ ਨੇ, ਅਤੇ 8ਵੇਂ ਦੇ ਵਿੱਚ ਯੂਨੀਅਨ ਟੈਰੀਟਰੀ ਆ, ਕਿਉਂਕਿ 7ਵਾਂ ਤਾਂ ਆਲਰੇਡੀ ਖਤਮ ਹੋ ਚੁੱਕਿਆ। ਚੱਲਦੇ ਹਾਂ ਅੱਗੇ। ਉਸ ਤੋਂ ਬਾਅਦ 9ਵੇਂ ਭਾਗ ਦੇ ਵਿੱਚ ਪੰਚਾਇਤਾਂ ਬਾਰੇ ਗੱਲ ਕੀਤੀ ਗਈ ਆ। ਠੀਕ ਆ, 9ਵਾਂ A ਮੁਨਿਸਪੈਲਿਟੀਜ਼। ਪੰਚਾਇਤਾਂ ਅਤੇ ਮੁਨਿਸਪੈਲਿਟੀਜ਼ ਇਕੱਠੇ ਨੇ। ਕੋਆਪਰੇਟਿਵ ਸੁਸਾਇਟੀਜ਼ ਦੀ ਗੱਲ 9B ਦੇ ਵਿੱਚ ਕਰੀ ਗਈ ਆ, ਮਤਲਬ 9ਵੇਂ ਭਾਗ ਦੇ ਨਾਲ ਰਿਲੇਟਡ ਇਕੱਠੇ ਤਿੰਨ ਭਾਗ ਇਹਨਾਂ ਨੇ ਦਿੱਤੇ ਹੋਏ ਨੇ। ਠੀਕ ਹੈ ਜੀ, ਸਾਰੇ ਦੇ ਸਾਰੇ ਇਹਦੇ ਵਿੱਚ 243 ਆਰਟੀਕਲ ਦੇ ਵਿੱਚ ਕਵਰ ਕੀਤੇ ਗਏ ਨੇ। ਇੱਕ ਚੀਜ਼ ਹੋਰ ਨੋਟ ਕਰ ਲਿਓ, ਜਿਹੜਾ ਕੋਆਪਰੇਟਿਵ ਸੁਸਾਇਟੀਜ਼ ਆ ਫੰਡਾਮੈਂਟਲ ਰਾਈਟ ਦੇ ਵਿੱਚ ਸਭ ਤੋਂ ਜਿਹੜਾ ਲੇਟੈਸਟ ਜੋੜਿਆ ਗਿਆ ਜਿਹੜਾ ਫੰਡਾਮੈਂਟਲ ਰਾਈਟ ਹੈ ਉਹ ਕੋਆਪਰੇਟਿਵ ਸੁਸਾਇਟੀ ਨਾਲ ਹੀ ਰਿਲੇਟਡ ਆ। ਠੀਕ ਹੈ ਜੀ, ਆਰਟੀਕਲ 19C ਦੇ ਵਿੱਚ ਜੋੜਿਆ ਗਿਆ ਸੀ ਕੋਆਪਰੇਟਿਵ ਸੁਸਾਇਟੀਜ਼ ਬਣਾਉਣ ਬਾਰੇ। ਠੀਕ ਹੈ, ਇਹ ਚੀਜ਼ ਤੁਸੀਂ ਨੋਟ ਕਰਕੇ ਰੱਖ ਲਿਓ। ਉਸ ਤੋਂ ਬਾਅਦ ਭਾਗ 10 ਦੇ ਵਿੱਚ ਸ਼ਡਿਊਲ ਅਤੇ ਟਰਾਈਬਲ ਏਰੀਆਜ਼ ਨੇ। ਅਨੁਸੂਚੀਆਂ ਦੇ ਵਿੱਚ 5ਵੀਂ ਅਨੁਸੂਚੀ ਸੀ। ਠੀਕ ਹੈ, ਜਿਹੜੇ ਸ਼ਡਿਊਲਡ ਏਰੀਆਜ਼ ਨਾਲ ਸੰਬੰਧਿਤ ਜਿਹੜੀ ਅਨੁਸੂਚਿਤ ਇਲਾਕਿਆਂ ਨਾਲ, ਅਤੇ ਭਾਗਾਂ ਦੇ ਵਿੱਚ 10ਵਾਂ ਭਾਗ ਹੈ ਜਿਹੜਾ ਇਹਨਾਂ ਨਾਲ ਸੰਬੰਧਿਤ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜਾ 11ਵਾਂ ਇਹਦੇ ਵਿੱਚ ਯੂਨੀਅਨ ਅਤੇ ਸਟੇਟ ਗੌਰਮੈਂਟ ਦੇ ਰਿਲੇਸ਼ਨ ਬਾਰੇ ਚਰਚਾ ਕੀਤੀ ਗਈ ਹੈ, ਇਹ ਵੀ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਲੈਜਿਸਲੇਟਿਵ ਇਹਨਾਂ ਦੇ ਰਿਲੇਸ਼ਨ ਕੀ ਨੇ, ਅਤੇ ਐਡਮਿਨਿਸਟ੍ਰੇਟਿਵ ਰਿਲੇਸ਼ਨ ਨੇ ਜਿਹੜੇ ਉਹ ਕੀ ਨੇ। ਠੀਕ ਹੈ ਜੀ, ਚੱਲਦੇ ਅੱਗੇ। ਉਸ ਤੋਂ ਬਾਅਦ ਭਾਗ 12 ਬਜਟ ਦੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਆਰਟੀਕਲ 112 ਹੈ, ਆਰਟੀਕਲ 112 ਦੇ ਵਿੱਚ ਦਿੱਤਾ ਹੋਇਆ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ 112 ਦੇ ਵਿੱਚ, ਅਤੇ ਫਾਈਨੈਂਸ ਬਾਰੇ ਜਿਹੜੇ ਪ੍ਰੋਵੀਜ਼ਨ ਕਰੇ ਗਏ ਨੇ ਉਹ ਭਾਗ 12 ਦੇ ਵਿੱਚ ਕਰੇ ਗਏ ਨੇ। ਠੀਕ ਹੈ ਜੀ, ਫਾਈਨੈਂਸ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਕੰਸੋਲੀਡੇਟਡ ਫੰਡ ਕੀ ਹੁੰਦਾ ਹੈ, ਠੀਕ ਹੈ ਜੀ, ਕੰਟੀਜੈਂਸੀ ਫੰਡ ਕੀ ਹੁੰਦਾ, ਇਹ ਸਾਰਾ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ 13ਵੇਂ ਦੇ ਵਿੱਚ
13ਵਾਂ ट्रेड, ठीक है, ट्रेड कित्थे भारत की बाउंड्री दे विच विद इन द टैरीटरी ऑफ इंडिया, ठीक है। आर्टिकल 301 तो लैके 307 तक ये बारे डिस्कस ये करी गई है। उस तो बाद 14 दे विच सर्विसेज अंडर द यूनीयन एंड स्टेट्स, मतलब ਜਿਹੜੀਆਂ सिविल सर्विसेज आउंदियां ने, ठीक है जी, UPSC या स्टेट PCS ਦੇ ਜਿਹੜੇ एग्जाम्स ਹੁੰਦੇ ਨੇ ਉਹਨਾਂ ਬਾਰੇ डिस्कस ਕੀਤੀ ਗਈ है। उस तो बाद 14A ਦੇ ਵਿੱਚ ट्रिब्यूनल्स, NGT ਦਾ ਨਾਮ ਸੁਣਿਆ ਹੋਣਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲਸ ਕੀ ਹੁੰਦੇ ਨੇ, ਕੀ ਉਹਨਾਂ ਦੀਆਂ ਪਾਵਰਸ ਹੁੰਦੀਆਂ ਨੇ, ਇਹਦੇ ਬਾਰੇ ਵੀ ਆਪਾਂ डिस्कस ਕਰਾਂਗੇ। 15 ਦੇ ਵਿੱਚ ਇਲੈਕਸ਼ਨ, ठीक है जी, ਐਵੇਂ याद रख लो भी इलैक्शन है ਜਿਹੜਾ 15 साल की उम्र 'ਚ नहीं 18 साल की उम्र तो बाद कोई वोट पा सकते हो तुसीं, ठीक है जी, कोई गल नहीं। मतलब 15वें भाग ਦੇ ਵਿੱਚ इलैक्शन बारे चर्चा की गई है, ये बारे भी ਆਪਾਂ पढ़ांगे, ठीक है जी। भाग 16 स्पैशल प्रोविजन, 16 ਦੇ ਵਿੱਚ स्पैशल प्रोविजन किहदे वास्ते, सर्टेन क्लासिस वास्ते, ठीक है। ये रिजर्वेशन बारे कुछ प्रोविजनस बनाए गए हैं SC ST वास्ते ਅਤੇ एंग्लो इंडियंस वास्ते, लोक सभा राज सभा ਦੇ ਵਿੱਚ ਅਤੇ ਜਿਹੜੀਆਂ ਵਿਧਾਨ ਸਭਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ प्रोविजनस ਨੇ ਬਣਾਏ ਗਏ ਨੇ, ਇਹਨਾਂ ਬਾਰੇ ਵੀ ਆਪਾਂ डिस्कस ਕਰਾਂਗੇ, ठीक है जी। चलते हैं अगे। भाग 17 ऑफिशियल लैंग्वेज, 17 च साडी लैंग्वेज, 16 च स्पैशल प्रोविजन, 17 च साडी लैंग्वेज, ठीक है जी। साडी लैंग्वेज मतलब ऑफिशियल लैंग्वेज बारे ये प्रोविजन बनाए गए हैं, ये बारे भी आप डिस्कस करांगे। भाग नंबर 18 के 18 एमरजेंसी प्रोविजन, एमरजेंसी प्रोविजन आप कितों ले सी, ये भी कमेंट बॉक्स के जरूर दस दिओ, ठीक है जी। 352 तो 360 तक राष्ट्रीय आपातकाल की हुंदा है, ठीक है, राष्ट्रपति राज की हुंदा, ये बारे आप डिस्कस करांगे। तो उस तो बाद भाग नंबर 19 के मिसलीनियस आर्टिकल 361 तो 67 के, ठीक है। भाग 20वां थोड़ा जिहा ज़्यादा इंपॉर्टेंट है क्योंकि ये आर्टिकल तो 21 है 368, पर ये अमेंडमेंट्स बारे मतलब अमेंडमेंट बारे दिता गया, कॉन्स्टिट्यूशन के अमेंडमेंट किमें हो सकती है, किन्ने तरह की हो सकती है, ठीक है जी। उस तो बाद भाग 21 के टैंपरेरी ट्रांजिशनल ते स्पैशल प्रोविजनस, और भाग 22 के शॉर्ट टाइटल कमेंसमेंट और ऑथोरिटेटिव टैक्स इन दी हिंदी, ठीक है जी। ये बारे मतलब ये सी पूरे दे पूरे 22 भाग, ठीक है जी। ये सिर्फ तुहानूं एक इन्हां दे नाम दस्से गए ने, सिर्फ इन्हां बारे दस्से गए, बहुत ज़्यादा डीप डिस्कशन इन्हां बारे तां नहीं की क्योंकि वीडियो बहुत ज़्यादा लंबी हो जानी, क्योंकि आप 1 बाय 1 करके सारे पार्ट्स बारे तो डिस्कस करना ही है, इसलिए तुहानूं सिर्फ एक ये जनरल नॉलेज वास्ते वीडियो दी है। ਜਿਹੜੀਆਂ ਪਹਿਲੀਆਂ 2 ਵੀਡੀਓਜ਼ ਨੇ ਉਹ ਜ਼ਰੂਰ ਦੇਖ ਲਿਓ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਕੁਝ ਐਵੇਂ ਦਾ ਜਿਹੜਾ ਤੁਹਾਨੂੰ ਤੁਹਾਡੇ ਐਗਜ਼ਾਮਸ ਦੇ ਵਿੱਚ ਜਿਹਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ, ਉਹ ਤੁਸੀਂ ਸਾਰਾ ਕੁਝ ਨੋਟ ਕਰ ਲਿਓ, ਠੀਕ ਹੈ ਜੀ। ਅਸੀਂ ਕਿ ਭਾਰਤ ਦਾ ਜਿਹੜਾ ਸੰਵਿਧਾਨ ਸੀ ਇਹ ਬਣ ਕੇ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਠੀਕ ਹੈ। ਇਹਦੇ ਕੁਝ ਪ੍ਰੋਵੀਜ਼ਨਸ ਵੀ ਉਸ ਟਾਈਮ ਲਾਗੂ ਕਰਤੇ ਸੀ, ਪਰ ਜਿਹੜਾ ਬਾਕੀ ਸੰਵਿਧਾਨ ਹੈ ਪੂਰਾ ਉਹ 26 ਜਨਵਰੀ 1950 ਨੂੰ ਲਾਗੂ ਕੀਤਾ ਸੀ, ठीक है जी। उस टाइम ये 395 आर्टिकल सी, 22 भाग और 8 अनुसूचियाँ मतलब शेड्यूल्स सी, ठीक है। पर हौली हौली ये कुछ अमेंडमेंट करके कुछ ना कुछ नवा जोड़िया गया, और उस तो बाद अज के संविधान के आर्टिकल का जे तुसीं गिणती देखोगे तो तुहानूं 395 ही मिलू, पर ਜਿਹੜੇ ਐਕਚੁਅਲ ਦੇ ਵਿੱਚ ਆਰਟੀਕਲ ਨੇ ਉਹ ਟੋਟਲ 470 ਨੇ, ਠੀਕ ਹੈ ਜੀ। ਐਵੇਂ ਜਿਹੜੇ ਭਾਗ ਨੇ ਉਹ ਗਿਣਤੀ ਦੇ ਵਿੱਚ ਤਾਂ ਤੁਹਾਨੂੰ 22 ਹੀ ਮਿਲਣਗੇ, ਪਰ ਅਸਲ ਦੇ ਵਿੱਚ ਜਿਹੜੇ ਭਾਗ ਨੇ ਉਹ ਜਿਹੜੇ 25 ਨੇ, ਕਿਉਂਕਿ ਆਰਟੀਕਲ मतलब ਜਿਹੜਾ ਭਾਗ 9A ਜੋੜਿਆ ਗਿਆ ਸੀ, 9B ਜੋੜਿਆ ਗਿਆ ਸੀ, ਫਿਰ 14A ਐਵੇਂ ਕਰਕੇ ਨਵੇਂ ਭਾਗ ਜੋੜੇ ਗਏ, ਠੀਕ ਹੈ। ਅਤੇ ਤਾਂ ਕਰਕੇ ਜਿਹੜੇ ਹੁਣ ਟੋਟਲ ਭਾਗ ਨੇ ਉਹ ਗਿਣਤੀ ਦੇ ਵਿੱਚ मतलब ਨੰਬਰ ਦੇ ਵਿੱਚ ਤਾਂ ਉਹ 22 ਨੇ, ਪਰ ਹੈਗੇ ਐਕਚੁਅਲ ਦੇ ਵਿੱਚ 25 ਨੇ, ਠੀਕ ਹੈ ਜੀ। ਅਨੁਸੂਚੀਆਂ ਦਾ ਵੀ ਤੁਹਾਨੂੰ ਦੱਸਿਆ ਸੀ ਕੱਲ ਵੀ ਦੱਸਿਆ ਸੀ, ਹੁਣ ਵੀ ਤੁਹਾਨੂੰ ਦੱਸ ਕੇ ਹਟਾਂ ਕਿ ਪਹਿਲਾਂ ਇਹ 8 ਸੀ, ਠੀਕ ਹੈ, ਪਰ ਜਿਹੜੀਆਂ ਹੁਣ ਨੇ ਉਹ 12 ਨੇ, ਕਿਉਂਕਿ 4 ਜਿਹੜੀਆਂ ਨਵੀਆਂ ਅਨੁਸੂਚੀਆਂ ਬਾਅਦ ਦੇ ਵਿੱਚ ਜੋੜੀਆਂ ਗਈਆਂ ਸੀ, ਠੀਕ ਹੈ ਜੀ। ਦੇਖੋ ਪਹਿਲੀ ਅਨੁਸੂਚੀ ਜਿਹੜੀ ਪਹਿਲੀ ਅਨੁਸੂਚੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਅਤੇ ਉਹਨਾਂ ਦੇ ਇਲਾਕਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਠੀਕ ਹੈ। ਦੂਜੀ ਅਨੁਸੂਚੀ ਦੇ ਵਿੱਚ ਵੇਤਨ ਭੱਤੇ ਸ਼ਾਮਿਲ ਕੀਤੇ ਗਏ ਨੇ। ਦੂਜੀ ਅਤੇ ਤੀਜੀ ਅਨੁਸੂਚੀ ਨੂੰ ਥੋੜ੍ਹਾ ਜਿਹਾ ਡੀਪ ਦੇ ਵਿੱਚ ਡਿਸਕਸ ਕਰਾਂਗੇ, ਇਹਦੀ ਤੁਸੀਂ ਟੈਨਸ਼ਨ ਨਾ ਲਓ, ਠੀਕ ਹੈ ਜੀ। ਉਸ ਤੋਂ ਬਾਅਦ ਤੀਜੀ ਅਨੁਸੂਚੀ ਦੇ ਵਿੱਚ ਓਥ ਐਂਡ ਅਫਰਮੇਸ਼ਨ मतलब ਸਹੁੰ ਦੇ ਬਾਰੇ ਲਿਖਿਆ ਗਿਆ ਹੈ। ਚੌਥੀ ਅਨੁਸੂਚੀ ਦੇ ਵਿੱਚ ਰਾਜ ਸਭਾ ਦੇ ਵਿੱਚ ਸੀਟਾਂ ਕਿਹੜੇ ਰਾਜ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣਗੀਆਂ ਇਹ ਦੱਸਿਆ ਗਿਆ ਹੈ। ਪੰਜਵੀਂ ਅਤੇ ਛੇਵੀਂ ਅਨੁਸੂਚੀ ਦੋਨੋਂ ਟਰਾਈਬਲ ਏਰੀਆਜ਼ ਦੇ ਨਾਲ ਰਿਲੇਟਡ ਨੇ, ਅਨੁਸੂਚਿਤ ਖੇਤਰਾਂ ਦੇ ਨਾਲ। ਪੰਜਵੀਂ ਅਨੁਸੂਚੀ ਦੇ ਵਿੱਚ ਤਾਂ ਬਾਕੀ ਸਾਰੇ ਇਲਾਕਿਆਂ ਨੂੰ ਮੈਂਸ਼ਨ ਕਰਿਆ ਗਿਆ ਹੈ, ਪਰ ਸਿਰਫ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਦੇ ਇਲਾਕਿਆਂ ਨੂੰ ਸ਼ਾਮਿਲ ਨਹੀਂ ਕਰਿਆ ਗਿਆ। ਇਹਨਾਂ ਚਾਰਾਂ ਹੀ ਸਟੇਟਾਂ ਦੇ ਇਲਾਕਿਆਂ ਨੂੰ 6ਵੀਂ ਅਨੁਸੂਚੀ ਦੇ ਵਿੱਚ ਸ਼ਾਮਿਲ ਕਰਿਆ ਗਿਆ, मतलब ਇਹਨਾਂ ਦਾ ਪ੍ਰਸ਼ਾਸਨ ਕਿਹੜੇ ਹਿਸਾਬ ਨਾਲ ਚਲਾਉਣਾ ਉਹ 6ਵੀਂ ਅਨੁਸੂਚੀ 'ਚ ਲਿਖਿਆ ਗਿਆ, ਠੀਕ ਹੈ ਜੀ। 7ਵੀਂ ਅਨੁਸੂਚੀ ਦੇ ਵਿੱਚ 3 ਲਿਸਟਾਂ ਨੇ, ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਸੰਘ ਸੂਚੀ ਹੈ ਜਿਹੜੀ ਕਨਕਰੈਂਟ ਲਿਸਟ ਹੈ ਜਿਹੜੀ ਉਹ ਅਸੀਂ ਕਿਹੜੇ ਦੇਸ਼ ਤੋਂ ਲਈ ਸੀ, ਉਹ
ਉਹ ਅਸੀਂ ਲਈ ਸੀ ਆਸਟ੍ਰੇਲੀਆ ਤੋਂ। ਠੀਕ ਹੈ ਜੀ। ਇਹਦੇ ਵਿੱਚ 3 ਲਿਸਟਾਂ ਨੇ, ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕਨਕਰੈਂਟ ਲਿਸਟ। ਠੀਕ ਹੈ ਜੀ। ਉਸ ਤੋਂ ਬਾਅਦ 8ਵੀਂ ਅਨੁਸੂਚੀ, 7ਵੀਂ ਅਤੇ 8ਵੀਂ ਅਨੁਸੂਚੀ ਮੋਸਟ ਇੰਪੋਰਟੈਂਟ ਨੇ, ਇਹ ਤੁਸੀਂ ਯਾਦ ਪੱਕਾ ਰੱਖਣੀਆਂ ਨੇ। ਠੀਕ ਹੈ। 8ਵੀਂ ਅਨੁਸੂਚੀ ਦੇ ਵਿੱਚ ਮਾਨਤਾ ਪ੍ਰਾਪਤ 22 ਭਾਸ਼ਾਵਾਂ ਨੇ। ਕੋਸ਼ਿਸ਼ ਕਰਾਂਗੇ ਵੀ ਇਹ ਵੀ ਤੁਹਾਨੂੰ ਸਾਰੀਆਂ ਯਾਦ ਕਰਵਾਈਆਂ ਜਾ ਸਕਣ। 3 ਅਨੁਸੂਚੀਆਂ ਦਾ ਸਪੈਸ਼ਲ ਡਿਸਕਸ਼ਨ ਕਰਾਂਗੇ, ਦੂਜੀ, ਤੀਜੀ ਅਤੇ 8ਵੀਂ ਬਾਰੇ। ਠੀਕ ਹੈ। 9ਵੀਂ ਅਨੁਸੂਚੀ ਦੇ ਵਿੱਚ ਇਹ ਲੈਂਡ ਰਿਫਾਰਮ ਨਾਲ ਰਿਲੇਟਡ ਆ, ਕੁਝ ਕਾਨੂੰਨ ਬਣਾ ਕੇ ਮਤਲਬ ਲੈਂਡ ਰਿਫਾਰਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਠੀਕ ਆ, ਲੈਂਡ ਰਿਫਾਰਮਸ। ਅਤੇ ਉਸ ਤੋਂ ਬਾਅਦ 10ਵੀਂ ਅਨੁਸੂਚੀ ਦਲ ਬਦਲ ਨਾਲ ਸੰਬੰਧਿਤ ਆ। 11ਵੀਂ ਅਨੁਸੂਚੀ ਪੰਚਾਇਤੀ ਰਾਜ ਨਾਲ ਅਤੇ 12ਵੀਂ ਅਨੁਸੂਚੀ ਜਿਹੜੀ ਉਹ ਨਗਰ ਪਾਲਿਕਾਵਾਂ ਨਾਲ ਰਿਲੇਟਡ ਆ। ਠੀਕ ਹੈ ਜੀ। ਕੋਸ਼ਿਸ਼ ਕਰਦੇ ਹਾਂ ਅੱਗੇ ਕਿ ਤੁਹਾਡੇ ਇਹ ਦਿਮਾਗ 'ਚ ਬੈਠ ਸਕਣ। ਮੂਲ ਰੂਪ ਦੇ ਵਿੱਚ ਤਾਂ 8 ਅਨੁਸੂਚੀਆਂ ਸੀ, ਬਾਅਦ ਦੇ ਵਿੱਚ ਜਿਹੜੀਆਂ 4 ਅਨੁਸੂਚੀਆਂ ਨੇ ਜੋੜੀਆਂ ਗਈਆਂ ਸੀ। ਪਹਿਲੀ ਅਨੁਸੂਚੀ ਪਹਿਲੇ ਸੰਵਿਧਾਨ ਸੰਸ਼ੋਧਨ ਨਾਲ 1951 'ਚ ਜੋੜ ਦਿੱਤੀ ਗਈ ਸੀ। ਠੀਕ ਹੈ ਜੀ। 9ਵੀਂ ਅਨੁਸੂਚੀ, ਅਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰ ਜਿਹੜੀ ਨਵੀਂ ਅਨੁਸੂਚੀ ਐਡ ਕਰੀ ਗਈ ਸੀ ਉਹ 52ਵੇਂ ਸੰਵਿਧਾਨ ਸੰਸ਼ੋਧਨ ਨਾਲ 10ਵੀਂ ਅਨੁਸੂਚੀ ਐਡ ਕਰੀ ਗਈ ਸੀ 1985 ਦੇ ਵਿੱਚ। ਤੀਜੀ ਮਤਲਬ ਜਿਸ ਟਾਈਮ ਤੀਸਰਾ ਸੰਸ਼ੋਧਨ ਕੀਤਾ ਗਿਆ ਅਨੁਸੂਚੀਆਂ ਦੇ ਵਿੱਚ, ਤਾਂ 73ਵੇਂ ਸੰਵਿਧਾਨ ਸੰਸ਼ੋਧਨ ਨਾਲ 1993 ਦੇ ਵਿੱਚ 11ਵੀਂ ਅਨੁਸੂਚੀ ਜੋੜੀ ਗਈ ਸੀ, ਅਤੇ 74ਵੇਂ ਸੰਵਿਧਾਨ ਸੰਸ਼ੋਧਨ ਨਾਲ 1992 ਦੇ ਵਿੱਚ ਹੀ 12ਵੀਂ ਅਨੁਸੂਚੀ ਜੋੜੀ ਗਈ ਸੀ। 11ਵੀਂ ਦੇ ਵਿੱਚ ਪੰਚਾਇਤੀ ਰਾਜ ਅਤੇ 12ਵੀਂ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨਸ ਨੇ, ਨਗਰ ਪਾਲਿਕਾਵਾਂ ਨੇ, ਉਹਨਾਂ ਬਾਰੇ ਇਹਦੇ ਵਿੱਚ ਡਿਸਕਸ਼ਨ ਕਰੀ ਗਈ ਹੈ। ਠੀਕ ਹੈ ਜੀ। ਚੱਲਦੇ ਅੱਗੇ। ਆਹ ਟ੍ਰਿਕ ਇਹ ਬੇਸਿਕਲੀ ਗੂਗਲ 'ਤੇ ਬਹੁਤ ਜ਼ਿਆਦਾ ਤੁਹਾਨੂੰ ਕਿਤੇ ਵੀ ਦੇਖੋਗੇ ਮਿਲ ਜਾਂਦੀ ਹੈ, ਟੀਅਰਸ ਆਫ ਓਲਡ PM। ਜੇ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਇਹਦਾ ਪਤਾ ਹੈ ਫਿਰ ਤਾਂ ਤੁਸੀਂ ਸ਼ਾਇਦ ਇਹਦੇ ਨਾਲ ਕੁਝ ਬਣਾ ਸਕੋ ਅਨੁਸੂਚੀਆਂ ਬਾਰੇ। ਟੀ ਮਤਲਬ ਟੈਰੀਟੋਰੀਅਲ ਪਹਿਲੀ ਅਨੁਸੂਚੀ ਦੇ ਵਿੱਚ, ਏ ਅਤੇ ਦੂਜੀ ਦੇ ਵਿੱਚ ਇਮੋਲਮੈਂਟਸ ਮਤਲਬ ਉਹਦੇ ਜਿਹੜੇ ਵੇਤਨ ਭੱਤੇ ਹੁੰਦੇ ਨੇ। ਠੀਕ ਹੈ ਜੀ। ਤੀਸਰੀ ਦੇ ਵਿੱਚ ਓਥ ਐਂਡ ਅਫਰਮੇਸ਼ਨ ਆ, ਏ ਮਤਲਬ ਅਫਰਮੇਸ਼ਨ, ਆਰ ਮਤਲਬ ਰਾਜ ਸਭਾ ਚੌਥੀ। 5ਵੀਂ ਦੇ ਵਿੱਚ ਐਸ ਮਤਲਬ ਸ਼ਡਿਊਲਡ ਏਰੀਆਜ਼। 6ਵੀਂ ਆ ਜਿਹੜੀ ਇਹਦੇ ਵਿੱਚ ਅਦਰ ਸ਼ਡਿਊਲ ਏਰੀਆਜ਼ ਆ ਗਏ, ਜਿਹੜਾ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ, ਇਹ 4 ਸਟੇਟਾਂ ਇਹ ਤੁਸੀਂ ਯਾਦ ਰੱਖਣੀਆਂ ਨੇ। ਇਹ ਤੁਸੀਂ ATM M ਕਰਕੇ ਵੀ ਯਾਦ ਰੱਖ ਸਕਦੇ ਹੋ, ਮਾਈ ATM ਮਤਲਬ ATM ਵੀ ਯਾਦ ਰੱਖ ਸਕਦੇ ਹੋ। ਇਹ 4 ਸਟੇਟਾਂ 6ਵੀਂ ਅਨੁਸੂਚੀ ਦੇ ਵਿੱਚ ਐਡ ਕੀਤੀਆਂ ਗਈਆਂ ਨੇ। 7ਵੀਂ ਅਨੁਸੂਚੀ ਆ ਫੈਡਰਲ ਪ੍ਰੋਵੀਜ਼ਨ, ਮਤਲਬ ਕਿ ਪਾਵਰਸ ਡਿਸਟਰੀਬਿਊਟ ਕਰੀਆਂ ਗਈਆਂ ਨੇ, ਮਤਲਬ ਸੈਂਟਰ ਨੂੰ ਅੱਡ ਅਤੇ ਸਟੇਟ ਨੂੰ ਅਲੱਗ ਪਾਵਰ ਦਿੱਤੀਆਂ ਗਈਆਂ ਨੇ। ਉਹ ਮਤਲਬ ਆਫੀਸ਼ੀਅਲ ਲੈਂਗੁਏਜਸ 8ਵੀਂ 'ਚ ਆ। ਠੀਕ ਆ। 9ਵੀਂ ਦੇ ਵਿੱਚ ਲੈਂਡ ਰਿਫਾਰਮਸ, L ਮਤਲਬ ਲੈਂਡ ਰਿਫਾਰਮਸ। ਠੀਕ ਆ। 10ਵੀਂ ਡੀ ਮਤਲਬ ਡਿਫੈਕਸ਼ਨ ਨਹੀਂ, ਅਸਲ ਦੇ ਵਿੱਚ ਇਹ ਐਂਟੀ ਡਿਫੈਕਸ਼ਨ ਆ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ 11ਵੇਂ ਦੇ ਵਿੱਚ ਪੰਚਾਇਤੀ ਰਾਜ ਆ ਗਿਆ ਅਤੇ 12ਵੇਂ ਦੇ ਵਿੱਚ ਮਿਊਨਿਸਪੈਲਿਟੀਜ਼ ਆ ਗਿਆ। ਠੀਕ ਹੈ। ਇਹ ਟ੍ਰਿਕ ਨਾਲ ਯਾਦ ਰਹੇਗਾ ਤਾਂ ਵਧੀਆ ਗੱਲ ਹੈ ਵੈਸੇ, ਪਰ ਜੇ ਤੁਸੀਂ ਐਵੇਂ ਇੱਕ ਸੀਕੁਐਂਸ ਬਣਾ ਕੇ ਯਾਦ ਰੱਖੋ ਤਾਂ ਤੁਹਾਨੂੰ ਜ਼ਿਆਦਾ ਵਧੀਆ ਲੱਗਣਾ। ਦੇਖੋ ਵੀ ਪਹਿਲਾਂ ਇੱਕ ਰਾਜ ਬਣਾਇਆ, ਦੇਖੋ ਪਹਿਲਾਂ ਇੱਕ ਰਾਜ ਬਣਾਇਆ। ਠੀਕ ਹੈ ਜੀ। ਉਸ ਤੋਂ ਬਾਅਦ ਰਾਜ ਬਣਾ ਕੇ ਕੀ ਕਰਿਆ, ਵੇਤਨ ਉੱਤੇ ਅਸੀਂ ਉਹਨੂੰ ਚਲਾਉਣ ਵਾਸਤੇ ਬੰਦੇ ਰੱਖ ਲਏ, ਮਤਲਬ ਕਿ ਅਪੋਇੰਟ ਕਰਤੇ ਆਫੀਸ਼ੀਅਲਸ ਜਿਹੜੇ ਇਹਨੂੰ ਚਲਾਉਣਗੇ। ਕਾਹਦੇ 'ਤੇ? ਤਨਖਾਹ 'ਤੇ। ਦੂਜੇ ਦੇ ਵਿੱਚ ਵੇਤਨ ਭੱਤਾ। ਤਾਂ ਫਿਰ ਦਿਮਾਗ 'ਚ ਆਇਆ ਵੀ ਕਿਤੇ ਤਨਖਾਹ ਲੈ ਕੇ ਭੱਜ ਨਾ ਜਾਣ, ਇਹਨਾਂ ਨੂੰ ਸਹੁੰ ਤਾਂ ਖਵਾ ਲਓ। ਤੀਜੀ ਅਨੁਸੂਚੀ ਦੇ ਵਿੱਚ ਅਸੀਂ ਇਹਨਾਂ ਨੂੰ ਸਹੁੰ ਖਵਾ ਲਈ। ਚੌਥੀ ਅਨੁਸੂਚੀ 'ਚ ਕਹਿੰਦੇ ਯਾਰ ਇਕੱਲੇ ਕਿਵੇਂ ਸ਼ਾਸਨ ਚਲਾਉਣਗੇ ਉਹ। ਠੀਕ ਹੈ ਵੀ ਅਲੱਗ-ਅਲੱਗ ਰਾਜਾਂ ਤੋਂ ਬੰਦੇ ਭੇਜ ਦਿਓ। ਠੀਕ ਆ। ਰਾਜ ਸਭਾ ਦੇ ਵਿੱਚ ਅਲੱਗ-ਅਲੱਗ ਰਾਜਾਂ ਤੋਂ ਅਸੀਂ ਬੰਦੇ ਬੁਲਾ ਲਏ। ਠੀਕ ਹੈ ਜੀ। ਪਹਿਲੀ 'ਚ ਰਾਜ ਬਣਾ ਲਿਆ, ਦੂਜੀ 'ਚ ਉਹਨਾਂ ਨੂੰ ਵੇਤਨ ਭੱਤੇ ਦੇਤੇ, ਤੀਜੀ 'ਚ ਉਹਨਾਂ ਨੂੰ ਸਹੁੰ ਖਵਾਤੀ, ਅਤੇ ਚੌਥੀ ਦੇ ਵਿੱਚ ਰਾਜਾਂ ਤੋਂ ਬੰਦੇ ਬੁਲਾ ਲਏ। ਉਸ ਤੋਂ ਬਾਅਦ ਜਿਹੜੀਆਂ 5ਵੀਂ ਅਤੇ 6ਵੀਂ ਅਨੁਸੂਚੀ ਹੈ ਇਹ ਰਿਲੇਟਡ ਨੇ ਟਰਾਈਬਲ ਏਰੀਆਜ਼ ਦੇ ਨਾਲ। ਇਹ ਮੋਸਟ ਇੰਪੋਰਟੈਂਟ ਨੇ ਕਿਉਂਕਿ 5ਵੀਂ ਦੇ ਵਿੱਚ ਤਾਂ ਜਿਹੜੇ ਦੇਸ਼ ਦੇ ਬਾਕੀ ਟਰਾਈਬਲ ਏਰੀਆਜ਼ ਨੇ ਉਹਨਾਂ ਨੂੰ ਮੈਂਸ਼ਨ ਕਰੇਗਾ। 6ਵੀਂ ਦੇ ਵਿੱਚ ਸਿਰਫ 4 ਸਟੇਟਾਂ ਨੇ ਜਿਨ੍ਹਾਂ ਨੂੰ ਮੈਂਸ਼ਨ ਕੀਤਾ ਗਿਆ ਹੈ। ਉਹ ਕਿਹੜੀਆਂ ਨੇ? ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ। ਠੀਕ ਹੈ। ਉਸ ਤੋਂ ਬਾਅਦ 7ਵੀਂ ਦੇ ਵਿੱਚ ਸਮਵਰਤੀ ਸੂਚੀ ਆ, ਜਿਹੜਾ ਸਮਕਾਲੀ ਮਤਲਬ ਸਮਵਰਤੀ ਸੂਚੀ ਹੈ। ਠੀਕ ਹੈ ਜੀ। ਇਹ ਕਨਫਿਊਜ਼ ਨਾ ਹੋਇਓ ਤੋਂ। 7 ਸਮਵਰਤੀ ਸੂਚੀ। ਠੀਕ ਆ। ਸਮਵਰਤੀ ਮਤਲਬ ਇਹਦੇ ਵਿੱਚ 3 ਸੂਚੀਆਂ ਨੇ, ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੂਚੀ। 8ਵੇਂ ਦੇ ਵਿੱਚ ਮਾਨਤਾ ਪ੍ਰਾਪਤ 8 ਭਾਸ਼ਾਵਾਂ ਨੇ, ਇਹ ਤੁਹਾਨੂੰ ਯਾਦ ਰੱਖਣਾ ਪੈਣਾ। 9ਵਾਂ ਮਤਲਬ ਵੀ ਨੌ ਮਤਲਬ ਨੋ। ਸਰਕਾਰ ਨੇ ਕੁਝ ਕਾਨੂੰਨ ਬਣਾਏ ਲੈਂਡ ਰਿਫਾਰਮਸ ਵਾਸਤੇ, ਤਾਂ ਜਿਹੜੇ ਮਜ਼ਦੂਰ ਸੀ, ਜਿਹੜੇ ਕਿਸਾਨ ਸੀ, ਉਹਨਾਂ ਨੇ ਕੀ ਕਿਹਾ ਵੀ ਨੋ, ਸਾਡੀ ਜ਼ਮੀਨ ਨਾਲ ਛੇੜਛਾੜ ਨਹੀਂ ਕਰਨੀ। ਨੋ ਮਤਲਬ 9ਵੀਂ ਲੈਂਡ ਰਿਫਾਰਮ ਨਾਲ ਰਿਲੇਟਡ ਆ। 10 ਮਤਲਬ ਦਲ ਬਦਲ। ਠੀਕ ਹੈ ਜੀ। 10 ਦਲ ਬਦਲ ਨਾਲ ਰਿਲੇਟਡ ਆ। ਉਸ ਤੋਂ ਬਾਅਦ 11ਵੀਂ ਪੰਚਾਇਤਾਂ ਨਾਲ ਅਤੇ 12ਵੀਂ ਨਗਰ ਪਾਲਿਕਾਵਾਂ ਨਾਲ। ਪੰਚਾਇਤਾਂ ਪਹਿਲਾਂ, ਨਗਰ ਪਾਲਿਕਾਵਾਂ ਬਾਅਦ 'ਚ। ਪਹਿਲਾਂ ਪਿੰਡਾਂ ਨੂੰ ਦੇਖਿਆ ਗਿਆ, ਉਸ ਤੋਂ ਬਾਅਦ ਸ਼ਹਿਰਾਂ ਨੂੰ ਦੇਖਿਆ ਗਿਆ। ਠੀਕ ਹੈ ਜੀ। ਪਹਿਲਾਂ ਪਿੰਡਾਂ ਨੂੰ, ਫਿਰ ਸ਼ਹਿਰਾਂ ਨੂੰ ਦੇਖਿਆ ਗਿਆ। ਜਿਵੇਂ ਮਰਜ਼ੀ ਕਰਕੇ ਤੁਹਾਨੂੰ ਯਾਦ ਹੋਣਾ ਚਾਹੀਦਾ। ਇਹ ਕੋਸ਼ਿਸ਼ ਕਰਿਓ ਵੀ 1-2 ਵਾਰ ਇਹਨਾਂ ਨੂੰ ਰਿਵਾਈਜ਼ ਕਰ ਲਿਓ, ਤੁਹਾਡੇ ਦਿਮਾਗ 'ਚ ਇਹ ਬੈਠ ਜਾਣਗੀਆਂ। ਠੀਕ ਹੈ ਜੀ। ਬਾਕੀ ਆਹ ਟ੍ਰਿਕ ਦੇਖ ਲਓ, ਜੇ ਤੁਹਾਨੂੰ ਠੀਕ ਲੱਗਦੀ ਹੈ ਤਾਂ ਠੀਕ ਆ, ਵਧੀਆ। ਬਾਕੀ ਚੱਲਦੇ ਅੱਗੇ। ਆ ਵੀ ਉਹੀ ਹੈ।
50 ਈਅਰਸ ਆਫ 올ਡ PM। ਹੁਣ ਕੁਛ ਜਿਹੜਾ ਇਹਦੇ ਵਿੱਚ ਡਿਸਕਸ ਕਰਨ ਵਾਲਾ ਹੈ, ਇੱਕ ਤਾਂ ਦੂਜਾ ਸ਼ਡਿਊਲ ਹੈ। ਦੂਜੇ ਸ਼ਡਿਊਲ ਦੇ ਵਿੱਚ ਲਿਖਿਆ ਗਿਆ ਸੀ ਵੇਤਨ ਅਤੇ ਭੱਤੇ। ਕਿਹਦੇ ਵੇਤਨ ਅਤੇ ਭੱਤੇ, ਕਿਹੜੇ ਆਫੀਸ਼ੀਅਲਸ ਸੀ ਜਿਨ੍ਹਾਂ ਦੇ ਵੇਤਨ ਭੱਤਿਆਂ ਦੀ ਗੱਲ ਕੀਤੀ ਗਈ ਸੀ। ਦੇਖੋ ਇਹਦੇ ਵਿੱਚ ਸੈਂਟਰ ਅਤੇ ਸਟੇਟ ਦੋਨਾਂ ਦੇ ਨੇ, ਠੀਕ ਹੈ ਜੀ, ਸੈਂਟਰ ਅਤੇ ਸਟੇਟ। ਜੇ ਤੁਸੀਂ ਇਹਨੂੰ ਕਨੈਕਟ ਕਰਕੇ ਮਤਲਬ ਇੱਕ ਦੂਜੇ ਨਾਲ ਕੰਪੇਅਰ ਕਰਕੇ ਦੇਖੋਗੇ ਤਾਂ ਤੁਹਾਨੂੰ ਜ਼ਿਆਦਾ ਵਧੀਆ ਰਹਿਣਾ, ਕਿਉਂਕਿ ਸੈਂਟਰ ਦੇ ਇਹਦੇ ਵਿੱਚ ਪ੍ਰੈਜ਼ੀਡੈਂਟ ਆ, ਉਸ ਤੋਂ ਬਾਅਦ ਲੋਕ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ, ਰਾਜ ਸਭਾ ਦਾ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਅਤੇ ਸੁਪਰੀਮ ਕੋਰਟ ਦੇ ਜੱਜ, ਠੀਕ ਹੈ ਜੀ। ਇਹ 4 ਸੈਂਟਰ ਦੇ ਹੋ ਗਏ, ਰਾਸ਼ਟਰਪਤੀ, ਲੋਕ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ, ਰਾਜ ਸਭਾ ਦਾ ਚੇਅਰਮੈਨ ਅਤੇ ਡਿਪਟੀ ਸਪੀਕਰ ਅਤੇ ਸੁਪਰੀਮ ਕੋਰਟ ਦੇ ਜੱਜ। ਉਸੇ ਤਰ੍ਹਾਂ ਹੀ ਸਟੇਟ ਦੇ ਕਿਹੜੇ ਆ ਗਏ, ਸਟੇਟ ਦਾ ਰਾਜਪਾਲ ਆ ਗਿਆ, ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਵਿਧਾਨ ਪਰਿਸ਼ਦ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਅਤੇ ਹਾਈ ਕੋਰਟਾਂ ਦੇ ਜੱਜ, ਠੀਕ ਹੈ। ਇੱਕ ਦੂਜੇ ਨਾਲ ਕੰਪੇਅਰ ਹੋ ਗਿਆ, ਲਿੰਕ ਹੋ ਗਿਆ ਨਾ, ਠੀਕ ਹੈ ਜੀ। ਇਹ ਸਾਰਿਆਂ ਨੂੰ ਤੁਸੀਂ ਇੱਕ ਵਾਰੀ ਦੇਖ ਲਿਓ, ਤੁਹਾਡੇ ਦਿਮਾਗ 'ਚ ਸੌਖੀ ਬੈਠ ਜਾਣੇ। ਪ੍ਰੈਜ਼ੀਡੈਂਟ ਹੋ ਗਿਆ, ਰਾਜਾਂ ਦੇ ਰਾਜਪਾਲ ਹੋ ਗਏ, ਲੋਕ ਸਭਾ ਦੇ ਸਪੀਕਰ ਡਿਪਟੀ ਸਪੀਕਰ ਹੋ ਗਏ, ਰਾਜਾਂ ਦੇ ਚੇਅਰਮੈਨ ਮਤਲਬ ਰਾਜ ਸਭਾ ਦੇ, ਰਾਜਾਂ ਸਭਾ ਨਹੀਂ ਸੌਰੀ ਇਹ ਰਾਜ ਸਭਾ, ਠੀਕ ਹੈ ਜੀ। ਰਾਜ ਸਭਾ ਦੇ ਚੇਅਰਮੈਨ ਡਿਪਟੀ ਚੇਅਰਮੈਨ ਹੋ ਗਏ, ਸੁਪਰੀਮ ਕੋਰਟ ਦੇ ਜੱਜ ਹੋ ਗਏ, ਵਿਧਾਨ ਸਭਾ ਦੇ ਸਪੀਕਰ ਦੇ ਡਿਪਟੀ ਸਪੀਕਰ ਹੋ ਗਏ। ਐਵੇਂ ਵਿਧਾਨ ਪਰਿਸ਼ਦਾਂ ਨੇ ਜਿਹੜੀਆਂ ਉਹਨਾਂ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਹੋ ਗਏ। ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਤਾਂ ਹੁਣ ਤੁਹਾਨੂੰ ਪਤਾ ਹੀ ਹੋਣਾ, ਵਿਧਾਨ ਸਭਾਵਾਂ ਸਟੇਟ ਦੇ ਵਿੱਚ ਹੁੰਦੀਆਂ ਨੇ, ਠੀਕ ਆ। ਵਿਧਾਨ ਪਰਿਸ਼ਦ ਸਾਰੀਆਂ ਸਟੇਟਾਂ ਦੇ ਵਿੱਚ ਤਾਂ ਹੈ ਨਹੀਂ, ਟੋਟਲ 6 ਸਟੇਟਾਂ ਐਵੇਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਵਿਧਾਨ ਪਰਿਸ਼ਦ ਹੈ। ਹੋ ਸਕਿਆ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਿਓ ਕਿ ਉਹ ਕਿਹੜੀਆਂ 6 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਵਿਧਾਨ ਪਰਿਸ਼ਦ ਇਸ ਟਾਈਮ ਮੌਜੂਦ ਹੈ। ਇਹ ਵੀ ਲਿਖ ਕੇ ਜ਼ਰੂਰ ਦੱਸਿਓ ਕਿ ਜਿਹੜੀ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਹੈ, ਮਤਲਬ ਵਿਧਾਨ ਸਭਾ ਹੈ ਪੰਜਾਬ ਦੀ, ਉਹਦੇ ਵਿੱਚ ਕਿੰਨੀਆਂ ਸੀਟਾਂ ਨੇ, ਪੰਜਾਬ ਦੀਆਂ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ ਅਤੇ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਨੇ, ਠੀਕ ਹੈ ਜੀ। ਚੱਲਦੇ ਅੱਗੇ। ਤੀਜੇ ਸ਼ਡਿਊਲ ਦੇ ਵਿੱਚ ਕਸਮ ਖਵਾਉਣ ਬਾਰੇ ਕਿਹਾ ਗਿਆ ਸੀ, ਓਥ ਐਂਡ ਅਫਰਮੇਸ਼ਨ। ਕਿਹਦੇ ਬਾਰੇ ਇਹਦੇ ਵਿੱਚ ਡਿਸਕਸ ਕਰੀ ਗਈ ਆ। ਇਹਨੂੰ ਵੀ ਤੁਸੀਂ ਸੈਂਟਰ ਅਤੇ ਸਟੇਟ ਨਾਲ ਲਿੰਕ ਕਰਕੇ ਚੱਲਿਓ। ਬਹੁਤ ਜ਼ਿਆਦਾ ਦੇਖਣ ਨੂੰ ਲੱਗਦੇ ਨੇ, 7-8 ਲਿਖੇ ਹੋਏ ਨੇ, ਪਰ ਇਹ ਇੰਨੇ ਜ਼ਿਆਦਾ ਨਹੀਂ। ਦੇਖੋ ਸੈਂਟਰ ਦੇ ਇਹਦੇ ਵਿੱਚ ਜਿੰਨੇ ਮੰਤਰੀ ਨੇ ਉਹ ਹੋ ਗਏ, ਚਾਹੇ ਕੋਈ ਰਕਸ਼ਾ ਮੰਤਰੀ ਹੈ, ਚਾਹੇ ਕੋਈ ਡਿਫੈਂਸ ਤੁਹਾਡਾ ਫਾਈਨੈਂਸ ਮਿਨਿਸਟਰ ਆ, ਉਹ ਸਾਰੇ ਮੰਤਰੀ ਹੋ ਜਾਣਗੇ। ਉਸ ਤੋਂ ਬਾਅਦ ਸੰਸਦ ਦੇ ਜਿਹੜੇ ਚੋਣ ਵਾਲੇ ਉਮੀਦਵਾਰ ਨੇ, ਸੰਸਦ ਦੇ ਮਤਲਬ ਲੋਕ ਸਭਾ ਦੇ ਵੀ ਅਤੇ ਰਾਜ ਸਭਾ ਦੇ ਵੀ। ਉਸ ਤੋਂ ਬਾਅਦ MPs ਜਿੰਨੇ ਵੀ ਨੇ, ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ, ਠੀਕ ਹੈ। ਕੰਪਟਰੋਲਰ ਅਤੇ ਆਡੀਟਰ ਜਨਰਲ, CAG ਕਹਿੰਦਾ ਜਿਹਨੂੰ, ਠੀਕ ਆ। ਇਹ ਤਾਂ ਹੋ ਗਏ ਯੂਨੀਅਨ ਦੇ, ਠੀਕ ਹੈ ਜੀ। ਯੂਨੀਅਨ ਦੇ ਕਿਹੜੇ ਮੇਨਲੀ ਹੋ ਗਏ, ਮੰਤਰੀ ਹੋ ਗਏ ਉਹਨਾਂ ਦੇ, ਸੰਸਦ ਦੇ ਚੋਣ ਵਾਲੇ ਮੈਂਬਰ ਹੋ ਗਏ, ਸੰਸਦ ਦੇ ਮੈਂਬਰ ਹੋ ਗਏ MPs ਮਤਲਬ, ਅਤੇ ਸੁਪਰੀਮ ਕੋਰਟ ਦੇ ਜੱਜ। ਉਹੀ ਹੁਣ ਅੱਗੇ ਸਟੇਟ ਦੇ ਵਿੱਚ ਆ ਗਏ, ਰਾਜ ਦੇ ਜਿਹੜੇ ਮੰਤਰੀ ਹੁੰਦੇ ਨੇ ਸਾਰੇ ਉਹ ਹੋ ਗਏ, ਵਿਧਾਨ ਸਭਾ ਦੇ ਜਿਹੜੇ ਚੋਣ ਵਾਲੇ ਉਮੀਦਵਾਰ ਨੇ ਉਹ ਹੋ ਗਏ, ਉਸ ਤੋਂ ਬਾਅਦ ਵਿਧਾਨ ਸਭਾ ਦੇ ਮੈਂਬਰਸ ਨੇ ਜਿੰਨੇ ਉਹ ਹੋ ਗਏ, ਅਤੇ ਹਾਈ ਕੋਰਟ ਦੇ ਜੱਜਸ ਹੋ ਗਏ। ਇਹਨਾਂ ਸਾਰਿਆਂ ਨੂੰ ਸਹੁੰ ਖਵਾਉਣ ਦਾ ਜਿਹੜਾ ਓਥ ਐਂਡ ਅਫਰਮੇਸ਼ਨ ਦੀ ਜਿਹੜੀ ਡਿਸਕਸ ਕਰੀ ਗਈ ਆ, ਉਹ ਸ਼ਡਿਊਲ ਤੀਜੇ ਦੇ ਵਿੱਚ ਕਰੀ ਗਈ ਆ, ਠੀਕ ਹੈ ਜੀ। ਹੁਣ ਇੱਕ ਜਿਹੜਾ ਸਾਰਿਆਂ ਤੋਂ ਮੇਨ ਦੂਸਰਾ ਅਸੀਂ ਸ਼ਡਿਊਲ ਜਿਹੜਾ ਡਿਸਕਸ ਕਰਨਾ ਹੈ ਉਹ ਹੈ ਸ਼ਡਿਊਲ ਨੰਬਰ 8, ਠੀਕ ਹੈ। 22 ਭਾਸ਼ਾਵਾਂ ਦੇ ਵਿੱਚ ਬਹੁਤ ਜ਼ਿਆਦਾ ਲੈਂਥੀ ਹੈ ਵੈਸੇ, ਪਰ ਕੋਸ਼ਿਸ਼ ਕਰ ਲਿਓ ਜੇ ਤਾਂ ਤੁਸੀਂ ਇਹਨੂੰ ਸੀਕੁਐਂਸ ਵਾਈਜ਼ ਯਾਦ ਕਰਨਾ, ਮਤਲਬ A ਫਿਰ B ਤੇ ਫਿਰ C D ਤੇ, ਉਹ ਸਾਰਾ ਇਹਦੇ ਵਿੱਚ ਦਿੱਤਾ ਹੋਇਆ, ਠੀਕ ਹੈ ਜੀ। ਦੇਖ ਲਓ ਅਸਾਮੀ, ਬੰਗਾਲੀ, B ਤੇ ਬੰਗਾਲੀ ਹੋ ਗਈ, ਬੋਡੋ ਹੋ ਗਈ, ਉਸ ਤੋਂ ਬਾਅਦ C ਤੇ ਕੋਈ ਵੀ ਨਹੀਂ, D ਤੇ ਡੋਗਰੀ ਹੋ ਗਈ, ਠੀਕ ਹੈ। E F G ਕੋਈ ਵੀ ਨਹੀਂ, G ਤੇ ਗੁਜਰਾਤੀ ਹੋ ਗਈ, ਹਿੰਦੀ ਕੰਨੜਾ ਹੋ ਗਈ, ਅਤੇ ਉਸ ਤੋਂ ਬਾਅਦ ਕਸ਼ਮੀਰੀ ਹੋ ਗਈ, ਕੋਂਕਣੀ ਹੋ ਗਈ, ਮੈਥਿਲੀ ਹੋ ਗਈ, ਮਲਿਆਲਮ, ਮੈਤੇਲ ਨਹੀਂ ਇਹ ਮੈਤੇਈ ਆ, ਆਈ ਹੈ, ਠੀਕ ਹੈ। ਇਹ ਤੁਸੀਂ ਦੇਖ ਲਿਓ, ਅਤੇ ਮਣੀਪੁਰੀ ਵੀ ਕਹਿੰਦੇ ਨੇ ਇਹਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਮਰਾਠੀ ਹੋ ਗਈ, ਨੇਪਾਲੀ ਹੋ ਗਈ, ਓਡੀਆ ਹੋ ਗਈ, ਪੰਜਾਬੀ, ਸੰਸਕ੍ਰਿਤ, ਸੰਥਾਲੀ, ਸਿੰਧੀ, ਤਾਮਿਲ ਅਤੇ ਤੇਲਗੂ। ਇੱਕ ਤਾਂ ਇਹਨੂੰ ਯਾਦ ਕਰਨ ਦਾ ਤਰੀਕਾ ਇਹ ਹੋ ਸਕਦਾ। ਦੂਸਰਾ, ਜਿਹੜੇ ਬੱਚਿਆਂ ਨੂੰ ਮੈਪ ਬਾਰੇ ਥੋੜ੍ਹੀ ਜਿਹੀ ਨੌਲੇਜ ਹੈ, ਉਹ ਇਸ ਤਰੀਕੇ ਨਾਲ ਵੀ ਇਹਨੂੰ ਸਮਝ ਸਕਦੇ ਨੇ। ਜੰਮੂ ਕਸ਼ਮੀਰ ਦੇ ਵਿੱਚ 3 ਲੈਂਗੁਏਜਸ ਨੇ ਜਿਨ੍ਹਾਂ ਨੂੰ ਆਫੀਸ਼ੀਅਲ ਲੈਂਗੁਏਜ ਵਿੱਚ ਐਡ ਕੀਤਾ ਗਿਆ, ਉਰਦੂ, ਕਸ਼ਮੀਰੀ ਅਤੇ ਡੋਗਰੀ। ਉਸ ਤੋਂ ਬਾਅਦ ਪੰਜਾਬ ਦੀ ਪੰਜਾਬੀ ਹੋ ਗਈ। ਗੁਜਰਾਤ ਦੀਆਂ 2 ਲੈਂਗੁਏਜਸ ਨੇ, ਸਿੰਧੀ ਅਤੇ ਗੁਜਰਾਤੀ। ਮਹਾਰਾਸ਼ਟਰ ਦੀ ਮਰਾਠੀ, ਗੋਆ ਦੀ ਕੋਂਕਣੀ, ਕੰਨੜਾ ਕਰਨਾਟਕਾ ਦੀ ਹੈ, ਮਲਿਆਲਮ ਕੇਰਲਾ ਦੀ ਹੈ, ਠੀਕ ਹੈ। ਤਾਮਿਲਨਾਡੂ ਦੀ ਤਾਮਿਲ ਹੈ, ਤੇਲਗੂ ਹੈ ਜਿਹੜੀ ਇਹ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਹੈ, ਠੀਕ ਹੈ ਜੀ। ਉੜੀਸਾ ਦੀਆਂ 2 ਨੇ, ਓਡੀਆ ਅਤੇ ਸੰਥਾਲੀ। ਵੈਸਟ ਬੰਗਾਲ ਦੀ ਬੰਗਾਲੀ ਹੋ ਗਈ। ਮੈਥਿਲੀ ਬਿਹਾਰ ਦੇ ਵਿੱਚੋਂ ਇਹ। ਨੇਪਾਲੀ ਸਿੱਕਿਮ ਦੀ ਹੋ ਗਈ। ਸੰਸਕ੍ਰਿਤ ਉੱਤਰਾਖੰਡ ਦੀ। ਹਿੰਦੀ ਸੈਂਟਰ ਜ਼ੋਨ ਦੀ ਹੋ ਗਈ, ਠੀਕ ਹੈ ਜੀ। ਅਸਾਮੀ ਅਤੇ ਬੋਡੋ ਦੋਨੋਂ ਅਸਾਮ ਦੀਆਂ ਹੋ ਗਈਆਂ, ਅਤੇ ਮੈਤੇਈ ਹੈ ਜਿਹੜੀ ਇਹ ਮਣੀਪੁਰ ਦੀ ਹੋ ਗਈ। ਮੈਤੇਈ ਨੂੰ ਹੀ ਮਣੀਪੁਰੀ ਵੀ ਕਹਿੰਦੇ ਨੇ, ਠੀਕ ਹੈ ਜੀ। ਇੱਕ ਵਾਰ ਦੁਬਾਰਾ ਦਿਮਾਗ ਦੇ ਵਿੱਚ ਘੁਮਾ ਲਓ ਸਾਰੀਆਂ ਨੂੰ। 3 ਹੋ ਗਈਆਂ ਜੰਮੂ ਕਸ਼ਮੀਰ ਦੀਆਂ, ਕਸ਼ਮੀਰੀ, ਉਰਦੂ ਅਤੇ ਡੋਗਰੀ, ਠੀਕ ਹੈ ਜੀ। ਪੰਜਾਬ ਦੀ ਪੰਜਾਬੀ ਹੋ ਗਈ। ਰਾਜਸਥਾਨ ਅਤੇ ਹਰਿਆਣੇ ਦੀ ਕੋਈ ਵੀ ਲੈਂਗੁਏਜ ਇਹਦੇ ਵਿੱਚ ਐਡ ਨਹੀਂ ਕੀਤੀ ਹੋਈ, ਇਹ ਤੁਸੀਂ ਬਹੁਤ ਕਲੀਅਰਲੀ ਆਪਣੇ ਦਿਮਾਗ ਦੇ ਵਿੱਚ ਰੱਖਿਓ, ਠੀਕ ਹੈ ਜੀ। ਉਸ ਤੋਂ ਬਾਅਦ
ਸਿੰਧੀ ਅਤੇ ਗੁਜਰਾਤੀ ਹੋ ਗਈ, ਕਿਉਂਕਿ ਇਹਨਾਂ ਦੇ ਵਿੱਚ ਹਿੰਦੀ ਨੂੰ ਹੀ ਮਾਨਤਾ ਪ੍ਰਾਪਤ ਹੈ ਕਿ ਇੱਥੇ ਹਿੰਦੀ ਬੋਲੀ ਜਾਂਦੀ ਹੈ। ਮਤਲਬ ਬੇਸ਼ੱਕ ਇਹਨਾਂ ਦੀਆਂ ਅਲੱਗ-ਅਲੱਗ ਲੈਂਗੁਏਜਸ ਨੇ ਬੋਲਣ ਦੀਆਂ, ਪਰ ਇੱਥੇ ਮਾਨਤਾ ਜਿਹੜੀ ਦਿੱਤੀ ਗਈ ਉਹ ਹਿੰਦੀ ਨੂੰ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਸਿੰਧੀ ਅਤੇ ਗੁਜਰਾਤੀ ਹੋ ਗਈ, ਮਰਾਠੀ ਹੋ ਗਈ, ਕੋਂਕਣੀ ਹੋ ਗਈ, ਕੋਂਕਣੀ ਗੋਆ ਦੀ। ਠੀਕ ਹੈ। ਕਰਨਾਟਕਾ ਦੀ ਕੰਨੜਾ, ਮਲਿਆਲਮ ਕੇਰਲਾ ਦੀ। ਆਹ ਤਾਮਿਲਨਾਡੂ ਆ, ਤਾਮਿਲਨਾਡੂ ਦੀ ਹੋ ਗਈ ਤਾਮਿਲ। ਇੱਥੇ ਉੱਪਰ ਵਾਲੀ ਸਾਈਡ ਤੇਲੰਗਾਨਾ, ਨੀਚੇ ਵਾਲੀ ਸਾਈਡ ਆਂਧਰਾ ਪ੍ਰਦੇਸ਼, ਦੋਨਾਂ ਦੀ ਤੇਲਗੂ। ਉੜੀਸਾ ਦੀ ਓਡੀਆ ਅਤੇ ਸੰਥਾਲੀ। ਆਹ ਹੈ ਬੰਗਾਲ, ਬੰਗਾਲ ਦੀ ਬੰਗਾਲੀ। ਠੀਕ ਆ। ਆਹ ਉੱਪਰ ਰਹਿ ਗਿਆ ਬਿਹਾਰ, ਬਿਹਾਰ ਦੀ ਆ ਗਈ ਮੈਥਿਲੀ। ਠੀਕ ਹੈ ਜੀ। ਆਹ ਹੈ ਸਿੱਕਿਮ, ਸਿੱਕਿਮ ਦੀ ਹੋ ਗਈ ਨੇਪਾਲੀ। ਉਸ ਤੋਂ ਬਾਅਦ ਉੱਤਰਾਖੰਡ, ਉੱਤਰਾਖੰਡ ਦੀ ਸੰਸਕ੍ਰਿਤ। ਅਸਾਮ ਦੀਆਂ ਦੋ, ਬੋਡੋ ਅਤੇ ਅਸਾਮੀ, ਇਹ ਰਿਹਾ ਅਸਾਮ। ਉਸ ਤੋਂ ਬਾਅਦ ਆਹ ਨੀਚੇ ਰਿਹਾ ਮਣੀਪੁਰ, ਮਣੀਪੁਰ ਦੀ ਮੈਤੇਈ ਅਤੇ ਮਣੀਪੁਰੀ। ਮਣੀਪੁਰ ਅਤੇ ਆਹ ਜਿਹੜਾ ਮਣੀਪੁਰ ਦੇ ਉੱਪਰ ਵਾਲੀ ਸਾਈਡ ਜਿਹੜੀ ਸਟੇਟ ਹੈ ਇਹ ਨਾਗਾਲੈਂਡ ਹੈ, ਅਤੇ ਇਸ ਤੋਂ ਉੱਪਰ ਇਹ ਅਰੁਣਾਚਲ ਪ੍ਰਦੇਸ਼ ਹੈ ਜਿਹਦਾ ਚਾਈਨਾ ਨਾਲ ਬਾਰਡਰ ਲੱਗਦਾ। ਠੀਕ ਹੈ ਜੀ। ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਆ ਗਿਆ ਹੋਣਾ। ਜੇ ਨਹੀਂ ਸਮਝ ਆਇਆ ਤਾਂ ਇੱਕ ਦੋ ਵਾਰ ਇਹਨੂੰ ਦੁਬਾਰਾ ਦੇਖ ਲਿਓ, ਤੁਹਾਨੂੰ ਪੂਰੀ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਸੈੱਟ ਹੋ ਜਾਣਾ। ਠੀਕ ਹੈ ਜੀ। ਕਿਉਂਕਿ ਮੈਪ ਨਾਲ ਜਦੋਂ ਤੁਸੀਂ ਪੜ੍ਹ ਕੇ ਚੱਲਦੇ ਹੋ ਤਾਂ ਜਿਹੜੀ ਚੀਜ਼ ਮੈਪ ਦੇ ਥਰੂ ਤੁਹਾਡੇ ਦਿਮਾਗ 'ਚ ਸੈੱਟ ਹੋ ਜਾਂਦੀ ਹੈ ਨਾ, ਤਾਂ ਉਹ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਤੁਹਾਨੂੰ ਯਾਦ ਰਹਿੰਦੀ ਹੈ। ਠੀਕ ਹੈ ਜੀ। ਹੁਣ ਚੱਲਦੇ ਹਾਂ ਅੱਗੇ। ਹੁਣ ਜਿਸ ਟਾਈਮ ਇਹ ਸੰਵਿਧਾਨ ਲਾਗੂ ਕੀਤਾ ਗਿਆ ਤਾਂ ਇਹਦੇ ਵਿੱਚ ਟੋਟਲ 14 ਭਾਸ਼ਾਵਾਂ ਹੀ ਸੀ। ਬਾਅਦ ਦੇ ਵਿੱਚ ਇਹ ਜਿਹੜੀਆਂ 8 ਭਾਸ਼ਾਵਾਂ ਨੇ ਇਹਨਾਂ ਨੂੰ ਬਾਅਦ 'ਚ ਜੋੜੇਗਾ। ਦੇਖੋ ਕਿਹੜੀ ਸਿੰਧੀ ਨੂੰ ਤਾਂ 21ਵੇਂ ਸੰਵਿਧਾਨ ਸੰਸ਼ੋਧਨ ਨਾਲ 1967 ਦੇ ਵਿੱਚ ਜੋੜਿਆ ਗਿਆ ਸੀ। ਸਿੰਧੀ ਕਿਹੜੀ? ਗੁਜਰਾਤ ਵਾਲੀ। ਉਸ ਤੋਂ ਬਾਅਦ ਕੋਂਕਣੀ, ਮਣੀਪੁਰੀ ਅਤੇ ਨੇਪਾਲੀ, ਇਹਨਾਂ ਤਿੰਨਾਂ ਨੂੰ 71ਵੇਂ ਸੰਵਿਧਾਨ ਸੰਸ਼ੋਧਨ ਨਾਲ 1992 'ਚ ਜੋੜਿਆ ਗਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਬੋਡੋ, ਡੋਗਰੀ, ਮੈਥਿਲੀ ਅਤੇ ਸੰਥਾਲੀ, ਇਹਨਾਂ ਚਾਰਾਂ ਨੂੰ 92ਵੇਂ ਸੰਵਿਧਾਨ ਸੰਸ਼ੋਧਨ 2003 ਦੇ ਨਾਲ ਜੋੜਿਆ ਗਿਆ ਸੀ। ਠੀਕ ਹੈ। ਹੁਣ ਇਹ 3 ਮੇਨ ਸੰਸ਼ੋਧਨ ਹੋਏ ਨੇ ਜਿਹੜੇ ਭਾਸ਼ਾਵਾਂ ਜੋੜਨ ਦੇ ਨਾਲ ਹੋਏ ਨੇ। ਇੱਕ ਚੌਥਾ ਹੋਇਆ ਸੀ 2011 ਦੇ ਵਿੱਚ 96ਵਾਂ ਸੰਵਿਧਾਨ ਸੰਸ਼ੋਧਨ, ਜਿਹਦੇ ਵਿੱਚ ਉੜੀਆ ਕਹਿੰਦੇ ਸੀ ਪਹਿਲਾਂ ਇਹਨੂੰ, ਉੜੀਆ ਤੋਂ ਇਹਨੂੰ ਓਡੀਆ ਕਰਤਾ ਸੀ। ਕਿੱਥੇ ਦੀ ਲੈਂਗੁਏਜ ਹੈ ਇਹ? ਉੜੀਸਾ ਦੀ। ਠੀਕ ਹੈ ਜੀ। ਸੰਵਿਧਾਨ ਦੇ ਵਿੱਚ ਅੰਗਰੇਜ਼ੀ ਭਾਸ਼ਾ ਨਹੀਂ ਹੈ, ਇਹ ਵੀ ਤੁਸੀਂ ਯਾਦ ਰੱਖਿਓ। ਠੀਕ ਹੈ। ਇੱਕ ਵਾਰੀ ਦੁਬਾਰਾ ਤੋਂ ਦਿਮਾਗ ਦੇ ਵਿੱਚ ਘੁਮਾ ਲਓ। ਸਿੰਧੀ ਨੂੰ 21ਵੇਂ ਸੰਵਿਧਾਨ ਸੰਸ਼ੋਧਨ ਨਾਲ 1967 ਦੇ ਵਿੱਚ ਜੋੜਿਆ ਗਿਆ ਸੀ। ਕੋਂਕਣੀ ਅਤੇ ਮਣੀਪੁਰੀ ਨੂੰ 71 ਦੇ ਨਾਲ 92 ਵਿੱਚ ਜੋੜਿਆ ਗਿਆ ਸੀ। ਬੋਡੋ, ਡੋਗਰੀ, ਮੈਥਿਲੀ ਅਤੇ ਸੰਥਾਲੀ ਨੂੰ 92ਵੇਂ ਦੇ ਨਾਲ 2003 ਦੇ ਵਿੱਚ ਜੋੜਿਆ ਗਿਆ ਸੀ। ਇੱਕ ਦੂਜੇ ਦੇ ਨਾਲ ਲਿੰਕ ਹੀ ਨੇ, ਜੇ ਜੋੜ ਕੇ ਦੇਖੋਗੇ 21ਵੇਂ ਤੋਂ 71ਵਾਂ। ਠੀਕ ਹੈ। ਉਸ ਤੋਂ ਬਾਅਦ 1992 ਤੋਂ ਬਾਅਦ ਸਿੱਧਾ 92ਵਾਂ ਸੰਵਿਧਾਨ ਸੰਸ਼ੋਧਨ। ਠੀਕ ਹੈ ਜੀ। ਅਤੇ ਅੰਗਰੇਜ਼ੀ ਤੁਹਾਨੂੰ ਦੱਸ ਦਿੱਤਾ ਕਿ ਸੰਵਿਧਾਨ ਦੇ ਵਿੱਚ ਨਹੀਂ ਹੈਗੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ 3 ਮੇਨ ਸੰਸ਼ੋਧਨ ਨੇ ਜਿਹਦੇ ਨਾਲ ਭਾਸ਼ਾਵਾਂ ਜੋੜੀਆਂ ਗਈਆਂ ਸੀ। 21ਵਾਂ 1967 ਦੇ ਵਿੱਚ ਹੋਇਆ ਸੀ, 71ਵਾਂ 1992 ਦੇ ਵਿੱਚ ਅਤੇ 92ਵਾਂ 2003 ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਦੇਖੋ ਇਹ ਤੁਹਾਨੂੰ ਅੱਗੇ ਵੀ ਕਈ ਵਾਰ ਸਮਝਾ ਚੁੱਕੇ ਹਾਂ। 1950 ਦੇ ਵਿੱਚ 395 ਆਰਟੀਕਲ ਸੀ। ਨੰਬਰਿੰਗ ਹੁਣ ਵੀ 395 ਆ, ਪਰ ਜੇ ਐਕਚੁਅਲ ਦੇ ਵਿੱਚ ਗਿਣਤੀ ਕਰੋਗੇ ਤਾਂ 470 ਹੋ ਜਾਣਗੇ। ਕਿਵੇਂ ਨੇ ਤੁਹਾਨੂੰ ਪਹਿਲਾਂ ਕਈ ਵਾਰ ਸਮਝਾ ਚੁੱਕੇ ਹਾਂ, ਪਿਛਲੀਆਂ ਵੀਡੀਓਜ਼ ਦੇ ਵਿੱਚ ਦੇਖ ਲਿਓ, ਸਮਝ ਆ ਜਾਊਗੀ। ਠੀਕ ਹੈ ਜੀ। ਸ਼ਡਿਊਲ ਪਹਿਲਾਂ 8 ਸੀ, ਹੁਣ 12 ਨੇ। ਭਾਗ ਹੁਣ ਮਤਲਬ ਗਿਣਤੀ ਦੇ ਵਿੱਚ ਹੁਣ ਵੀ 22 ਨੇ, ਪਰ ਅਸਲ ਦੇ ਵਿੱਚ ਉਹ 25 ਨੇ। ਠੀਕ ਹੈ ਜੀ। ਦੇਖੋ ਸਭ ਤੋਂ ਪਹਿਲਾਂ ਲੈਂਗੁਏਜ ਸਮਝਣ ਦੀ ਕੋਸ਼ਿਸ਼ ਕਰੋ। ਮਤਲਬ ਆਰਟੀਕਲਸ ਦੀ। ਆਰਟੀਕਲ 1 ਦੇ ਵਿੱਚ ਲਿਖਿਆ ਗਿਆ ਨੇਮ ਐਂਡ ਟੈਰੀਟਰੀ ਆਫ ਦਾ ਯੂਨੀਅਨ। ਠੀਕ ਹੈ। ਸੰਘ ਦਾ ਨਾਮ ਕੀ ਹੈ ਅਤੇ ਉਹਦੀ ਟੈਰੀਟਰੀ ਕੀ ਹੈ। ਫਿਲਹਾਲ ਆਰਟੀਕਲ ਸਮਝਣ ਦੀ ਕੋਸ਼ਿਸ਼ ਕਰ ਲਓ, ਬਾਕੀ ਆਪਾਂ ਅੱਗੇ ਡਿਸਕਸ ਕਰਦੇ ਹਾਂ ਇਹਦੇ ਬਾਰੇ, ਤੁਹਾਨੂੰ ਸਮਝਾਵਾਂਗੇ ਇਹਦੇ ਬਾਰੇ। ਠੀਕ ਹੈ ਜੀ। ਆਰਟੀਕਲ 2 ਦੇ ਵਿੱਚ ਲਿਖਿਆ ਗਿਆ ਜੇ ਬਾਹਰ ਦੀ ਕਿਸੇ ਸਟੇਟ ਨੂੰ ਭਾਰਤ ਦੇ ਵਿੱਚ ਮਿਲਾਉਣਾ ਹੋਵੇ ਤਾਂ ਉਹਦੇ ਕੀ ਪ੍ਰੋਵੀਜ਼ਨਸ ਨੇ। ਇਹ ਪਾਵਰ ਵੀ ਸੰਸਦ ਨੂੰ ਦਿੱਤੀ ਗਈ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਰਟੀਕਲ 3, ਆਰਟੀਕਲ 3 ਦੇ ਵਿੱਚ ਜੇ ਨਵੀਂ ਸਟੇਟ ਭਾਰਤ ਦੇ ਜਿਹੜੀਆਂ ਅੰਦਰ ਸਟੇਟਾਂ ਨੇ ਉਹਦੇ ਵਿੱਚੋਂ ਨਵੀਂ ਸਟੇਟ ਬਣਾਉਣੀ ਹੈ ਜਾਂ ਕਿਸੇ ਸਟੇਟ ਦਾ ਨਾਮ ਚੇਂਜ ਕਰਨਾ ਹੈ, ਤਾਂ ਉਹਦੇ ਲਈ ਜਿਹੜੇ ਪ੍ਰੋਵੀਜ਼ਨਸ ਨੇ ਉਹ ਆਰਟੀਕਲ 3 ਦੇ ਵਿੱਚ ਦਿੱਤੇ ਗਏ ਨੇ। ਆਰਟੀਕਲ 3 ਦੇ ਵਿੱਚ ਵੀ ਜਿਹੜੀ ਪਾਵਰ ਹੈ ਉਹ ਸੰਸਦ ਨੂੰ ਦਿੱਤੀ ਗਈ ਹੈ। ਠੀਕ ਹੈ ਜੀ। ਆਰਟੀਕਲ 2 ਅਤੇ 3 ਬਾਰੇ ਡੀਪ ਡਿਸਕਸ਼ਨ ਹੋਣਾ ਆਪਣਾ ਅਗਲੀ ਵੀਡੀਓ ਦੇ ਵਿੱਚ। ਬਾਕੀ ਚੱਲਦੇ ਹਾਂ ਅੱਗੇ। ਦੇਖੋ ਆਰਟੀਕਲ 4 ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਆਰਟੀਕਲ 2 ਅਤੇ 3 ਦੇ ਵਿੱਚ ਮਤਲਬ ਇਹਦੇ ਥਰੂ ਜਿਹੜੇ ਵੀ ਪ੍ਰੋਵੀਜ਼ਨਸ ਲਾਗੂ ਕਰੇ ਜਾਣਗੇ ਉਹ ਆਰਟੀਕਲ 368 ਦੇ ਵਿੱਚ ਜਿਹੜੇ ਸੰਵਿਧਾਨ ਸੰਸ਼ੋਧਨ ਹੈ ਜਿਹੜਾ ਉਹਦੇ ਤੋਂ ਅਲੱਗ ਹੋਣਗੇ। ਮਤਲਬ ਕਿ ਉਹਦੇ ਤੋਂ ਬਾਹਰ ਰੱਖਿਆ ਗਿਆ। ਅੱਗੇ ਸਮਝਾਉਣਾ ਤੁਹਾਨੂੰ। ਦੇਖੋ ਸੰਘ ਦਾ ਨਾਮ ਅਤੇ ਖੇਤਰ। ਨਾਮ ਇੰਡੀਆ ਯਾਨੀ ਭਾਰਤ। ਮਤਲਬ ਕਿ ਸੰਵਿਧਾਨ ਦੇ ਆਰਟੀਕਲ 1 ਦੇ ਵਿੱਚ ਭਾਰਤ ਦਾ ਜਿਹੜਾ ਨਾਮ 2 ਨਾਮ ਲਿਖੇ ਗਏ ਨੇ, ਇੰਡੀਆ ਵੀ ਅਤੇ ਭਾਰਤ ਵੀ, ਹੋਰ ਕੋਈ ਤੀਸਰਾ ਨਾਮ ਨਹੀਂ। ਠੀਕ ਹੈ ਜੀ। ਇੱਕ ਲਿਖਿਆ ਗਿਆ ਰਾਜਾਂ ਦਾ ਸੰਘ, ਯੂਨੀਅਨ ਆਫ ਸਟੇਟਸ। ਠੀਕ ਹੈ। ਸਮਝਾਉਣਾ ਤੁਹਾਨੂੰ ਯੂਨੀਅਨ ਕੀ ਹੁੰਦਾ, ਫੈਡਰੇਸ਼ਨ ਕੀ ਹੁੰਦਾ। ਦੇਖੋ ਫੈਡਰੇਸ਼ਨ ਦੇ ਵਿੱਚ ਕੀ ਹੁੰਦਾ, ਜਿਹੜੀ ਪਾਵਰ ਹੈ ਪਾਵਰ ਸੈਂਟਰ ਅਤੇ ਸਟੇਟ ਦੇ ਵਿੱਚ ਵੰਡੀ ਹੁੰਦੀ ਹੈ ਬਰਾਬਰ। ਠੀਕ ਹੈ ਜੀ। ਦੋਹਰੀ ਨਾਗਰਿਕਤਾ ਹੁੰਦੀ ਹੈ, ਮਤਲਬ ਸਟੇਟ ਦੀ ਅਲੱਗ ਤੋਂ, ਸੈਂਟਰ ਦੀ ਅਲੱਗ ਤੋਂ। ਦੋਹਰਾ ਸੰਵਿਧਾਨ,
ਸਟੇਟ ਦਾ ਅਲੱਗ ਤੋਂ, ਸੈਂਟਰ ਦਾ ਅਲੱਗ ਤੋਂ, ਉਵੇਂ ਦੋਹਰਾ ਜੁਡੀਸ਼ੀਅਲ ਸਿਸਟਮ ਜਿਵੇਂ ਕਿ ਯੂਐਸ ਦੇ ਵਿੱਚ ਹੈ। ਯੂਐਸ ਦੇ ਵਿੱਚ ਸਟੇਟਾਂ ਨੂੰ ਅਲੱਗ ਤੋਂ ਅਧਿਕਾਰ ਦਿੱਤੇ ਗਏ ਨੇ ਅਤੇ ਸੈਂਟਰ ਦੇ ਅਲੱਗ ਤੋਂ ਅਧਿਕਾਰ ਨੇ। ਠੀਕ ਹੈ ਜੀ। ਯੂਐਸ ਦੇ ਸੰਵਿਧਾਨ ਦੇ ਵਿੱਚ ਜਿਹੜਾ ਸੈਂਟਰ ਦਾ ਸੰਵਿਧਾਨ ਹੈ ਸਿਰਫ 7 ਹੀ ਆਰਟੀਕਲ ਨੇ। ਠੀਕ ਹੈ, ਉਹ ਇਸੇ ਲਈ ਨੇ ਕਿਉਂਕਿ ਸਾਰੀਆਂ ਸਟੇਟਾਂ ਦੇ ਅਲੱਗ ਤੋਂ ਆਪਣੇ ਆਪਣੇ ਸੰਵਿਧਾਨ ਹੈਗੇ ਨੇ। ਠੀਕ ਹੈ। ਉਸ ਤੋਂ ਬਾਅਦ ਯੂਨੀਅਨ ਆਫ ਸਟੇਟਸ ਦੇਖੋ, ਇਹਦੇ ਵਿੱਚ ਸਾਰੀ ਪਾਵਰ, ਸਾਰੀ ਮਤਲਬ ਮੈਕਸੀਮਮ ਪਾਵਰ ਇਹਦੇ ਵਿੱਚ ਕੇਂਦਰ ਕੋਲ ਹੁੰਦੀ ਆ। ਜਿਵੇਂ ਇੱਕ ਸੰਵਿਧਾਨ ਹੁੰਦਾ, ਇਕਹਿਰੀ ਨਾਗਰਿਕਤਾ। ਹੁਣ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਵਰਡ ਮੈਂਸ਼ਨ ਕੀਤਾ ਗਿਆ ਉਹ ਹੈ ਯੂਨੀਅਨ ਆਫ ਸਟੇਟਸ। ਯੂਕੇ ਦਾ ਪ੍ਰੋਪਰ ਯੂਨੀਅਨ ਆਫ ਸਟੇਟਸ ਆ, ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਤਾਂ ਵਰਡ ਲਿਖਿਆ ਗਿਆ ਯੂਨੀਅਨ ਆਫ ਸਟੇਟਸ, ਪਰ ਇਹਦੇ ਵਿੱਚ ਫੈਡਰੇਸ਼ਨ ਦੇ ਵੀ ਗੁਣ ਪਾਏ ਜਾਂਦੇ ਨੇ ਕਿਉਂਕਿ ਅਨੁਸੂਚੀ 7 ਦੇ ਵਿੱਚ ਤੁਸੀਂ ਪੜ੍ਹਿਆ ਹੈ ਜਿਹੜੀਆਂ ਪਾਵਰਸ ਨੇ ਉਹ ਵੰਡੀਆਂ ਜਾਂਦੀਆਂ ਨੇ ਸੈਂਟਰ ਅਤੇ ਸਟੇਟ ਦੇ ਵਿੱਚ। ਠੀਕ ਹੈ ਜੀ। 3 ਲਿਸਟਾਂ ਨੇ ਉਹਦੇ ਵਿੱਚ, ਸਟੇਟ ਲਿਸਟ, ਯੂਨੀਅਨ ਲਿਸਟ ਅਤੇ ਕਨਕਰੈਂਟ ਲਿਸਟ। ਠੀਕ ਹੈ। ਤਾਂ ਮਤਲਬ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਵਰਡ ਯੂਜ਼ ਕੀਤਾ ਗਿਆ ਉਹ ਯੂਨੀਅਨ ਆਫ ਸਟੇਟਸ ਹੈ, ਪਰ ਫੈਡਰੇਸ਼ਨ ਦੇ ਜਿਹੜੇ ਗੁਣ ਨੇ ਉਹ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਪਾਏ ਜਾਂਦੇ ਨੇ। ਠੀਕ ਹੈ। ਇੱਕ ਕਨਫੈਡਰੇਸ਼ਨ, ਇਹ ਵੀ ਸਮਝ ਲਓ। ਦੇਖੋ ਕਨਫੈਡਰੇਸ਼ਨ ਦੇ ਵਿੱਚ ਕੁਛ ਖਾਸ ਨਹੀਂ, ਕੁਛ ਦੇਸ਼ ਮਿਲ ਕੇ ਆਪਣਾ ਗਰੁੱਪ ਬਣਾ ਲੈਂਦੇ ਨੇ, ਉਹ ਇੱਕ ਦੂਜੇ ਨਾਲ ਕੋਆਪਰੇਸ਼ਨ ਨਾਲ ਚੱਲਦੇ ਰਹਿੰਦੇ ਨੇ। ਠੀਕ ਹੈ ਜੀ। ਇਹਨਾਂ ਦਾ ਨਾ ਹੀ ਤਾਂ ਕੋਈ ਆਪਣਾ ਸੰਵਿਧਾਨ ਹੁੰਦਾ ਹੈ, ਨਾ ਹੀ ਕੋਈ ਆਪਣੀ ਨਾਗਰਿਕਤਾ ਹੁੰਦੀ ਹੈ। ਜਿਵੇਂ ਯੂਰੋਪੀਅਨ ਯੂਨੀਅਨ 2020 ਦੇ ਵਿੱਚ ਯੂਰੋਪੀਅਨ ਯੂਨੀਅਨ 'ਚੋਂ ਇੱਕ ਦੇਸ਼ ਅਲੱਗ ਹੋਇਆ ਸੀ। ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਉਹ ਕਿਹੜਾ ਦੇਸ਼ ਸੀ, ਅਤੇ ਹੁਣ ਯੂਰੋਪੀਅਨ ਯੂਨੀਅਨ ਦੇ ਵਿੱਚ ਕਿੰਨੇ ਦੇਸ਼ ਨੇ। ਠੀਕ ਹੈ ਜੀ। ਕਮੈਂਟ ਕਰਕੇ ਜ਼ਰੂਰ ਦੱਸਿਓ। ਚੱਲਦੇ ਹਾਂ ਅੱਗੇ। ਦੇਖੋ ਸਮਝ ਲਿਆ ਆਪਾਂ, ਨਾਮ ਅਤੇ ਯੂਨੀਅਨ ਆਫ ਸਟੇਟਸ ਆਪਾਂ ਨੂੰ ਸਮਝ ਆ ਗਿਆ। ਹੁਣ ਦੇਖੋ ਇਹਦੇ ਵਿੱਚ ਦੂਜਾ ਪ੍ਰੋਵੀਜ਼ਨ ਆਰਟੀਕਲ 1 ਦੇ ਵਿੱਚ ਲਿਖਿਆ ਹੋਇਆ ਕਿ ਰਾਜ ਅਤੇ ਇਹਦੇ ਜਿਹੜੇ ਪ੍ਰਦੇਸ਼ ਨੇ ਉਹਨਾਂ ਦੀ ਸੂਚੀ ਹੈ, ਲਿਸਟ ਹੈ, ਉਹਨਾਂ ਦੀ ਪਹਿਲੀ ਅਨੁਸੂਚੀ ਦੇ ਵਿੱਚ ਬਣਾਈ ਗਈ ਹੈ। ਠੀਕ ਹੈ ਜੀ। ਪਹਿਲੀ ਅਨੁਸੂਚੀਆਂ ਬਾਰੇ ਵੀ ਤੁਹਾਨੂੰ ਸਮਝਾਇਆ ਸੀ ਨਾ, ਇੱਕ ਵੀਡੀਓ ਚੈਨਲ ਦੇ ਵਿੱਚ ਪਈ ਆ, ਪਲੇਲਿਸਟ ਦੇ ਵਿੱਚ ਮਿਲ ਜੂ ਤੁਹਾਨੂੰ, ਜਿਹਨੂੰ ਮਤਲਬ ਡਾਊਟ ਹੋਵੇ ਉਹ ਵੀ ਦੇਖ ਲਿਓ। ਅਤੇ ਉਸ ਤੋਂ ਬਾਅਦ ਭਾਰਤ ਦੇ ਖੇਤਰ 'ਚ ਜਿਹੜੇ ਸ਼ਾਮਿਲ ਹੋਣਗੇ 3 ਤਰ੍ਹਾਂ ਦੇ ਇਲਾਕੇ ਹੋਣਗੇ। ਦੇਖੋ ਰਾਜ ਹੋਊਗਾ, ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਅਜਿਹੇ ਖੇਤਰ ਜਿਨ੍ਹਾਂ ਨੂੰ ਭਾਰਤ ਨੇ ਐਕਵਾਇਰ ਕੀਤਾ ਹੈ ਜਾਂ ਜਿਨ੍ਹਾਂ ਨੂੰ ਐਕਵਾਇਰ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਇਹ ਤੁਹਾਨੂੰ ਜ਼ਿਆਦਾ ਦਿਮਾਗ 'ਚ ਘੁਮਾਉਣ ਦੀ ਲੋੜ ਨਹੀਂ, ਜਿਹੜੇ ਇਹ ਮੇਨ 2 ਪ੍ਰੋਵੀਜ਼ਨ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ। ਚੱਲਦੇ ਹਾਂ ਅੱਗੇ। ਦੇਖੋ ਪਹਿਲਾ ਆਰਟੀਕਲ ਤੁਹਾਨੂੰ ਕਲੀਅਰ ਹੋ ਗਿਆ ਹੁਣ, ਆਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਮਝਾਵਾਂਗੇ ਕਿਉਂਕਿ ਇਹਦੇ ਲਈ ਥੋੜ੍ਹਾ ਜਿਹਾ ਡੀਪ ਡਿਸਕਸ਼ਨ ਕਰਨੀ ਪੈਣੀ ਆ। ਆਰਟੀਕਲ 2, ਬਾਹਰ ਦੇ ਰਾਜਾਂ ਨੂੰ ਭਾਰਤ ਦੇ ਵਿੱਚ ਮਿਲਾਉਣ ਦਾ ਅਧਿਕਾਰ ਸੰਸਦ ਨੂੰ ਹੈ। ਬਾਹਰ ਦੇ ਰਾਜਾਂ ਨੂੰ ਮਤਲਬ ਕਿ ਜਿਵੇਂ ਗੋਆ ਨੂੰ ਮਿਲਾਇਆ ਸੀ। ਠੀਕ ਹੈ ਜੀ। ਗੋਆ ਪਹਿਲਾਂ ਕਿਹੜੇ ਦੇਸ਼ ਦੇ ਕੋਲੇ ਸੀ, ਇਹ ਤੁਸੀਂ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਣਾ ਹੈ। ਉਸ ਤੋਂ ਬਾਅਦ ਕਦੋਂ ਮਿਲਾਇਆ ਸੀ ਗੋਆ ਨੂੰ? 1961 ਦੇ ਵਿੱਚ। ਪੁਡੂਚੇਰੀ, ਪਹਿਲਾਂ ਇਹਨੂੰ ਪੌਂਡੀਚੇਰੀ ਕਹਿੰਦੇ ਸੀ। ਠੀਕ ਹੈ। ਇਹਨੂੰ ਕਦੋਂ ਮਿਲਾਇਆ ਸੀ? 1962 ਦੇ ਵਿੱਚ। ਠੀਕ ਹੈ ਜੀ। ਐਵੇਂ ਦਮਨ ਦਿਊ ਸੀ, ਦਾਦਰਾ ਨਗਰ ਹਵੇਲੀ ਅਤੇ ਸਿੱਕਿਮ 1974 ਤੇ 75 ਦੇ ਵਿੱਚ 2 ਅਮੈਂਡਮੈਂਟ ਕੀਤੇ ਸੀ, 35ਵਾਂ ਤੇ 36ਵਾਂ। ਇਹ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ। ਤਾਂ ਆਰਟੀਕਲ 2 ਦੇ ਵਿੱਚ ਕਿਹੜੇ ਪ੍ਰੋਵੀਜ਼ਨ ਨੇ ਜਿਹੜੇ ਕੇਂਦਰ ਸਰਕਾਰ ਬਾਹਰ ਦੇ ਰੀਜਨਸ ਨੂੰ, ਬਾਹਰ ਦੀ ਟੈਰੀਟਰੀ ਨੂੰ ਭਾਰਤ ਦੇ ਵਿੱਚ ਮਿਲਾ ਸਕਦੀ ਹੈ। ਠੀਕ ਹੈ ਜੀ। ਅਤੇ ਆਰਟੀਕਲ 3 ਦੇ ਵਿੱਚ ਦਿੱਤਾ ਹੈ ਭਾਰਤ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਤਬਦੀਲੀ ਕਰਨਾ, ਨਵਾਂ ਰਾਜ ਬਣਾਉਣਾ। ਜਿਵੇਂ ਨਵਾਂ ਰਾਜ ਪੰਜਾਬ ਤੋਂ ਹਰਿਆਣਾ ਅਲੱਗ ਕਰਕੇ ਬਣਾਇਆ ਸੀ 1966 ਦੇ ਵਿੱਚ। ਠੀਕ ਹੈ ਜੀ। 2014 ਦੇ ਵਿੱਚ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਨੂੰ ਅਲੱਗ ਕਰਕੇ ਬਣਾਇਆ ਸੀ। ਰਾਜਾਂ ਦੇ ਨਾਮ ਚੇਂਜ ਕਰਨਾ, ਜਿਵੇਂ ਜਿਹੜਾ ਉੱਤਰਾਖੰਡ ਹੈ 2006 ਤੋਂ ਪਹਿਲਾਂ ਨੂੰ ਉੱਤਰਾਂਚਲ ਕਹਿੰਦੇ ਸੀ। ਠੀਕ ਹੈ। ਉੱਤਰ ਪ੍ਰਦੇਸ਼ ਨੂੰ 1950 ਤੱਕ ਇਹਨੂੰ ਸੰਯੁਕਤ ਪ੍ਰਾਂਤ ਕਹਿੰਦੇ ਸੀ। ਠੀਕ ਹੈ। ਬਾਕੀ ਡੀਪ ਡਿਸਕਸ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦੇ ਬਾਰੇ ਕਰਾਂਗੇ ਹੀ। ਠੀਕ ਹੈ। ਕਿਉਂਕਿ 2 ਤੇ 3 ਤੇ ਤਾਂ ਜ਼ਿਆਦਾ ਫੋਕਸ ਰਹਿਣਾ ਆਪਣਾ ਅਗਲੀ ਵੀਡੀਓ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਆਰਟੀਕਲ 4 ਦੇ ਵਿੱਚ ਲਿਖਿਆ ਕਿ ਆਰਟੀਕਲ 2 ਤੇ 3 ਦੇ ਪ੍ਰੋਵੀਜ਼ਨ ਨੂੰ 368 ਦੇ ਅੰਡਰ ਸੰਵਿਧਾਨ ਸੰਸ਼ੋਧਨ ਤੋਂ ਬਾਹਰ ਰੱਖਿਆ ਗਿਆ। ਹੁਣ ਦੇਖੋ ਆਰਟੀਕਲ 368 ਦੇ ਅੰਡਰ ਪਹਿਲਾਂ ਦੇਖੋ 2 ਤਰ੍ਹਾਂ ਦੇ ਸੰਵਿਧਾਨ ਸੰਸ਼ੋਧਨ ਮੈਂਸ਼ਨ ਕੀਤੇ ਹੋਏ ਨੇ। ਇੱਕ ਤਾਂ ਦੋਨੋਂ ਦੋਨੋਂ ਸਦਨ ਨੇ ਜਿਹੜੇ ਸਪੈਸ਼ਲ ਮੈਜੋਰਿਟੀ ਨਾਲ ਬਿੱਲ ਨੂੰ ਪਾਸ ਕਰਨਗੇ। ਸਪੈਸ਼ਲ ਮੈਜੋਰਿਟੀ ਹੁੰਦੀ ਆ 2/3 ਆਫ ਪ੍ਰੈਜ਼ੈਂਟ, ਜਿੰਨੇ ਪ੍ਰੈਜ਼ੈਂਟ ਨੇ ਉਹਨਾਂ ਦਾ 2/3 ਵੋਟਾਂ ਨਾਲ, ਜਾਂ 66% ਨਾਲ ਕਹਿ ਸਕਦੇ ਹੋ। ਠੀਕ ਹੈ ਜੀ। 66.66% ਨਾਲ ਪਹਿਲਾ ਪ੍ਰੋਵੀਜ਼ਨ ਇਹ ਹੈ। ਦੂਜੇ ਪ੍ਰੋਵੀਜ਼ਨ ਦੇ ਵਿੱਚ ਸਪੈਸ਼ਲ ਮੈਜੋਰਿਟੀ ਤਾਂ ਸੰਸਦ ਦੀ ਚਾਹੀਦੀ ਹੈ, ਪਰ ਉਹਦੇ ਨਾਲ ਹੀ 50% ਸਟੇਟਸ ਨੇ, ਇਸ ਟਾਈਮ ਆਪਣੀਆਂ 28 ਸਟੇਟਸ ਨੇ, ਉਹਦੇ ਵਿੱਚੋਂ ਘੱਟੋ ਘੱਟ 14 ਸਟੇਟਸ ਸਿੰਪਲ ਮੈਜੋਰਿਟੀ ਦੇ ਨਾਲ ਬਿੱਲ ਨੂੰ ਸਹਿਮਤੀ ਦੇਣਗੀਆਂ, ਫਿਰ ਹੀ ਉਹ ਕਾਨੂੰਨ ਆ ਜਿਹੜਾ ਉਹ ਸੰਵਿਧਾਨ ਸੰਸ਼ੋਧਨ ਜਿਹੜਾ ਉਹ ਲਾਗੂ ਹੋ ਸਕੂਗਾ। ਠੀਕ ਹੈ ਜੀ। 2 ਤਰ੍ਹਾਂ ਦੇ ਪ੍ਰੋਵੀਜ਼ਨ ਨੇ 368 ਦੇ ਵਿੱਚ, ਦੋਨੋਂ ਸਪੈਸ਼ਲ ਮੈਜੋਰਿਟੀ ਵਾਲੇ। ਪਹਿਲੇ ਦੇ ਵਿੱਚ ਸਿਰਫ ਸਪੈਸ਼ਲ ਮੈਜੋਰਿਟੀ ਨਾਲ ਚੱਲ ਜੂ, ਦੂਜੇ ਦੇ ਵਿੱਚ ਸਪੈਸ਼ਲ ਮੈਜੋਰਿਟੀ ਦੇ ਨਾਲ 50% ਸਟੇਟਾਂ ਦੀ ਵੀ ਸਹਿਮਤੀ ਲੈਣੀ ਜ਼ਰੂਰੀ ਹੈ। ਅਤੇ ਆਰਟੀਕਲ 2 ਤੇ 3 ਦੇ ਵਿੱਚ ਜਿਹੜੇ ਬਿੱਲ ਪਾਸ ਕੀਤੇ ਜਾਂਦੇ ਨੇ, ਠੀਕ ਹੈ ਜੀ, ਉਹ ਕੀਤੇ ਜਾਂਦੇ ਨੇ ਸਿੰਪਲ ਮੈਜੋਰਿਟੀ ਨਾਲ। ਸੰਸਦ ਦੇ ਦੋਨੇ ਸਦਨ 50% ਆਫ ਪ੍ਰੈਜ਼ੈਂਟ +1 ਨਾਲ ਉਹ ਬਿੱਲ ਪਾਸ ਕਰ ਦਿੰਦੇ ਨੇ। ਮਤਲਬ ਕਿ ਸਿੰਪਲ ਮੈਜੋਰਿਟੀ ਨਾਲ ਬਿੱਲ ਪਾਸ ਕਰ ਦਿੰਦੇ ਨੇ। ਪ੍ਰੈਜ਼ੀਡੈਂਟ ਉਹਦੇ 'ਤੇ ਮਤਲਬ ਆਪਣੀ ਮੋਹਰ ਲਗਾ ਦਿੰਦੇ ਨੇ, ਆਪਣੇ ਸਿਗਨੇਚਰ ਕਰ ਦਿੰਦੇ ਨੇ, ਤਾਂ ਉਹ ਜਿਹੜਾ ਬਿੱਲ ਆ ਉਹ ਕਾਨੂੰਨ ਬਣ ਜਾਂਦਾ ਹੈ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਇੰਨਾ ਕੁ ਸਮਝ ਲੱਗ ਗਿਆ ਹੋਣਾ। ਬਾਕੀ
ਚੱਲਦੇ ਆਪਾਂ ਅੱਗੇ। ਦੇਖੋ ਇਹ ਨੇ ਦੋ ਆਰਟੀਕਲ ਜਿਨ੍ਹਾਂ 'ਤੇ ਅੱਜ ਆਪਣਾ ਮੇਨ ਫੋਕਸ ਰਹਿਣ ਵਾਲਾ, ਆਰਟੀਕਲ 2 ਅਤੇ 3। ਆਰਟੀਕਲ 2 ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਬਾਹਰ ਦੀ ਕਿਸੇ ਟੈਰੀਟਰੀ ਨੂੰ ਭਾਰਤ ਦੇ ਵਿੱਚ ਮਿਲਾਉਣਾ ਹੈ ਤਾਂ ਉਹ ਜਿਹੜੀ ਪਾਵਰ ਆ ਉਹ ਸੰਸਦ ਕੋਲ ਹੈ, ਠੀਕ ਹੈ ਜੀ। ਅਤੇ 3 ਦੇ ਵਿੱਚ ਲਿਖਿਆ ਹੋਇਆ ਕਿ ਜੇ ਭਾਰਤ ਦੇ ਅੰਦਰ ਜਿਹੜੀਆਂ ਸਟੇਟਸ ਨੇ ਉਹਦੀ ਬਾਉਂਡਰੀ ਦੇ ਵਿੱਚ ਕੁਛ ਚੇਂਜਿੰਗ ਕਰਨੀ ਹੈ ਜਾਂ ਉਹਦੇ ਨਾਮ ਦੇ ਵਿੱਚ ਕੁਛ ਚੇਂਜਿੰਗ ਕਰਨੀ ਹੈ ਤਾਂ ਇਹ ਜਿਹੜਾ ਅਧਿਕਾਰ ਆ ਇਹ ਵੀ ਸਿਰਫ ਸੰਸਦ ਨੂੰ ਹੈ, ਠੀਕ ਹੈ ਜੀ। ਆਰਟੀਕਲ 2 ਦੇ ਵਿੱਚ ਬਾਹਰ ਦੀਆਂ ਸਟੇਟਾਂ ਬਾਰੇ, ਆਰਟੀਕਲ 3 ਦੇ ਵਿੱਚ ਭਾਰਤ ਦੇ ਜਿਹੜੀਆਂ ਅੰਦਰ ਸਟੇਟਾਂ ਨੇ ਉਹਨਾਂ ਬਾਰੇ ਦਿੱਤਾ ਹੋਇਆ, ਠੀਕ ਹੈ। ਚੱਲਦੇ ਅੱਗੇ। ਬਾਕੀ ਆ ਸਾਰਾ ਕੁਝ ਤੁਹਾਨੂੰ ਅਸੀਂ ਕੱਲ੍ਹ ਸਮਝਾ ਚੁੱਕੇ ਹਾਂ। ਫੈਡਰੇਸ਼ਨ, ਯੂਨੀਅਨ ਆਫ ਸਟੇਟਸ, ਕਨਫੈਡਰੇਸ਼ਨ, ਸਾਰਾ ਕੁਝ ਸਮਝਾ ਚੁੱਕੇ ਹਾਂ। ਜਿਹੜੇ ਬੱਚਿਆਂ ਨੂੰ ਨਹੀਂ ਸਮਝ ਲੱਗਿਆ ਉਹ ਇੱਕ ਵਾਰ ਦੁਬਾਰਾ ਤੋਂ ਵੀਡੀਓ ਦੇਖਿਓ, ਠੀਕ ਹੈ ਜੀ। ਚੱਲਦੇ ਅੱਗੇ। ਦੇਖੋ ਆਰਟੀਕਲ 2, ਬਾਹਰ ਦੇ ਰਾਜਾਂ ਨੂੰ ਭਾਰਤ ਵਿੱਚ ਮਿਲਾਉਣ ਦਾ ਅਧਿਕਾਰ ਜਿਹੜਾ ਉਹ ਸੰਸਦ ਨੂੰ ਹੈ। ਆਰਟੀਕਲ 2 ਅਤੇ 3 ਦੇ ਜਿਹੜੇ ਪ੍ਰੋਵੀਜ਼ਨਸ ਨੇ ਇਹਨਾਂ ਨੂੰ ਲਾਗੂ ਕਰਨ ਦੇ ਲਈ ਸੰਸਦ ਕੀ ਕਰਦੀ ਹੈ, ਸਿੰਪਲ ਮੈਜੋਰਟੀ ਨਾਲ ਬਿੱਲ ਪਾਸ ਕਰਦੀ ਹੈ। ਮਤਲਬ 50% + 1। ਸਿੰਪਲ ਮੈਜੋਰਟੀ ਦਾ ਮਤਲਬ ਹੁੰਦਾ 50% ਆਫ ਪ੍ਰੈਜ਼ੈਂਟ, ਜਿੰਨੇ ਸਦਨ ਦੇ ਵਿੱਚ ਮੌਜੂਦ ਨੇ ਉਹਨਾਂ ਦੇ 50% ਅਤੇ ਉਹ ਤੋਂ ਇੱਕ ਜ਼ਿਆਦਾ, ਠੀਕ ਹੈ ਜੀ। ਬਿੱਲ ਪਾਸ ਕਰਦੀ ਹੈ ਪ੍ਰੈਜ਼ੀਡੈਂਟ, ਉਹਨੂੰ ਆਪਣੀ ਪਰਮਿਸ਼ਨ ਦੇ ਦਿੰਦੇ ਨੇ ਤਾਂ ਉਹ ਬਿੱਲ ਜਿਹੜਾ ਕਾਨੂੰਨ ਬਣ ਜਾਂਦਾ। ਦੇਖੋ ਹੁਣ ਆਰਟੀਕਲ 2 ਨੂੰ ਸੰਸਦ ਨੇ ਕਿੱਥੇ ਕਿੱਥੇ ਯੂਜ਼ ਕੀਤਾ, ਇਹਦੇ ਵਿੱਚ ਦਿੱਤਾ ਨਹੀਂ ਹੋਇਆ। ਇੱਥੇ ਇੱਕ ਟੈਰੀਟਰੀ ਪੈਂਦੀ ਹੈ, ਇੱਕ ਨਹੀਂ ਦੋ, ਮਤਲਬ ਹੁਣ ਤਾਂ ਇੱਕ ਹੀ ਹੈ, ਪਹਿਲਾਂ ਦੋ ਹੁੰਦੇ ਸੀ, ਦਾਦਰ ਨਗਰ ਹਵੇਲੀ ਅਤੇ ਦਮਨ ਐਂਡ ਦਿਊ, ਠੀਕ ਹੈ ਜੀ। ਹੁਣ ਤਾਂ ਦੋਨਾਂ ਨੂੰ ਮਿਲਾ ਕੇ ਇੱਕ ਕਰ ਦਿੱਤਾ ਗਿਆ। ਇੱਥੇ ਜਿਹੜੀ ਦਾਦਰ ਨਗਰ ਹਵੇਲੀ ਹੈ ਨਾ, ਦਾਦਰ ਨਗਰ ਹਵੇਲੀ DNH, ਇਹਨੂੰ 1954 ਦੇ ਵਿੱਚ ਭਾਰਤ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ। ਪਹਿਲਾਂ 1954 ਦੇ ਵਿੱਚ ਕਬਜ਼ੇ ਦੇ ਵਿੱਚ ਲੈ ਕੇ ਅਤੇ ਕੁਛ ਸਾਲਾਂ ਤੱਕ ਇਹਨੂੰ ਮਤਲਬ ਇੱਕ ਐਕਵਾਇਰਡ ਟੈਰੀਟਰੀ ਦੇ ਤੌਰ 'ਤੇ ਇਹਦਾ ਸ਼ਾਸਨ ਚਲਾਇਆ, ਠੀਕ ਹੈ ਜੀ। ਮਤਲਬ ਕਿ ਇਹਨੂੰ ਆਪਣੇ ਵਿੱਚ ਨਾ ਤਾਂ ਯੂਨੀਅਨ ਟੈਰੀਟਰੀ ਦੇ ਤੌਰ 'ਤੇ ਮਿਲਾਇਆ ਅਤੇ ਨਾ ਹੀ ਕੋਈ ਸਟੇਟ ਬਣਾਇਆ ਦਾਦਰ ਨਗਰ ਹਵੇਲੀ ਨੂੰ, ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ 1961 ਦੇ ਵਿੱਚ 10ਵੇਂ ਸੰਵਿਧਾਨ ਸੰਸ਼ੋਧਨ ਨਾਲ ਇਹਨੂੰ ਐਜ਼ ਅ ਯੂਨੀਅਨ ਟੈਰੀਟਰੀ ਭਾਰਤ ਦੀ ਸੰਸਦ ਨੇ ਭਾਰਤ ਦੇ ਵਿੱਚ ਮਿਲਾ ਲਿਆ, ਠੀਕ ਹੈ ਜੀ। ਇਹ ਕੁਛ ਅਮੈਂਡਮੈਂਟਸ ਤੁਸੀਂ ਯਾਦ ਰੱਖਿਓ, 10ਵਾਂ 12ਵਾਂ 14ਵਾਂ ਅਤੇ ਉਸ ਤੋਂ ਬਾਅਦ 35ਵਾਂ ਅਤੇ 36ਵਾਂ ਬਾਰੇ ਤਾਂ ਆਪਾਂ ਅਲੱਗ ਤੋਂ ਗੱਲ ਕਰਾਂਗੇ ਕਿਉਂਕਿ ਇਹ ਦੋਨੋਂ ਸਿੱਕਿਮ ਨਾਲ ਸੰਬੰਧਿਤ ਨੇ, ਠੀਕ ਹੈ ਜੀ। ਆਹ ਜਿਹੜੇ ਤਿੰਨੋਂ ਨੇ ਇਹ ਜਿਹੜੀਆਂ ਬਾਹਰ ਦੀਆਂ ਸਟੇਟਾਂ ਆਪਾਂ ਬਾਹਰ ਦੀ ਟੈਰੀਟਰੀ ਮਲਾਈ ਆਪਣੇ ਵਿੱਚ ਉਹਨਾਂ ਨਾਲ ਸੰਬੰਧਿਤ ਨੇ, ਠੀਕ ਹੈ ਜੀ। ਅਤੇ ਜਿਹੜੀ ਦਾਦਰ ਨਗਰ ਹਵੇਲੀ ਜਿਹੜਾ ਹੈਗਾ ਸੀ DNH ਹੈ ਨਾ, ਦਾਦਰ ਨਗਰ ਹਵੇਲੀ ਕਿਹਦੀ ਟੈਰੀਟਰੀ ਸੀ, ਇਹ ਪੁਰਤਗਾਲੀਆਂ ਦੀ ਟੈਰੀਟਰੀ ਸੀ। ਉਸ ਤੋਂ ਬਾਅਦ ਗੋਆ ਦੇ ਨਾਲ ਦਮਨ ਐਂਡ ਦਿਊ, ਠੀਕ ਹੈ ਜੀ। ਇਹਨਾਂ ਦੋਨਾਂ ਨੂੰ 1961 ਦੇ ਵਿੱਚ ਭਾਰਤ ਦੀ ਸੰਸਦ ਨੇ ਸਿੰਪਲ ਮੈਜੋਰਟੀ ਨਾਲ ਹੀ ਬਿੱਲ ਪਾਸ ਕਰਕੇ, ਮਤਲਬ 12ਵੇਂ ਸੰਵਿਧਾਨ ਸੰਸ਼ੋਧਨ ਨਾਲ, ਠੀਕ ਹੈ ਜੀ। 12ਵੇਂ ਸੰਵਿਧਾਨ ਸੰਸ਼ੋਧਨ ਨਾਲ ਐਜ਼ ਅ ਯੂਨੀਅਨ ਟੈਰੀਟਰੀ ਭਾਰਤ ਦੇ ਵਿੱਚ ਮਿਲਾ ਲਿਆ ਸੀ। ਕਿਹੜੇ ਗੋਆ ਅਤੇ ਦਮਨ ਐਂਡ ਦਿਊ ਨੂੰ। ਦੇਖੋ ਇਹ ਦੋਨੋਂ ਟੈਰੀਟਰੀਆਂ ਕਿਹੜੇ ਦੇਸ਼ ਦੇ ਅੰਡਰ ਉਸ ਟਾਈਮ ਆਉਂਦੀਆਂ ਸੀ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ, ਠੀਕ ਹੈ ਜੀ। ਅਤੇ ਬਾਕੀ ਆਪਰੇਸ਼ਨ ਵਿਜੇ ਚਲਾ ਕੇ, ਮਤਲਬ ਕਿ ਪੁਲਿਸ ਫੋਰਸ ਭੇਜ ਕੇ ਉੱਥੇ ਫਿਰ ਗੋਆ 'ਤੇ ਕਬਜ਼ਾ ਕੀਤਾ ਸੀ ਭਾਰਤ ਦੀ ਸਰਕਾਰ ਨੇ, ਠੀਕ ਹੈ ਜੀ। ਦੋਨੋਂ 61 ਦੇ ਵਿੱਚ ਮਿਲਾਏ ਗਏ ਨੇ, ਦੋਨੋਂ ਨਹੀਂ ਤਿੰਨੋਂ, ਮਤਲਬ ਦਾਦਰ ਨਗਰ ਹਵੇਲੀ ਵੀ, ਦਮਨ ਦਿਊ ਅਤੇ ਗੋਆ ਵੀ। ਅਤੇ ਉਸ ਤੋਂ ਬਾਅਦ ਪੁਡੂਚੇਰੀ, ਜਿਹਨੂੰ ਪੁਡੂਚੇਰੀ ਤਾਂ ਹੁਣ ਕਹਿੰਦੇ ਆਪਾਂ, ਪਹਿਲਾਂ ਇਹਨੂੰ ਪੁਡੂਚੇਰੀ ਨਹੀਂ ਕਿਹਾ ਜਾਂਦਾ ਸੀ, ਪੁਡੂਚੇਰੀ ਨਹੀਂ ਕਿਹਾ ਜਾਂਦਾ ਸੀ, ਇਹਨੂੰ ਪਹਿਲਾਂ ਆਪਾਂ ਪੌਂਡੀਚੇਰੀ ਕਹਿੰਦੇ ਸੀ, ਠੀਕ ਹੈ ਜੀ। 1954 ਤੱਕ ਇਹ ਫਰਾਂਸ ਦੇ ਅੰਡਰ ਰਿਹਾ। ਫਰਾਂਸ ਨੇ 1954 ਦੇ ਵਿੱਚ ਇਹ ਟੈਰੀਟਰੀ ਭਾਰਤੀਆਂ ਨੂੰ ਮਤਲਬ ਦੇਤੀ ਸੀ, ਭਾਰਤ ਦੀ ਸਰਕਾਰ ਨੂੰ। ਅਤੇ ਉਸ ਤੋਂ ਬਾਅਦ 1962 ਦੇ ਵਿੱਚ ਭਾਰਤ ਨੇ ਇਹਨੂੰ ਐਜ਼ ਅ ਯੂਨੀਅਨ ਟੈਰੀਟਰੀ ਆਪਣੇ ਮਤਲਬ ਭਾਰਤ ਦੀ ਸੰਸਦ ਨੇ ਇਹਨੂੰ ਮਿਲਾ ਲਿਆ ਸੀ ਭਾਰਤ ਦੇ ਵਿੱਚ, ਠੀਕ ਹੈ ਜੀ। ਯੂਨੀਅਨ ਟੈਰੀਟਰੀ ਬਾਰੇ ਤੁਹਾਨੂੰ ਵੀਡੀਓ ਸ਼ਾਇਦ ਬਣਾ ਕੇ ਨਹੀਂ ਦਿੱਤੀ, ਇਹ ਜ਼ਰੂਰ ਬਣਾ ਕੇ ਦੇਵਾਂਗੇ ਕਿਉਂਕਿ ਇਹਦੇ ਵਿੱਚ ਵੀ 4 ਡਿਸਟ੍ਰਿਕਟ ਆਉਂਦੀਆਂ ਨੇ, ਠੀਕ ਹੈ ਜੀ। ਅਲੱਗ-ਅਲੱਗ ਸਟੇਟਸ ਦੇ ਵਿੱਚ ਪੈਂਦੀਆਂ ਨੇ। ਇਹਨਾਂ ਦੇ ਬਾਰੇ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦਾ, ਇਹ ਤੁਹਾਡਾ ਕਨਫਿਊਜ਼ਨ ਜ਼ਰੂਰ ਦੂਰ ਕਰਾਂਗੇ, ਠੀਕ ਹੈ। ਇਹਦੇ ਨਾਲ ਸੰਬੰਧਿਤ ਜਲਦੀ ਵੀਡੀਓ ਤੁਹਾਨੂੰ ਬਣਾ ਕੇ ਆਪਾਂ ਦੇ ਦਾਂਗੇ। ਅਤੇ ਉਸ ਤੋਂ ਬਾਅਦ ਕਰਦੇ ਹਾਂ ਗੱਲ ਸਿੱਕਿਮ ਦੀ। ਦੇਖੋ ਸਿੱਕਿਮ ਜਿਸ ਟਾਈਮ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ 1948 ਦੇ ਵਿੱਚ ਹੀ ਭਾਰਤ ਦੀ ਸਰਕਾਰ ਨੇ ਕੁਛ ਇਹਦੇ ਮਤਲਬ ਕੁਛ ਸਿਕਿਉਰਿਟੀ ਇਹਦੀ ਆਪਣੇ ਅੰਡਰ ਲੈ ਲਈ ਸੀ, ਠੀਕ ਹੈ ਜੀ। ਜਿਵੇਂ ਉਹਦੀ ਟੈਲੀਕਮਿਊਨੀਕੇਸ਼ਨ ਹੋ ਗਿਆ, ਫੋਰਨ ਅਫੇਅਰਸ ਹੋ ਗਏ, ਉਹਦੀ ਸਿਕਿਉਰਿਟੀ ਸਾਰੀ ਭਾਰਤ ਦੇ ਅੰਡਰ ਸੀ। ਪਰ 35ਵੇਂ ਸੰਵਿਧਾਨ ਸੰਸ਼ੋਧਨ ਨਾਲ ਜਿਹੜੀ ਉੱਥੇ ਦੀ ਮਤਲਬ ਪਬਲਿਕ ਚਾਹੁੰਦੀ ਸੀ ਕਿ ਭਾਰਤ ਦੀ ਸਰਕਾਰ ਸਿੱਕਿਮ ਨੂੰ ਆਪਣੇ ਅੰਦਰ ਮਿਲਾ ਲਵੇ। ਤਾਂ 35ਵੇਂ ਸੰਵਿਧਾਨ ਸੰਸ਼ੋਧਨ ਨਾਲ ਸਰਕਾਰ ਨੇ ਕੀ ਕਰਿਆ, 35ਵੇਂ ਸੰਵਿਧਾਨ ਸੰਸ਼ੋਧਨ ਨਾਲ ਸਿੱਕਿਮ ਨੂੰ ਮਤਲਬ ਇੱਕ ਤਰ੍ਹਾਂ ਦੀ ਵੀ ਸਹਿਯੋਗੀ ਸਟੇਟ ਦੇ ਤੌਰ 'ਤੇ ਭਾਰਤ ਦੇ ਵਿੱਚ ਇਹਨੂੰ ਐਡ ਕਰ ਲਿਆ। ਭਾਰਤ ਦੀ ਕੋਈ ਟੈਰੀਟਰੀ ਜਾਂ ਯੂਨੀਅਨ ਟੈਰੀਟਰੀ ਜਾਂ ਸਟੇਟ ਨਹੀਂ ਬਣਾਇਆ, ਇੱਕ ਸਹਿਯੋਗੀ ਸਟੇਟ ਬਣਾ ਕੇ ਰੱਖਿਆ। ਸ਼ਾਸਨ ਕਿਹਦਾ ਚੱਲ ਰਿਹਾ ਉੱਥੇ, ਚੋਗੀਵਾਲ ਵੰਸ਼ ਦਾ ਹੀ, ਠੀਕ ਹੈ ਜੀ। ਇਹਦੇ ਵਿੱਚ ਸ਼ਾਇਦ ਨਹੀਂ ਦਿੱਤਾ ਹੋਇਆ, ਚੋਗੀਵਾਲ ਵੰਸ਼ ਦਾ ਸ਼ਾਸਨ ਰਿਹਾ ਇੱਥੇ, ਠੀਕ ਹੈ। ਪਰ ਜਿਹੜੀ ਉੱਥੇ ਦੀ ਪਬਲਿਕ ਸੀ ਉਹ ਨਹੀਂ ਖੁਸ਼ ਸੀ, ਤਾਂ ਉਹਨਾਂ ਨੇ ਫਿਰ ਜਦੋਂ ਬਹੁਤ ਜ਼ਿਆਦਾ ਹੋਰ ਵਿਦਰੋਹ ਕੀਤਾ ਤਾਂ ਭਾਰਤ ਨੇ ਫੌਜ ਭੇਜ ਕੇ ਉੱਥੇ ਰੈਫਰੈਂਡਮ ਕਰਵਾ ਕੇ ਫਿਰ ਭਾਰਤੀ ਸੰਵਿਧਾਨ ਦੇ ਵਿੱਚ 36ਵਾਂ ਸੰਵਿਧਾਨ ਸੰਸ਼ੋਧਨ ਕੀਤਾ ਗਿਆ, ਜਿਹਦੇ ਨਾਲ
ਸਿੱਕਿਮ ਨੂੰ ਐਜ਼ ਅ ਸਟੇਟ ਭਾਰਤ ਦੇ ਵਿੱਚ ਐਂਟਰ ਕੀਤਾ ਗਿਆ। ਠੀਕ ਹੈ ਜੀ। 35ਵਾਂ ਸੰਵਿਧਾਨ ਸੰਸ਼ੋਧਨ 1974 ਦੇ ਵਿੱਚ ਹੋਇਆ ਸੀ, 1974 'ਚ, 36ਵਾਂ 1975 ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਅਤੇ ਇੱਕ ਚੀਜ਼ ਹੋਰ ਇਹਦੇ ਵਿੱਚ ਤੁਸੀਂ ਯਾਦ ਕਰ ਲਿਓ, ਤੁਸੀਂ ਜਿਹੜੇ ਬੱਚੇ ਐਡਵਾਂਸ ਲੈਵਲ ਦੀ ਸਟੱਡੀ ਕਰਦੇ ਨੇ ਸਟੇਟ PCSE ਜਾਂ UPSC ਲੈਵਲ ਦੀ, ਉਹ ਜੇ ਉਹਨਾਂ ਨੇ ਸੰਵਿਧਾਨ ਦੇ ਆਰਟੀਕਲਸ ਪੜ੍ਹੇ ਨੇ ਤਾਂ ਕਿਸੇ ਜਗ੍ਹਾ 'ਤੇ ਆਰਟੀਕਲ 2A ਲਿਖਿਆ ਹੁੰਦਾ। ਠੀਕ ਹੈ, 2A ਪਿੱਛੇ ਲਿਖਿਆ ਹੁੰਦਾ ਨਿਰਸਤ। ਠੀਕ ਹੈ ਜੀ। ਉਹ ਨਿਰਸਤ ਕਰਨ ਦਾ ਮਤਲਬ ਇਹੀ ਸੀ ਕਿ ਜਿਹੜਾ ਆਰਟੀਕਲ 2 ਸੀ, ਆਰਟੀਕਲ 2 ਐਡ ਕੀਤਾ ਗਿਆ ਸੀ 35ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ, ਕਿਹਦੇ ਲਈ? ਸਿੱਕਿਮ ਦੇ ਲਈ। ਅਤੇ 36ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਉਹਨੂੰ ਕਰਤਾ ਸੀ ਖਾਰਜ। ਅਤੇ ਇੱਕ ਤੁਸੀਂ ਸ਼ਡਿਊਲ ਵੀ ਪੜ੍ਹਦੇ ਹੋ, 10ਵਾਂ ਸ਼ਡਿਊਲ, ਜਿਹਦੇ ਵਿੱਚ ਦਲ ਬਦਲ ਦਾ ਪ੍ਰੋਵੀਜ਼ਨ ਕੀਤਾ ਗਿਆ। ਜਿਹੜਾ 10ਵਾਂ ਸ਼ਡਿਊਲ ਸੀ, ਦਲ ਬਦਲ ਵਾਲਾ ਪ੍ਰੋਵੀਜ਼ਨ ਤਾਂ ਐਡ ਕੀਤਾ ਗਿਆ ਸੀ 1985 ਦੇ ਵਿੱਚ, ਪਰ ਉਸ ਤੋਂ ਪਹਿਲਾਂ 1976 ਦੇ ਵਿੱਚ 35ਵੇਂ ਸੰਵਿਧਾਨ ਸੰਸ਼ੋਧਨ ਦੇ ਨਾਲ ਹੀ ਸਿੱਕਿਮ ਵਾਸਤੇ 10ਵਾਂ ਜਿਹੜਾ ਸ਼ਡਿਊਲ ਉਹ ਐਡ ਕੀਤਾ ਗਿਆ ਸੀ। ਠੀਕ ਹੈ ਜੀ। 36ਵੇਂ ਸੰਵਿਧਾਨ ਸੰਸ਼ੋਧਨ ਦੇ ਨਾਲ ਇਹਨਾਂ ਦੋਨਾਂ ਨੂੰ ਖਾਰਜ ਕਰਤਾ ਸੀ, ਕਿਉਂਕਿ 35ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਤਾਂ ਸਿੱਕਿਮ ਸੀ ਜਿਹੜਾ ਇੱਕ ਸਹਿਕਾਰੀ ਮਤਲਬ ਇੱਕ ਸਹਿਯੋਗੀ ਸਟੇਟ ਸੀ, ਅਤੇ 36ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਇਹ ਭਾਰਤ ਦੀ ਟੈਰੀਟਰੀ ਦੇ ਵਿੱਚ ਐਡ ਹੋ ਗਿਆ ਸੀ। ਠੀਕ ਹੈ ਜੀ। ਤਾਂ ਜਿਹੜੀ ਸ਼ਡਿਊਲ 2A ਆਰਟੀਕਲ 2A ਅਤੇ ਸ਼ਡਿਊਲ 10ਵਾਂ ਦੋਨਾਂ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ। ਠੀਕ ਹੈ ਜੀ। ਚੱਲਦੇ ਅੱਗੇ, ਦੇਖੋ ਆਪਾਂ, ਉਮੀਦ ਹੈ ਕਿ ਤੁਹਾਨੂੰ ਸਮਝ ਸਾਰਾ ਕੁਝ ਲੱਗੀ ਗਿਆ ਹੋਣਾ। ਲਿਖ ਕੇ ਵੀ ਤੁਹਾਨੂੰ ਸਾਰਾ ਕੁਝ ਦਿੱਤਾ ਹੈ। ਦਾਦਰਾ ਨਗਰ ਹਵੇਲੀ 1954 ਤੱਕ ਪੁਰਤਗਾਲੀਆਂ ਦੇ ਅੰਡਰ ਰਿਹਾ। ਠੀਕ ਹੈ ਜੀ। 61 ਦੇ ਵਿੱਚ 10ਵਾਂ ਸੰਵਿਧਾਨ ਸੰਸ਼ੋਧਨ ਨਾਲ ਭਾਰਤ ਨੇ ਇਹਨੂੰ ਆਪਣੇ ਵਿੱਚ ਮਿਲਾ ਲਿਆ ਸੀ। ਗੋਆ, ਦਮਨ, ਦਿਊ ਇਹਨਾਂ ਨੂੰ 12ਵੇਂ ਸੰਵਿਧਾਨ ਸੰਸ਼ੋਧਨ ਨਾਲ, ਠੀਕ ਹੈ ਜੀ, ਐਜ਼ ਅ ਯੂਨੀਅਨ ਟੈਰੀਟਰੀ ਮਿਲਾ ਲਿਆ ਸੀ। ਗੋਆ 1987 ਤੱਕ ਯੂਨੀਅਨ ਟੈਰੀਟਰੀ ਰਿਹਾ। 1987 ਦੇ ਵਿੱਚ ਇਹਨੂੰ ਕੰਪਲੀਟ ਸਟੇਟ ਦਾ ਦਰਜਾ ਦੇ ਦਿੱਤਾ ਗਿਆ ਸੀ। ਠੀਕ ਹੈ ਜੀ। ਇਹਦੇ ਬਾਰੇ ਆਪਾਂ ਅੱਗੇ ਵੀ ਡਿਸਕਸ ਕਰਾਂਗੇ, ਤਾਂ ਕੋਈ ਗੱਲ ਨਹੀਂ। ਠੀਕ ਹੈ। ਉਸ ਤੋਂ ਬਾਅਦ ਪੁਡੂਚੇਰੀ ਮਤਲਬ ਪੌਂਡੀਚੇਰੀ ਕਹਿੰਦੇ ਸੀ ਉਸ ਟਾਈਮ। ਇਹ ਵੀ 1954 ਤੱਕ ਫਰਾਂਸ ਦੇ ਅੰਡਰ ਸੀ। ਉਹਨੇ ਭਾਰਤ ਨੂੰ ਦੇਤਾ ਸੀ 14ਵੇਂ ਸੰਵਿਧਾਨ ਸੰਸ਼ੋਧਨ ਨਾਲ। ਪੁਡੂਚੇਰੀ 14ਵੇਂ ਸੰਵਿਧਾਨ ਸੰਸ਼ੋਧਨ ਨਾਲ ਐਜ਼ ਅ ਯੂਨੀਅਨ ਟੈਰੀਟਰੀ ਭਾਰਤ 'ਚ ਮਿਲਾਇਆ ਗਿਆ ਸੀ। ਠੀਕ ਹੈ ਜੀ। ਦੇਖੋ, 10ਵੇਂ ਸੰਵਿਧਾਨ ਸੰਸ਼ੋਧਨ ਨਾਲ ਦਾਦਰਾ ਨਗਰ ਹਵੇਲੀ, 10ਵੇਂ ਸੰਵਿਧਾਨ ਸੰਸ਼ੋਧਨ ਨਾਲ ਦਾਦਰਾ ਨਗਰ ਹਵੇਲੀ, ਠੀਕ ਹੈ ਜੀ। 12ਵੇਂ ਨਾਲ ਦਮਨ ਦਿਊ ਤੇ ਗੋਆ, 14ਵੇਂ ਨਾਲ ਪੁਡੂਚੇਰੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਸਿੱਕਿਮ ਸੀ, ਸਿੱਕਿਮ ਬਾਰੇ ਆਪਾਂ ਗੱਲ ਕਰੀ ਚੁੱਕੇ ਹਾਂ। 35ਵਾਂ ਅਤੇ 36ਵਾਂ ਸੰਵਿਧਾਨ ਸੰਸ਼ੋਧਨ ਸੀ ਜਿਹੜੇ ਉਹ ਸਿੱਕਿਮ ਨਾਲ ਸੰਬੰਧਿਤ ਸੀ। ਚੋਗਿਆਲ ਵੰਸ਼ ਸੀ ਇੱਥੇ। 36ਵੇਂ ਸੰਵਿਧਾਨ ਸੰਸ਼ੋਧਨ ਨਾਲ ਉਹਨੂੰ ਖਤਮ ਕਰਤਾ ਸੀ, ਉੱਥੋਂ ਭਾਰਤ ਨੇ ਇਹਨੂੰ ਆਪਣੇ ਅੰਡਰ ਲੈ ਲਿਆ ਸੀ। ਠੀਕ ਹੈ। ਦੇਖੋ, ਚੱਲਦੇ ਹਾਂ ਅੱਗੇ। ਇਹ ਆਰਟੀਕਲ 2 ਤੁਹਾਨੂੰ ਸਮਝ ਲੱਗੀ ਗਿਆ ਹੋਣਾ। ਇਹਦੇ ਵਿੱਚ ਇਹ 3-4 ਰੀਜ਼ਨ ਸੀ ਜਿਹੜੇ ਭਾਰਤ ਨੇ ਆਜ਼ਾਦੀ ਤੋਂ ਬਾਅਦ ਆਪਣੇ ਵਿੱਚ ਐਡ ਕੀਤੇ ਸੀ। ਠੀਕ ਹੈ ਜੀ। ਆਰਟੀਕਲ 3 ਹੈ ਜਿਹੜਾ ਸਭ ਤੋਂ ਜ਼ਿਆਦਾ ਮੇਨ ਆ। ਦੇਖੋ, ਇਹਦੇ ਵਿੱਚ ਕੀ ਲਿਖਿਆ ਹੋਇਆ ਕਿ ਭਾਰਤ ਦੇ ਅੰਦਰੂਨੀ ਹਿੱਸਿਆਂ ਵਿੱਚ ਤਬਦੀਲੀ ਕਰਨਾ, ਜਿਵੇਂ ਇੱਕ ਰਾਜ ਤੋਂ ਨਵਾਂ ਰਾਜ ਬਣਾਉਣਾ ਹੋਵੇ, ਜਾਂ ਰਾਜਾਂ ਨੂੰ ਆਪਸ ਵਿੱਚ ਮਰਜ ਕਰਨਾ ਹੋਵੇ, ਜਾਂ ਰਾਜਾਂ ਦੇ ਨਾਮ ਤਬਦੀਲ ਕਰਨੇ ਹੋਣ। ਪੰਜਾਬ ਅਤੇ ਹਰਿਆਣੇ ਨੂੰ ਜਿਵੇਂ 1966 ਦੇ ਵਿੱਚ ਕਰਿਆ ਗਿਆ ਸੀ। ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ 2014 ਦੇ ਵਿੱਚ ਕਰਿਆ ਗਿਆ ਸੀ। ਦੇਖੋ, ਇਹਦਾ ਬੈਕਗਰਾਊਂਡ ਪੂਰਾ ਸਮਝਣ ਦੀ ਕੋਸ਼ਿਸ਼ ਕਰਿਓ। 1950 ਦੇ ਵਿੱਚ ਜਿਸ ਟਾਈਮ ਸੰਵਿਧਾਨ ਲਾਗੂ ਹੋਇਆ ਤਾਂ ਸੰਵਿਧਾਨ ਦੇ ਵਿੱਚ 4 ਤਰ੍ਹਾਂ ਦੀ ਮਤਲਬ ਕੈਟਾਗਰੀਆਂ ਬਣਾਈਆਂ ਹੋਈਆਂ ਸੀ ਸਟੇਟਾਂ ਨਾਲ ਸੰਬੰਧਿਤ। ਕੈਟਾਗਰੀ A ਦੇ ਵਿੱਚ ਰੱਖੀਆਂ ਹੋਈਆਂ ਸੀ ਜਿਹੜੀਆਂ ਬ੍ਰਿਟਿਸ਼ ਪ੍ਰਾਂਤ ਹੁੰਦੇ ਸੀ ਜਿਹੜੇ। ਠੀਕ ਹੈ ਜੀ। ਬ੍ਰਿਟਿਸ਼ ਪ੍ਰਾਂਤ ਹੁੰਦੇ ਸੀ। 2 ਦੇ ਵਿੱਚ B ਦੇ ਵਿੱਚ ਰੱਖਿਆ ਹੋਇਆ ਹੁੰਦਾ ਸੀ ਜਿਹੜੇ B ਦੇ ਵਿੱਚ ਹੁੰਦੇ ਸੀ ਜਿਹੜੇ ਪ੍ਰਿੰਸਲੀ ਸਟੇਟਸ ਜਿਹੜੀਆਂ ਹੁੰਦੀਆਂ ਸੀ। ਠੀਕ ਹੈ ਜੀ। ਪ੍ਰਿੰਸਲੀ ਸਟੇਟਸ। C ਦੇ ਵਿੱਚ ਹੁੰਦੇ ਸੀ ਜਿਹੜੇ ਚੀਫ ਕਮਿਸ਼ਨਰ ਵਾਲੇ ਹੁੰਦੇ ਸੀ, ਚੀਫ ਕਮਿਸ਼ਨਰ ਦੇ ਅੰਡਰ ਜਿਹੜੇ ਖੇਤਰ ਹੁੰਦੇ ਸੀ। ਅਤੇ D ਦੇ ਵਿੱਚ ਹੁੰਦੇ ਸੀ ਯੂਨੀਅਨ ਟੈਰੀਟਰੀਜ਼। ਮਤਲਬ ਕਿ 1950 ਦੇ ਵਿੱਚ ਭਾਰਤ ਦੀ ਸਿਰਫ ਇੱਕੋ ਯੂਨੀਅਨ ਟੈਰੀਟਰੀ ਸੀ, ਉਹ ਸੀ ਅੰਡੇਮਾਨ ਅਤੇ ਨਿਕੋਬਾਰ। ਅੰਡੇਮਾਨ ਨਿਕੋਬਾਰ ਕਿੱਥੇ ਪੈਂਦਾ? ਬੰਗਾਲ ਦੀ ਖਾੜੀ ਦੇ ਵਿੱਚ ਪੈਂਦਾ ਹੈ। ਠੀਕ ਹੈ ਜੀ। ਉਹ ਤੁਹਾਨੂੰ ਆਪਾਂ ਬਾਅਦ 'ਚ ਸਮਝਾ ਦਾਂਗੇ, ਕੋਈ ਗੱਲ ਨਹੀਂ। ਠੀਕ ਹੈ। ਤਾਂ ਇੱਕ ਤੁਸੀਂ 7ਵਾਂ ਜਿਹੜਾ ਭਾਗ ਪੜ੍ਹਦੇ ਹੋ ਕਿਸੇ ਜਗ੍ਹਾ 'ਤੇ ਨਹੀਂ, ਮਤਲਬ ਜਿੱਥੇ ਵੀ ਪੜ੍ਹਦੇ ਹੋ, ਜਿਹੜਾ 7ਵਾਂ ਭਾਗ ਹੈ, 7ਵਾਂ ਭਾਗ ਨਿਰਸਤ ਲਿਖਿਆ ਹੁੰਦਾ। 7ਵੇਂ ਭਾਗ ਦੇ ਨਿਰਸਤ ਹੋਣ ਦਾ ਕਾਰਨ ਕੀ ਸੀ ਪਤਾ ਹੈ? ਜਿਹੜੇ ਰੀਜ਼ਨ ਮਤਲਬ ਪ੍ਰਿੰਸਲੀ ਸਟੇਟਸ ਸੀ ਨਾ ਜਿਹੜੀਆਂ, ਮਤਲਬ 7ਵੇਂ ਭਾਗ ਦੇ ਵਿੱਚ ਲਿਖਿਆ ਕਿ ਜਿਹੜੀ ਕੈਟਾਗਰੀ B ਦੀਆਂ ਸਟੇਟਸ ਨੇ ਉਹਨਾਂ ਬਾਰੇ ਪ੍ਰੋਵੀਜ਼ਨਸ ਕੀਤੇ ਹੋਏ ਸੀ। ਠੀਕ ਹੈ। 1956 ਦੇ ਵਿੱਚ ਇਹ ਸਾਰੀਆਂ ਕੈਟਾਗਰੀਜ਼ ਖਤਮ ਕਰ ਦਿੱਤੀਆਂ ਗਈਆਂ। ਇਸ ਲਈ ਜਿਹੜੀ B ਕੈਟਾਗਰੀ ਸੀ ਉਹ ਵੀ ਖਤਮ ਕਰ ਦਿੱਤੀ ਗਈ, ਤਾਂ ਕਰਕੇ ਜਿਹੜਾ 7ਵਾਂ ਭਾਗ ਸੀ ਉਹਨੂੰ ਵੀ ਖਤਮ ਕਰ ਦਿੱਤਾ ਗਿਆ। ਠੀਕ ਹੈ ਜੀ। ਹੋਪ ਤੁਹਾਨੂੰ ਸਮਝ ਆ ਗਿਆ ਹੋਣਾ। ਬਾਕੀ ਅੱਗੇ ਤੁਹਾਨੂੰ ਹੋਰ ਇੱਕ ਵਾਰੀ ਪਤਾ ਲੱਗੂਗਾ ਜਿਸ ਟਾਈਮ ਅੱਗੇ ਤੁਹਾਨੂੰ ਸਮਝਾਉਣਾ। ਦੇਖੋ, ਭਾਸ਼ਾਈ ਪ੍ਰਾਂਤ ਆਯੋਗ। ਠੀਕ ਹੈ ਜੀ। ਧਾਰ ਜਿਹਨੂੰ ਆਪਾਂ ਧਾਰ ਕਮਿਸ਼ਨ ਕਹਿੰਦੇ ਹਾਂ, SK ਧਾਰ ਇਹਦੇ ਚੇਅਰਮੈਨ ਸੀ। ਜੂਨ 1948 ਦੇ ਵਿੱਚ ਸੀਕੁਐਂਸ ਸਮਝਣ ਦੀ ਕੋਸ਼ਿਸ਼ ਕਰਿਓ ਹਰੇਕ ਚੀਜ਼ ਦਾ। 1948 ਦੇ ਵਿੱਚ ਇਹ ਅਪੋਇੰਟ ਕੀਤਾ ਗਿਆ ਸੀ। ਠੀਕ ਹੈ ਜੀ। ਇਹਨੇ 48 ਜੂਨ ਦੇ ਵਿੱਚ ਅਪੋਇੰਟ ਕੀਤਾ। 6 ਮਹੀਨੇ ਬਾਅਦ ਇਹਨੇ ਆਪਣੀ ਰਿਪੋਰਟ ਪੇਸ਼ ਕਰੀ ਦਸੰਬਰ 1948 ਦੇ ਵਿੱਚ। ਇਹਨੇ ਕਿਹਾ ਕਿ ਰਾਜਾਂ ਦਾ ਜਿਹੜਾ ਪੁਨਰਗਠਨ ਉਹ ਪ੍ਰਸ਼ਾਸਨ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ, ਨਾ ਕਿ ਭਾਸ਼ਾ ਦੇ ਆਧਾਰ 'ਤੇ। ਠੀਕ ਹੈ ਜੀ। ਕਿਉਂਕਿ ਸਾਰੇ ਜਿਹੜੇ ਸਟੇਟ ਸੀ, ਮਤਲਬ
ਉਹ ਭਾਸ਼ਾ ਦੇ ਆਧਾਰ 'ਤੇ ਅਲੱਗ-ਅਲੱਗ ਸਪੈਸ਼ਲੀ ਜਿਹੜੀਆਂ ਸਾਊਥ ਦੇ ਵਿੱਚ ਸਟੇਟਸ ਪੈਂਦੀਆਂ ਸੀ, ਠੀਕ ਹੈ ਜੀ, ਉਹ ਮੰਗ ਕਰ ਰਹੀਆਂ ਸੀ ਵੀ ਭਾਸ਼ਾ ਦੇ ਆਧਾਰ 'ਤੇ ਸਾਨੂੰ ਅਲੱਗ ਤੋਂ ਰਾਜ ਬਣਾ ਕੇ ਦਿਓ। ਇਸ ਲਈ ਸਰਕਾਰ ਨੇ ਜਿਹੜਾ ਇਹ ਆਯੋਗ ਬਣਾਇਆ ਸੀ, ਠੀਕ ਹੈ, ਇਹਨੇ ਰਿਪੋਰਟ ਪੇਸ਼ ਕੀਤੀ, ਕਹਿੰਦਾ ਭਾਸ਼ਾ ਦੇ ਆਧਾਰ 'ਤੇ ਨਹੀਂ, ਪ੍ਰਸ਼ਾਸਨ ਦੇ ਆਧਾਰ 'ਤੇ ਬਣਾਓ, ਠੀਕ ਹੈ ਜੀ। ਉਸ ਤੋਂ ਬਾਅਦ ਜਿਸ ਟਾਈਮ ਇਹਨੇ ਰਿਪੋਰਟ ਪੇਸ਼ ਕੀਤੀ ਤਾਂ 2-4 ਦਿਨਾਂ ਦੇ ਵਿੱਚ ਹੀ ਜਿਹੜੀ ਪਬਲਿਕ ਸੀ ਹੋਰ ਭੜਕ ਗਈ। ਫਿਰ ਸਰਕਾਰ ਨੇ ਕੀ ਕਰਿਆ, ਸਰਕਾਰ ਨੇ ਇੱਕ ਹੋਰ ਕਮੇਟੀ ਅਪਾਇੰਟ ਕੀਤੀ, JVP ਕਮੇਟੀ, ਦਸੰਬਰ ਦੇ ਵਿੱਚ, ਠੀਕ ਹੈ ਜੀ, ਦਸੰਬਰ 1948 ਦੇ ਵਿੱਚ। JVP ਦਾ ਮਤਲਬ ਇਹਦੇ ਵਿੱਚ ਜਿਹੜੇ ਮੈਂਬਰ ਸੀ, J ਮਤਲਬ ਜਵਾਹਰ ਲਾਲ ਨਹਿਰੂ, V ਮਤਲਬ ਵੱਲਭ ਭਾਈ ਪਟੇਲ, ਠੀਕ ਹੈ ਜੀ, P ਮਤਲਬ ਪੱਟਾਭੀ ਸੀਤਾਰਮਈਆ, ਇਹ ਤਿੰਨੋਂ ਦੇ ਮੈਂਬਰ ਸੀ। ਇਹਨੇ ਵੀ ਅਪ੍ਰੈਲ 1949 ਦੇ ਵਿੱਚ ਰਿਪੋਰਟ ਪੇਸ਼ ਕੀਤੀ। ਇਹਨੇ ਵੀ ਉਵੇਂ ਕਿਹਾ, ਕਹਿੰਦੇ ਵੀ ਭਾਸ਼ਾ ਦੇ ਆਧਾਰ 'ਤੇ ਸਟੇਟਾਂ ਦੀ ਵੰਡ ਨਹੀਂ ਕੀਤੀ ਜਾ ਸਕਦੀ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਪਬਲਿਕ ਹੋਰ ਭੜਕ ਗਈ। ਜਿਸ ਟਾਈਮ ਪਬਲਿਕ ਸੌਰੀ ਬਾਹਰ ਕੁਝ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਉਹਦੇ ਕਰਕੇ ਥੋੜ੍ਹਾ ਜਿਹਾ ਇੱਥੇ ਮਤਲਬ ਸ਼ੋਰ ਸ਼ਰਾਬਾ ਚੱਲਦਾ ਹੀ ਰਹਿੰਦਾ, ਠੀਕ ਹੈ ਜੀ। ਤੁਸੀਂ ਮੇਰੀ ਆਵਾਜ਼ 'ਤੇ ਅਤੇ ਵੀਡੀਓ 'ਤੇ ਧਿਆਨ ਦਿਓ, ਠੀਕ ਹੈ ਜੀ, ਸਮਝਣ ਦੀ ਕੋਸ਼ਿਸ਼ ਕਰੋ। ਹੁਣ JVP ਕਮੇਟੀ ਨੇ ਵੀ, ਇੱਕ ਮਿੰਟ, ਧਾਰ ਕਮਿਸ਼ਨ ਨੇ ਵੀ ਐਵੇਂ ਕਿਹਾ, JVP ਕਮੇਟੀ ਨੇ ਵੀ ਉਹਨੂੰ ਠੁਕਰਾਤਾ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਜ਼ਿਆਦਾ ਮੁੱਦਾ ਭੜਕ ਗਿਆ ਤਾਂ ਇੱਕ ਕੇਸ ਹੋਇਆ ਸੀ, ਮਦਰਾਸ ਇੱਕ ਟੈਰੀਟਰੀ ਸੀ ਜਿਹਨੂੰ ਅੱਜ ਆਪਾਂ ਤਾਮਿਲਨਾਡੂ ਕਹਿੰਦੇ ਹਾਂ, ਠੀਕ ਹੈ ਜੀ, ਤਾਮਿਲਨਾਡੂ ਕਹਿੰਦੇ ਹਾਂ। ਉਸ ਟਾਈਮ ਇੱਕ ਰਾਜ ਹੁੰਦਾ ਸੀ ਮਦਰਾਸ। ਮਦਰਾਸ ਦੇ ਵਿੱਚ 2 ਤਰ੍ਹਾਂ ਦੇ ਲੋਕ ਸੀ, ਇੱਕ ਤਾਮਿਲ ਬੋਲਣ ਵਾਲੇ, ਦੂਜੇ ਤੇਲਗੂ ਬੋਲਣ ਵਾਲੇ। ਜਿਹੜੇ ਤੇਲਗੂ ਬੋਲਣ ਵਾਲੇ ਲੋਕ ਸੀ ਉਹ ਅਲੱਗ ਤੋਂ ਮੰਗ ਕਰ ਰਹੇ ਸੀ ਕਿ ਸਾਨੂੰ ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ 'ਤੇ ਇੱਕ ਨਵਾਂ ਮਤਲਬ ਅਲੱਗ ਤੋਂ ਰਾਜ ਬਣਾ ਕੇ ਦਿੱਤਾ ਜਾਵੇ, ਠੀਕ ਹੈ ਜੀ। ਤਾਂ ਅਲੱਗ ਤੋਂ ਰਾਜ ਬਣਾ ਕੇ ਦੇਣ ਦੇ ਮਤਲਬ ਕਿ ਸਾਰੀਆਂ ਕਮੇਟੀਜ਼ ਤਾਂ ਐਵੇਂ ਕਹਿ ਰਹੀਆਂ ਸੀ ਕਿ ਨਹੀਂ ਬਣਾ ਕੇ ਦੇਣਾ। ਤਾਂ ਉਹਨਾਂ ਦਾ ਇੱਕ ਮਤਲਬ ਲੀਡਰ ਸੀ, ਜਿਹੜੇ ਤੇਲਗੂ ਬੋਲਣ ਵਾਲੇ ਸੀ, ਉਹਨਾਂ ਦਾ ਲੀਡਰ ਸੀ, ਉਹਦਾ ਨਾਮ ਸੀ ਪੋਟੀ ਸ਼੍ਰੀ ਰਾਮੱਲੂ। ਜਿਹੜੇ ਐਡੀਸ਼ਨਲ ਪੁਆਇੰਟਸ ਬੋਲੂੰਗਾ ਉਹਨਾਂ ਨੂੰ ਨੋਟ ਕਰਦੇ ਜਾਇਓ, ਹੋ ਸਕਦਾ ਤੁਹਾਨੂੰ ਉਹ ਬਹੁਤ ਮੁਸ਼ਕਿਲ ਨਾਲ ਕਿਤੋਂ ਮਿਲਣਗੇ, ਠੀਕ ਹੈ ਜੀ। ਪੋਟੀ ਸ਼੍ਰੀ ਰਾਮੱਲੂ ਉਹ 56 ਦਿਨ ਤੱਕ ਭੁੱਖ ਹੜਤਾਲ 'ਤੇ ਬੈਠਾ ਰਿਹਾ, ਇਸ ਲਈ ਕਿ ਸਾਨੂੰ ਅਲੱਗ ਤੋਂ ਸਟੇਟ ਬਣਾ ਕੇ ਦਿਓ, ਠੀਕ ਹੈ ਜੀ। 56 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਉਹਦੀ ਹੋ ਗਈ ਮੌਤ। ਜਿਸ ਟਾਈਮ ਉਹਦੀ ਮੌਤ ਹੋ ਗਈ ਤਾਂ ਪਬਲਿਕ ਹੋਰ ਜ਼ਿਆਦਾ ਭੜਕ ਗਈ। ਸਰਕਾਰ ਨੂੰ ਮਜਬੂਰ ਹੋਣਾ ਪਿਆ 1953 ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ ਅਲੱਗ ਤੋਂ ਰਾਜ ਬਣਾਉਣ ਦੇ ਲਈ, ਠੀਕ ਹੈ ਜੀ। 1953 ਦੇ ਵਿੱਚ ਅਲੱਗ ਤੋਂ ਜਿਸ ਟਾਈਮ ਰਾਜ ਬਣਾ ਤਾਂ ਆਂਧਰਾ ਪ੍ਰਦੇਸ਼ ਨੂੰ, ਆਂਧਰਾ ਪ੍ਰਦੇਸ਼ ਪਹਿਲਾ ਉਹ ਰਾਜ ਸੀ ਜਿਹੜਾ ਭਾਸ਼ਾ ਦੇ ਆਧਾਰ 'ਤੇ ਬਣਾਇਆ ਗਿਆ ਸੀ, ਠੀਕ ਹੈ ਜੀ। ਇਹ ਤਾਂ ਇੱਕ ਫੈਕਟ ਹੈ, ਇਹ ਤਾਂ ਵੈਸੇ ਨਾਰਮਲੀ ਤਕਰੀਬਨ ਬੱਚਿਆਂ ਨੂੰ ਪਤਾ ਹੀ ਹੋਣਾ, ਜਿਹੜੇ ਬੱਚੇ ਪੜ੍ਹਦੇ ਨੇ। ਭਾਸ਼ਾ ਦੇ ਆਧਾਰ 'ਤੇ ਗਠਿਤ ਹੋਣ ਵਾਲਾ ਪਹਿਲਾ ਜਿਹੜਾ ਰਾਜ ਸੀ ਉਹ ਆਂਧਰਾ ਪ੍ਰਦੇਸ਼ ਸੀ, ਠੀਕ ਹੈ ਜੀ। ਬੈਕਗਰਾਊਂਡ ਦਾ ਪਿੱਛੇ ਦਾ ਮੈਂ ਤੁਹਾਨੂੰ ਦੱਸਦਾ। ਹੁਣ ਦਸੰਬਰ 1953 ਦੇ ਵਿੱਚ ਇਹਨੂੰ ਬਣਾਤਾ, ਅਤੇ ਦਸੰਬਰ 1953 ਦੇ ਵਿੱਚ ਹੀ ਫਿਰ ਇੱਕ ਕਮਿਸ਼ਨ ਅਪੁਆਇੰਟ ਕੀਤਾ ਗਿਆ, ਫਜ਼ਲ ਅਲੀ ਕਮਿਸ਼ਨ, ਠੀਕ ਹੈ ਜੀ। ਉਹਨੂੰ ਕਿਹਾ ਗਿਆ ਇਹਦੇ ਲਈ ਰਿਪੋਰਟ ਤਿਆਰ ਕਰਨ ਦੇ ਲਈ। ਉਹਨੇ ਦਸੰਬਰ 1953 ਦੇ ਵਿੱਚ ਇਹ ਕਮਿਸ਼ਨ ਬਣਾਇਆ ਗਿਆ ਸੀ, ਉਹਨੇ ਆਪਣੀ ਰਿਪੋਰਟ ਪੇਸ਼ ਕੀਤੀ 1955 ਦੇ ਵਿੱਚ, ਠੀਕ ਹੈ ਜੀ। 1955 ਦੇ ਵਿੱਚ ਪੇਸ਼ ਕਰਕੇ ਉਹਨੇ ਕਿਹਾ ਕਿ ਜਿਹੜੀ ABCD ਕੈਟਾਗਰੀ ਨੇ ਇਹਨਾਂ ਨੂੰ ਕਰੋ ਖ਼ਤਮ, ਜਿਹੜੀਆਂ ਪਿੱਛੇ ਤੁਹਾਨੂੰ ਸਟੇਟਸ ਸਾਰੀਆਂ ਦਿਖਾਈਆਂ ਸੀ, ਕਹਿੰਦਾ ਇਹਨਾਂ ਨੂੰ ਸਾਰੀਆਂ ਨੂੰ ਕਰੋ ਖ਼ਤਮ, ਅਤੇ 16 ਰਾਜ ਅਤੇ ਸਿਰਫ 3 ਯੂਨੀਅਨ ਟੈਰੀਟਰੀਜ਼ ਬਣਾਓ, ਠੀਕ ਹੈ ਜੀ, ਕੇਂਦਰ ਸ਼ਾਸਿਤ ਪ੍ਰਦੇਸ਼। ਸਿਰਫ ਇੰਨਾ ਹੀ ਪ੍ਰੋਵੀਜ਼ਨ ਮਤਲਬ ਇੰਨਾ ਹੀ ਸਿਸਟਮ ਰੱਖੋ, ਬਾਕੀ ਜਿਹੜੀਆਂ ABCD ਜਿਹੜੀ ਕੈਟਾਗਰੀ ਆ ਉਹਨੂੰ ਬਿਲਕੁਲ ਖ਼ਤਮ ਕਰ ਦਿਓ। ਤਾਂ ਉਹਦੇ ਲਈ ਫਿਰ ਸਰਕਾਰ ਨੇ ਲਿਆਂਦਾ ਸੀ ਸਟੇਟ ਰੀਆਰਗੇਨਾਈਜੇਸ਼ਨ ਐਕਟ 1956। ਸਟੇਟ ਰੀਆਰਗੇਨਾਈਜੇਸ਼ਨ ਐਕਟ 1956 ਦੇ ਥਰੂ ਸਰਕਾਰ ਨੇ ਕੀ ਕੀਤਾ, 14 ਸਟੇਟਸ ਬਣਾਈਆਂ ਸਰਕਾਰ ਨੇ, ਅਤੇ ਮਤਲਬ ਕਿ ਉਹਨੇ ਰਿਕਮੈਂਡ ਕਰੀਆਂ ਸੀ 16, ਸਰਕਾਰ ਨੇ ਬਣਾਈਆਂ 14। ਉਹਨੇ ਰਿਕਮੈਂਡ ਕਰੀਆਂ ਸੀ 3 ਯੂਨੀਅਨ ਟੈਰੀਟਰੀ, ਸਰਕਾਰ ਨੇ ਬਣਾਈਆਂ 6 ਯੂਨੀਅਨ ਟੈਰੀਟਰੀ, 6 ਕੇਂਦਰ ਸ਼ਾਸਿਤ ਪ੍ਰਦੇਸ਼, ਠੀਕ ਹੈ ਜੀ। ਇੱਕ ਮਿੰਟ ਦੇਖੋ, ਜਿਹੜੇ ਉਸ ਟਾਈਮ ਸੰਸਦ ਨੇ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਇਹ ਬਣਾਤੇ ਸੀ। ਆਂਧਰਾ ਪ੍ਰਦੇਸ਼, ਅਸਮ, ਬਿਹਾਰ, ਬੰਬੇ, ਜੰਮੂ ਕਸ਼ਮੀਰ, ਕੇਰਲ, ਠੀਕ ਹੈ ਜੀ, MP ਹੋ ਗਿਆ ਸੀ, ਮਦਰਾਸ, ਮੈਸੂਰ, ਉੜੀਸਾ, ਪੰਜਾਬ, ਰਾਜਸਥਾਨ, UP ਅਤੇ ਵੈਸਟ ਬੰਗਾਲ, ਠੀਕ ਹੈ ਜੀ। ਐਵੇਂ ਅੰਡੇਮਾਨ ਨਿਕੋਬਾਰ, ਦਿੱਲੀ, ਹਿਮਾਚਲ ਪ੍ਰਦੇਸ਼, ਲਕਾਦੀਪ, ਮਣੀਪੁਰ, ਤ੍ਰਿਪੁਰਾ, ਇਹ ਸਾਰੀਆਂ ਮਤਲਬ ਯੂਨੀਅਨ ਟੈਰੀਟਰੀ ਸੀ। ਦੇਖੋ ਇਹਦੇ ਵਿੱਚ ਮਣੀਪੁਰ, ਤ੍ਰਿਪੁਰਾ ਅਤੇ ਹਿਮਾਚਲ ਪ੍ਰਦੇਸ਼ ਇਹ ਯੂਨੀਅਨ ਟੈਰੀਟਰੀ ਸੀ, ਠੀਕ ਹੈ ਜੀ। ਯਾਦ ਰੱਖੋ ਅੱਗੇ ਆਪਾਂ, ਕਿਉਂਕਿ
ਇਹ ਇਸ ਲਈ ਯਾਦ ਰੱਖਣ ਨੂੰ ਕਿਹਾ ਕਿਉਂਕਿ ਅੱਗੇ ਆਪਾਂ ਇਹਨਾਂ ਬਾਰੇ ਕੁਝ ਡਿਸਕਸ ਕਰਨ ਲੱਗੇ ਹਾਂ। ਠੀਕ ਹੈ ਜੀ। ਅਤੇ ਹੁਣ ਇੱਕ ਚੀਜ਼ ਦੇਖੋ, ਆਰਟੀਕਲ 2 ਦੇ ਵਿੱਚ ਜਿਹੜਾ ਵੀ ਕੁਝ ਪ੍ਰੋਵੀਜ਼ਨ ਗੌਰਮੈਂਟ ਮਤਲਬ ਸੰਸਦ ਐਡ ਕਰਦੀ ਰਹੀ ਆ, ਉਹਨੂੰ ਸੰਵਿਧਾਨ ਸੰਸ਼ੋਧਨ ਦੇ ਵਿੱਚ ਮੈਂਸ਼ਨ ਕੀਤਾ ਜਾਂਦਾ, ਕਿਉਂਕਿ ਜੇ ਨਵੀਂ ਟੈਰੀਟਰੀ ਕੋਈ ਵੀ ਆਪਾਂ ਭਾਰਤ ਦੇ ਵਿੱਚ ਐਡ ਕਰਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਕਾਨੂੰਨ ਬਣਾਉਣੇ ਪੈਣਗੇ। ਠੀਕ ਹੈ ਜੀ। ਇਸ ਲਈ ਆਪਾਂ ਉਹਨੂੰ ਐਡ ਕਰਦੇ ਹਾਂ, ਉਹਦੇ ਵਿੱਚ ਭਾਰਤ ਮਤਲਬ ਸੰਵਿਧਾਨ ਸੰਸ਼ੋਧਨ ਅਧਿਨਿਯਮ ਲਿਖ ਕੇ ਸੰਵਿਧਾਨ ਸੰਸ਼ੋਧਨ ਦੇ ਵਿੱਚ ਉਹਨੂੰ ਐਡ ਕਰਦੇ ਹਾਂ। ਪਰ ਜਿਹੜੇ ਸਟੇਟਸ ਦੇ ਵਿੱਚ ਆਪਾਂ ਚੇਂਜਿੰਗ ਕਰਦੇ ਹਾਂ ਉਹਨੂੰ ਆਪਾਂ ਸੰਵਿਧਾਨ ਸੰਸ਼ੋਧਨ ਦੇ ਵਿੱਚ ਨਹੀਂ ਲਿਖਦੇ, ਉਹਨੂੰ ਆਪਾਂ ਜਾਂ ਤਾਂ ਸਟੇਟ ਐਕਟ ਕਹਿੰਦੇ ਹਾਂ ਜਾਂ ਸਟੇਟ ਰੀਆਰਗੇਨਾਈਜੇਸ਼ਨ ਐਕਟ ਕਹਿੰਦੇ ਹਾਂ। ਠੀਕ ਹੈ ਜੀ। ਜਿਹੜੇ ਬੱਚਿਆਂ ਕੋਲੇ ਕੋਈ ਵੀ ਸਟੈਂਡਰਡ ਬੁੱਕ ਹੈ, ਜਿਵੇਂ ਮਤਲਬ ਮੈਂ ਜਿਹੜਾ ਵੀ ਕੁਝ ਤੁਹਾਨੂੰ ਇਹ ਮਟੀਰੀਅਲ ਪ੍ਰੋਵਾਈਡ ਕਰਵਾ ਰਿਹਾ, ਇਹ ਲਕਸ਼ਮੀਕਾਂਤ ਦੀ ਕਿਤਾਬ ਹੈ, ਜਿਹਨੂੰ ਮਤਲਬ ਇੰਡੀਅਨ ਪੋਲਿਟੀ ਦਾ ਗ੍ਰੰਥ ਕਿਹਾ ਜਾਂਦਾ ਉਸ ਕਿਤਾਬ ਨੂੰ। ਉਹਦੇ ਵਿੱਚੋਂ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਵਾ ਰਿਹਾ। ਜਿਹੜੇ ਬੱਚਿਆਂ ਕੋਲ ਕੋਈ ਵੀ ਸਟੈਂਡਰਡ ਬੁੱਕ ਆ ਦੇਖ ਲਿਓ, ਉਹਦੇ ਵਿੱਚ ਜਿੰਨੇ ਵੀ ਅਮੈਂਡਮੈਂਟਸ ਹੋਏ ਨੇ ਉਹਨਾਂ ਅਮੈਂਡਮੈਂਟਸ ਦੀ ਸਪੈਸ਼ਲ ਤੋਂ ਇੱਕ ਪਿੱਛੇ ਲਿਸਟ ਬਣਾ ਕੇ ਦਿੱਤੀ ਹੋਣੀ ਉਹਨਾਂ ਨੇ। ਉਹਦੇ ਵਿੱਚ ਤੁਹਾਨੂੰ ਕੋਈ ਵੀ ਐਵੇਂ ਦਾ ਮਤਲਬ ਅਮੈਂਡਮੈਂਟ ਨਹੀਂ ਮਿਲੇਗਾ ਐਕਟ ਜਿਹਦੇ ਵਿੱਚ ਲਿਖਿਆ ਹੋਵੇ ਕਿ ਇਸ ਅਮੈਂਡਮੈਂਟ ਦੇ ਨਾਲ ਕੋਈ ਸਟੇਟ ਬਣਾਈ ਗਈ ਹੈ। ਹਾਂ, ਐਵੇਂ ਜ਼ਰੂਰ ਹੈ ਕਿ ਸਟੇਟ ਬਣਾਉਣ ਤੋਂ ਬਾਅਦ ਉਹਦੇ ਲਈ ਕੁਝ ਪ੍ਰੋਵੀਜ਼ਨਸ ਕੀਤੇ ਗਏ, ਜਿਵੇਂ ਨਾਗਾਲੈਂਡ ਦੇ ਲਈ ਕੀਤੇ ਗਏ ਸੀ। ਠੀਕ ਹੈ ਜੀ। ਐਵੇਂ ਹਿਮਾਚਲ ਪ੍ਰਦੇਸ਼ ਦੇ ਲਈ ਕੀਤੇ ਗਏ ਸੀ। ਪਰ ਉਹ ਜਿਹੜੇ ਉਹਨਾਂ ਦੇ ਲਈ ਅਲੱਗ ਤੋਂ ਪ੍ਰੋਵੀਜ਼ਨ ਕੀਤੇ ਗਏ ਸੀ, ਉਹਨਾਂ ਨੂੰ ਕੁਝ ਸਪੈਸ਼ਲ ਸਟੇਟਸ ਦੇਣ ਵਾਸਤੇ, ਉਹ ਮੈਂਸ਼ਨ ਕੀਤੇ ਗਏ ਨੇ। ਸਟੇਟ ਬਣਾਉਣ ਦਾ ਕੋਈ ਪ੍ਰੋਵੀਜ਼ਨ ਨਹੀਂ ਮੈਂਸ਼ਨ ਕੀਤਾ ਗਿਆ। ਠੀਕ ਹੈ ਜੀ। ਕਿਉਂਕਿ ਕਈ ਵਾਰ ਕਿਸੇ ਐਗਜ਼ਾਮ ਦੇ ਵਿੱਚ ਐਵੇਂ ਦਾ ਕੁਐਸਚਨ ਆ ਜਾਂਦਾ ਕਿ ਜਿਵੇਂ ਕਿ ਪੰਜਾਬ ਦੇ ਪੇਪਰਾਂ ਦੇ ਵਿੱਚ ਐਵੇਂ ਆ ਸਕਦਾ, ਪੰਜਾਬ ਤੋਂ ਹਰਿਆਣੇ ਨੂੰ ਕਿਸ ਅਮੈਂਡਮੈਂਟ ਦੇ ਥਰੂ ਅਲੱਗ ਕੀਤਾ ਗਿਆ। ਤਾਂ ਤੁਸੀਂ ਇਹ ਯਾਦ ਰੱਖਣਾ, ਜੇ ਕਿਸੇ ਸਟੇਟ ਨੂੰ ਕਿਸੇ ਸਟੇਟ ਨਾਲੋਂ ਅਲੱਗ ਕਰਕੇ ਬਣਾਇਆ ਜਾਂਦਾ ਤਾਂ ਉਹਦੇ ਲਈ ਕੋਈ ਅਮੈਂਡਮੈਂਟ ਐਕਟ ਨਹੀਂ ਬਣਦਾ। ਠੀਕ ਹੈ ਜੀ। ਉਹਦੇ ਲਈ ਸਟੇਟ ਐਕਟ ਬਣਦਾ ਹੈ। ਮਤਲਬ ਉਹਨੂੰ ਪਾਸ ਕਰਨ ਦਾ ਪ੍ਰੋਵੀਜ਼ਨ ਸੇਮ ਰਹਿੰਦਾ ਹੈ, ਪਰ ਉਹਨੂੰ ਸੰਵਿਧਾਨ ਸੰਸ਼ੋਧਨ ਦੇ ਵਿੱਚ ਐਡ ਨਹੀਂ ਕੀਤਾ ਜਾਂਦਾ। ਉਵੇਂ ਹੀ ਪੰਜਾਬ ਨੂੰ ਜਦੋਂ ਜਿਸ ਟਾਈਮ ਹਰਿਆਣੇ ਤੋਂ 1966 ਦੇ ਵਿੱਚ ਅਲੱਗ ਕੀਤਾ ਗਿਆ ਤਾਂ ਉਹਦੇ ਲਈ ਕੋਈ ਵੀ ਸੰਸ਼ੋਧਨ ਸੰਵਿਧਾਨ ਦੇ ਵਿੱਚ ਮਤਲਬ ਸੰਸ਼ੋਧਨ ਤਾਂ ਸੰਵਿਧਾਨ ਦੇ ਵਿੱਚ ਕੀਤਾ ਗਿਆ ਕਿਉਂਕਿ ਜੇ ਆਪਾਂ ਨਵੀਂ ਸਟੇਟ ਕੋਈ ਜੋੜੀ ਹੈ ਤਾਂ ਉਸ ਸਟੇਟ ਦਾ ਨਾਮ ਵੀ ਆਪਾਂ ਨੂੰ ਪਹਿਲੇ ਸ਼ਡਿਊਲ ਦੇ ਵਿੱਚ ਦਰਜ ਕਰਨਾ ਪੈਣਾ ਹੈ। ਪਰ ਉਹਨੂੰ ਸੰਵਿਧਾਨ ਸੰਸ਼ੋਧਨ ਐਕਟ ਦੇ ਥਰੂ ਨਹੀਂ ਕੀਤਾ ਗਿਆ, ਉਹਨੂੰ ਕਿਹਦੇ ਥਰੂ ਕੀਤਾ ਗਿਆ? ਸਟੇਟ ਐਕਟ ਦੇ ਥਰੂ ਕੀਤਾ ਗਿਆ, ਸਟੇਟ ਰੀਆਰਗੇਨਾਈਜੇਸ਼ਨ ਐਕਟ ਦੇ ਥਰੂ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਇਹ ਗੱਲ ਮਤਲਬ ਇੰਨਾ ਕੁ ਤਾਂ ਸਮਝ ਲੱਗੀ ਗਿਆ ਹੋਣਾ। ਦੇਖੋ ਚੱਲਦੇ ਆਪਾਂ ਅੱਗੇ। ਹੁਣ ਦੇਖੋ ਕਿਹੜੀ ਸਟੇਟ ਕਦੋਂ ਬਣਾਈ ਗਈ। ਮੈਪ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰੋਗੇ, ਸ਼ਾਇਦ ਤੁਹਾਨੂੰ ਜ਼ਿਆਦਾ ਵਧੀਆ ਲੱਗ ਜਾਣਾ, ਮਤਲਬ ਜ਼ਿਆਦਾ ਵਧੀਆ ਸਮਝ ਲੱਗ ਜਾਣਾ। ਵੈਸੇ ਤਾਂ ਲਿਸਟ ਵੀ ਤੁਹਾਨੂੰ ਬਣਾ ਕੇ ਦਿੱਤੀ ਹੋਈ ਹੈ, ਜਿਹੜੇ ਬੱਚਿਆਂ ਨੂੰ ਨਹੀਂ ਸਮਝ ਲੱਗੂ ਫਿਰ ਉਹ ਦੇਖਦੇ ਹਾਂ। ਦੇਖੋ ਸਾਰਿਆਂ ਤੋਂ ਪਹਿਲਾਂ ਆ ਤਾਂ 1953 ਦੇ ਵਿੱਚ ਬਣੀ ਗਿਆ ਸੀ। ਠੀਕ ਹੈ ਜੀ। ਇੰਨਾ ਤਾਂ ਜਿਹੜਾ ਹੈਗਾ ਸੀ, ਇਹ ਪਹਿਲਾਂ ਮਦਰਾਸ ਹੁੰਦਾ ਸੀ। ਆਹ ਤੇਲਗੂ ਬੋਲਣ ਵਾਲੇ ਸੀ ਜਿਹੜੇ ਆਂਧਰਾ ਪ੍ਰਦੇਸ਼ ਬਣ ਗਏ ਸੀ 1953 ਦੇ ਵਿੱਚ। ਠੀਕ ਹੈ ਜੀ। 1953 ਦੇ ਵਿੱਚ ਬਣ ਗਿਆ। ਇਹ ਮੈਪ ਆਪਣੇ ਕੋਲ 1956 ਦਾ, ਜਿਸ ਟਾਈਮ ਸਟੇਟ ਰੀਆਰਗੇਨਾਈਜੇਸ਼ਨ ਐਕਟ 1956 ਲਾਗੂ ਕੀਤਾ ਗਿਆ ਸੀ। ਇਹਦੇ ਵਿੱਚ 14 ਸਟੇਟ ਸੀ ਸਾਰੀਆਂ ਇਹ, ਅਤੇ ਇਹਦੇ ਵਿੱਚ 6 ਯੂਨੀਅਨ ਟੈਰੀਟਰੀ ਨੂੰ ਐਡ ਕੀਤਾ ਗਿਆ ਸੀ। ਦੇਖੋ ਇਹਦੇ ਵਿੱਚ ਨਾ ਤਾਂ ਸਿੱਕਿਮ ਹੈ ਇੱਥੇ, ਨਾ ਇੱਥੇ ਗੋਆ ਹੈ, ਨਾ ਇੱਥੇ ਪੁਡੂਚੇਰੀ ਦੀ ਰੀਜਨ ਨੇ, ਨਾ ਹੀ ਇੱਥੇ ਦਮਨ ਦੀਊ ਦੇ ਨੇ। ਠੀਕ ਹੈ ਜੀ। ਕਿਉਂਕਿ ਉਸ ਟਾਈਮ ਇਹ ਭਾਰਤ ਦੇ ਵਿੱਚ ਨਹੀਂ ਸੀ ਇਹਨਾਂ ਦੇ ਵਿੱਚੋਂ ਕੋਈ ਵੀ। ਠੀਕ ਹੈ। ਹੁਣ ਦੇਖੋ ਸਮਝਣ ਦੀ ਕੋਸ਼ਿਸ਼ ਕਰੋ। 1956 ਤੋਂ ਬਾਅਦ 1960 ਦੇ ਵਿੱਚ ਮੰਗ ਕਰੀ ਸਭ ਤੋਂ ਪਹਿਲਾਂ ਗੁਜਰਾਤ ਨੇ ਕਿ ਇਹ ਬੰਬੇ ਸੀ, ਪਹਿਲਾਂ ਬੰਬੇ ਨਾਲੋਂ ਅਲੱਗ ਕਰਕੇ ਗੁਜਰਾਤ ਨੂੰ ਅਲੱਗ ਬਣਾਇਆ ਜਾਵੇ। ਠੀਕ ਹੈ ਜੀ। ਫਿਰ 1960 ਦੇ ਵਿੱਚ ਸਾਰਿਆਂ ਤੋਂ ਪਹਿਲਾਂ ਬੰਬੇ ਨੂੰ ਅਲੱਗ ਕੀਤਾ ਗਿਆ। ਬੰਬੇ ਦਾ ਮਤਲਬ ਗੁਜਰਾਤ ਨੂੰ ਅਲੱਗ ਕੀਤਾ ਗਿਆ ਬੰਬੇ ਨਾਲੋਂ। ਬੰਬੇ ਦਾ ਵੀ ਨਾਮ ਬਦਲ ਕੇ ਮਹਾਰਾਸ਼ਟਰ ਕਰ ਦਿੱਤਾ ਗਿਆ 1960 ਦੇ ਵਿੱਚ ਹੀ। ਗੁਜਰਾਤ ਕਿੰਨਵੀਂ ਸਟੇਟ ਬਣੀ ਸੀ? 15ਵੀਂ, ਕਿਉਂਕਿ 14 ਆਪਣੇ ਕੋਲ ਪਹਿਲਾਂ ਹੀ ਸੀ। ਠੀਕ ਹੈ ਜੀ। 15ਵੀਂ ਸਟੇਟ ਬਣ ਗਈ ਗੁਜਰਾਤ। ਉਸ ਤੋਂ ਬਾਅਦ 1963 ਦੇ ਵਿੱਚ ਅਸਾਮ ਦੇ ਵਿੱਚੋਂ ਇੱਕ ਇੱਥੇ ਇਲਾਕਾ ਪੈਂਦਾ ਹੈ, ਇੱਥੇ ਨਾਗਾ ਜਨਜਾਤੀ ਦੇ ਲੋਕ ਰਹਿੰਦੇ ਨੇ। ਉਹਨਾਂ ਨੇ ਮੰਗ ਕਰੀ ਕਿ ਸਾਨੂੰ ਵੀ ਅਲੱਗ ਇੱਕ ਸਟੇਟ ਬਣਾ ਕੇ ਦਿਓ। ਤਾਂ ਸਰਕਾਰ ਨੇ 1963 ਦੇ ਵਿੱਚ ਨਾਗਾਲੈਂਡ ਬਣਾਇਆ। ਠੀਕ ਹੈ ਜੀ। 1963 ਦੇ ਵਿੱਚ ਕਿੰਨਵੀਂ ਸਟੇਟ ਬਣੀ? ਇਹ 16ਵੀਂ ਸਟੇਟ। ਠੀਕ ਹੈ। 63 ਦੇ ਵਿੱਚ 16ਵੀਂ ਸਟੇਟ ਬਣੀ। ਉਸ ਤੋਂ ਬਾਅਦ ਫਿਰ ਹਰਿਆਣਾ ਵਾਸਤੇ ਮੰਗ ਉੱਠੀ 1966 ਦੇ ਵਿੱਚ। ਤਾਂ ਸਰਕਾਰ ਨੇ 1966 ਦੇ ਵਿੱਚ ਹਰਿਆਣੇ ਨੂੰ ਅਲੱਗ ਕੀਤਾ ਐਜ਼ ਅ 17th ਸਟੇਟ, 17ਵੀਂ ਸਟੇਟ ਬਣੀ। ਅਤੇ ਉੱਪਰ ਦੇ ਕੁਝ ਖੇਤਰ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ, ਜਿਹੜਾ ਪਹਿਲਾਂ ਤੋਂ ਹੀ ਇੱਕ ਯੂਨੀਅਨ ਟੈਰੀਟਰੀ ਸੀ। ਤਾਂ ਹੀ ਤੁਹਾਨੂੰ ਕਿਹਾ ਯਾਦ ਰੱਖਿਓ, ਕਿਉਂਕਿ ਕੁਝ ਕਿਤਾਬਾਂ ਦੇ ਵਿੱਚ ਮੈਂ ਐਵੇਂ ਪੜ੍ਹਿਆ ਵੀ ਪੰਜਾਬ ਦੇ 3 ਹਿੱਸੇ ਕੀਤੇ ਗਏ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਨਹੀਂ ਬਣਾਇਆ ਗਿਆ ਸੀ। ਹਿਮਾਚਲ ਪ੍ਰਦੇਸ਼ ਆਲਰੇਡੀ ਇੱਕ ਯੂਨੀਅਨ ਟੈਰੀਟਰੀ ਸੀ, ਪਰ ਮਤਲਬ ਪੰਜਾਬ ਦੇ ਕੁਝ ਇਲਾਕੇ ਸੀ ਜਿਹੜੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ ਸੀ। ਠੀਕ ਹੈ ਜੀ। ਹਿਮਾਚਲ ਪ੍ਰਦੇਸ਼ ਨੂੰ ਤਾਂ 1971 ਦੇ ਵਿੱਚ ਅਲੱਗ ਸਟੇਟ ਬਣਾਇਆ ਗਿਆ। 18ਵਾਂ ਰਾਜ ਬਣਿਆ ਸੀ ਹਿਮਾਚਲ ਪ੍ਰਦੇਸ਼। ਯੂਨੀਅਨ ਟੈਰੀਟਰੀ ਤੋਂ ਰਾਜ ਬਣ ਗਿਆ ਸੀ 18ਵਾਂ 1971 ਦੇ ਵਿੱਚ। ਠੀਕ ਹੈ ਜੀ। ਮੇਨ ਇਹ ਨੇ। ਇਸ ਤੋਂ ਬਾਅਦ ਤਾਂ ਫਿਰ ਤੁਹਾਡੇ ਲਈ ਕੁਛ ਔਖਾ ਨਹੀਂ ਹੋਣਾ। ਦੇਖੋ ਗੁਜਰਾਤ ਬਣਿਆ 1960 ਦੇ ਵਿੱਚ, 15ਵੀਂ ਸਟੇਟ।
ਠੀਕ ਹੈ ਜੀ। ਨਾਗਾਲੈਂਡ ਬਣਿਆ 63 ਦੇ ਵਿੱਚ 16ਵੀਂ ਸਟੇਟ, ਹਰਿਆਣਾ ਬਣਿਆ 66 ਦੇ ਵਿੱਚ 17ਵੀਂ ਸਟੇਟ ਅਤੇ ਹਿਮਾਚਲ ਪ੍ਰਦੇਸ਼ ਬਣਿਆ 71 ਦੇ ਵਿੱਚ 18ਵੀਂ ਸਟੇਟ। ਠੀਕ ਹੈ ਜੀ। ਉਸ ਤੋਂ ਬਾਅਦ 1971 ਤੋਂ ਬਾਅਦ 1972 ਦੇ ਵਿੱਚ ਦੇਖੋ ਯੂਨੀਅਨ ਟੈਰੀਟਰੀ ਆਪਾਂ ਪਿੱਛੇ ਪੜ੍ਹਿਆ ਸੀ, ਮਣੀਪੁਰ, ਇਹ ਮਣੀਪੁਰ ਹੈ, ਇਹ ਨੀਚੇ ਤ੍ਰਿਪੁਰਾ ਅਤੇ ਇੱਥੇ ਆ ਮੇਘਾਲਿਆ ਅਸਾਮ ਦੀ ਇੱਕ ਸਬ ਸਟੇਟ ਹੁੰਦੀ ਸੀ। ਠੀਕ ਹੈ ਜੀ। 1972 ਦੇ ਵਿੱਚ ਸੰਸਦ ਨੇ ਇਹਨਾਂ ਤਿੰਨਾਂ ਨੂੰ ਹੀ ਕੰਪਲੀਟ ਸਟੇਟ ਦਾ ਦਰਜਾ ਦਿੱਤਾ। ਠੀਕ ਹੈ ਜੀ। ਮਣੀਪੁਰ ਨੂੰ 19ਵੀਂ ਸਟੇਟ ਬਣਾਇਆ, ਮਤਲਬ ਕਿ ਸਭ ਤੋਂ ਪਹਿਲਾਂ ਮਣੀਪੁਰ ਨੂੰ, ਉਸ ਤੋਂ ਬਾਅਦ ਤ੍ਰਿਪੁਰਾ ਨੂੰ 20ਵੀਂ ਸਟੇਟ, ਮੇਘਾਲਿਆ ਨੂੰ 21ਵੀਂ ਸਟੇਟ ਬਣਾਤਾ। ਠੀਕ ਹੈ ਜੀ। ਇੱਕ ਐਵੇਂ ਤਿੰਨੋਂ ਇੱਕ ਐਂਗਲ ਦੇ ਵਿੱਚ ਘੁੰਮ ਰਹੇ ਨੇ। ਠੀਕ ਹੈ। ਪਰ ਇਹਦੇ ਨਾਲ ਹੀ 1972 ਦੇ ਵਿੱਚ ਗੌਰਮੈਂਟ ਨੇ ਇੱਕ ਹੋਰ ਸਿਸਟਮ ਕੀਤਾ ਕਿ ਨਾਰਥ ਈਸਟ ਦੇ ਵਿੱਚ ਫਿਰ ਕੋਈ ਯੂਨੀਅਨ ਟੈਰੀਟਰੀ ਤਾਂ ਰਹਿਣੀ ਨਹੀਂ, ਮਤਲਬ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਤਾਂ ਰਹਿਣਾ ਨਹੀਂ। ਉਹਨਾਂ ਨੇ ਆਪਣਾ ਸ਼ਾਸਨ ਰੱਖਣ ਵਾਸਤੇ 2 ਅਲੱਗ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ 1972 ਦੇ ਵਿੱਚ ਹੀ, ਮਿਜ਼ੋਰਮ ਅਤੇ ਉਹਦੇ ਨਾਲ ਹੀ ਅਰੁਣਾਚਲ ਪ੍ਰਦੇਸ਼। ਠੀਕ ਹੈ ਜੀ। ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼। ਉਸ ਤੋਂ ਬਾਅਦ 1975 ਦੇ ਵਿੱਚ ਸਿੱਕਿਮ ਨੂੰ ਬਣਾ ਲਿਆ ਸੀ, ਕਿਉਂਕਿ ਜਿਹੜਾ ਚੋਗੀਵਾਲ ਵੰਸ਼ ਸੀ ਇੱਥੇ ਉਹਨੂੰ ਖਤਮ ਕਰਤਾ ਸੀ। 35ਵਾਂ ਅਤੇ 36ਵਾਂ ਸੰਵਿਧਾਨ ਸੰਸ਼ੋਧਨ ਆਪਾਂ ਪਿੱਛੇ ਇਹਦੇ ਬਾਰੇ ਡਿਸਕਸ ਕਰ ਚੁੱਕੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ 1987 ਦੇ ਵਿੱਚ ਕੀ ਕਰਿਆ ਦੇਖੋ, 1972 ਦੇ ਵਿੱਚ ਵੀ 3 ਸਟੇਟਾਂ ਨੂੰ ਕੀਤਾ ਸੀ ਨਾ, 1972 ਦੇ ਵਿੱਚ 3 ਨੂੰ ਕੀਤਾ ਸੀ, ਇਹਨਾਂ ਤਿੰਨਾਂ ਨੂੰ। ਅਤੇ 1987 ਦੇ ਵਿੱਚ ਕੀ ਕੀਤਾ ਇਹਨਾਂ ਨੇ, ਮਿਜ਼ੋਰਮ ਨੂੰ, ਅਰੁਣਾਚਲ ਪ੍ਰਦੇਸ਼ ਨੂੰ ਅਤੇ ਗੋਆ ਨੂੰ। ਠੀਕ ਹੈ। ਇਹਨਾਂ ਤਿੰਨਾਂ ਨੂੰ ਸਟੇਟ ਦਾ ਦਰਜਾ ਦਿੱਤਾ, ਸਭ ਤੋਂ ਪਹਿਲਾਂ ਮਿਜ਼ੋਰਮ ਨੂੰ, ਫਿਰ ਅਰੁਣਾਚਲ ਪ੍ਰਦੇਸ਼ ਨੂੰ, ਉਸ ਤੋਂ ਬਾਅਦ ਗੋਆ ਨੂੰ। ਠੀਕ ਹੈ ਜੀ। ਮਤਲਬ ਕਿ 21ਵੀਂ ਸਟੇਟ ਆਪਣੇ ਕੋਲੇ ਸੀ ਮੇਘਾਲਿਆ, 22ਵੀਂ ਬਣ ਗਈ ਸਿੱਕਿਮ, ਉਸ ਤੋਂ ਬਾਅਦ 23ਵੀਂ ਸਟੇਟ ਆਪਣੇ ਕੋਲੇ ਬਣੀ ਮਿਜ਼ੋਰਮ, 24ਵੀਂ ਬਣੀ ਅਰੁਣਾਚਲ ਪ੍ਰਦੇਸ਼ ਅਤੇ 25ਵਾਂ ਆਪਣੇ ਕੋਲੇ ਬਣਿਆ ਗੋਆ। ਠੀਕ ਹੈ ਜੀ। 3 1972 ਦੇ ਵਿੱਚ ਬਣ ਗਈਆਂ ਸੀ, 3 1987 ਦੇ ਵਿੱਚ ਬਣ ਗਈਆਂ ਅਤੇ 3 ਸਟੇਟਾਂ ਬਣੀਆਂ 2000 ਦੇ ਵਿੱਚ। MP ਦੇ ਵਿੱਚੋਂ ਛੱਤੀਸਗੜ੍ਹ ਨੂੰ ਅਲੱਗ ਕਰ ਦਿੱਤਾ ਗਿਆ 2000 ਦੇ ਵਿੱਚ। ਉਸ ਤੋਂ ਬਾਅਦ UP ਦੇ ਵਿੱਚੋਂ ਉੱਤਰਾਖੰਡ ਨੂੰ ਅਲੱਗ ਕਰ ਦਿੱਤਾ ਗਿਆ ਅਤੇ ਬਿਹਾਰ ਦੇ ਵਿੱਚੋਂ ਝਾਰਖੰਡ ਨੂੰ ਅਲੱਗ ਕਰ ਦਿੱਤਾ ਗਿਆ। ਦੇਖੋ ਇਹ ਵੀ ਇਸੇ ਟ੍ਰਾਇੰਗਲ ਦੇ ਵਿੱਚ ਨੇ, ਪਹਿਲਾਂ ਛੱਤੀਸਗੜ੍ਹ, ਉਸ ਤੋਂ ਬਾਅਦ ਉੱਤਰਾਖੰਡ, ਉਸ ਤੋਂ ਬਾਅਦ ਝਾਰਖੰਡ, ਛੱਤੀਸਗੜ੍ਹ, ਉੱਤਰਾਖੰਡ ਅਤੇ ਝਾਰਖੰਡ। ਠੀਕ ਹੈ ਜੀ। 25 ਸਟੇਟਾਂ ਸੀ, 26ਵੀਂ ਬਣੀ ਛੱਤੀਸਗੜ੍ਹ, 27ਵੀਂ ਬਣੀ ਉੱਤਰਾਖੰਡ ਅਤੇ 28ਵੀਂ ਸਟੇਟ ਬਣੀ ਆਪਣੇ ਕੋਲੇ ਝਾਰਖੰਡ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਹੁਣ ਤੱਕ ਸਾਰਿਆਂ ਤੋਂ ਲੇਟੈਸਟ ਸਟੇਟ ਜਿਹੜੀ ਹੁਣ ਤੱਕ ਦੀ ਰਹੀ ਆ, ਤੇਲੰਗਾਨਾ। 2014 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚੋਂ ਤੇਲੰਗਾਨਾ ਅਲੱਗ ਹੋਇਆ ਸੀ। ਠੀਕ ਹੈ ਜੀ। 2014 ਦੇ ਵਿੱਚ ਮਤਲਬ ਉਸ ਟਾਈਮ ਕਿੰਨੇ ਰਾਜ ਹੋ ਗਏ ਸੀ ਆਪਣੇ, 29 ਰਾਜ ਹੋ ਗਏ ਸੀ। ਠੀਕ ਹੈ। ਅਤੇ ਮਤਲਬ ਜਿਹੜੀ ਸਭ ਤੋਂ ਲੇਟੈਸਟ ਸਟੇਟ ਬਣੀ ਹੈ ਉਹ ਤਾਂ ਤੇਲੰਗਾਨਾ ਬਣੀ ਹੈ, ਪਰ ਜਿਹੜੀ ਸਭ ਤੋਂ ਲੇਟੈਸਟ ਜਿਹੜੀ ਚੇਂਜਿੰਗ ਹੋਈ ਹੈ ਕਿਸੇ ਟੈਰੀਟਰੀ ਦੇ ਵਿੱਚ, ਉਹ ਹੋਈ ਸੀ ਯੂਨੀਅਨ ਟੈਰੀਟਰੀ ਦਾਮਨ ਦਿਊ ਐਂਡ ਦਾਦਰਾ ਨਗਰ ਹਵੇਲੀ ਦੇ ਵਿੱਚ। ਕਿਉਂਕਿ 2019 ਦੇ ਵਿੱਚ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਸਟੇਟ ਤੋਂ ਹਟਾ ਕੇ ਇਹਨੂੰ ਬਣਾਤਾ ਸੀ ਯੂਨੀਅਨ ਟੈਰੀਟਰੀ ਅਤੇ 2 ਹਿੱਸੇ ਕਰਤੇ ਸੀ, ਤੇ ਜੰਮੂ ਕਸ਼ਮੀਰ ਅਤੇ ਲੱਦਾਖ 2 ਯੂਨੀਅਨ ਟੈਰੀਟਰੀ ਬਣਾਤੀਆਂ ਸੀ। ਆਪਣੇ ਕੋਲੇ ਪ੍ਰੋਵੀਜ਼ਨ ਰਹਿ ਗਿਆ ਸੀ 29 ਸਟੇਟਾਂ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼। ਫਿਰ ਇੱਥੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਸੀ, ਦਮਨ ਦਿਊ ਅਤੇ ਦਾਦਰਾ ਨਗਰ ਹਵੇਲੀ। ਉਹਨਾਂ ਦੋਨਾਂ ਨੂੰ ਇਸ ਤੋਂ ਬਾਅਦ ਉਹਨਾਂ ਦੋਨਾਂ ਨੂੰ ਇਕੱਠਾ ਕਰਕੇ ਇੱਕ ਕਰਤਾ ਅਤੇ ਆਪਣੇ ਕੋਲੇ ਕਿੰਨੇ ਰਹਿ ਗਏ, ਆਪਣੇ ਕੋਲੇ ਇਸ ਟਾਈਮ 28 ਰਾਜ, ਪਹਿਲਾਂ ਆਪਣੇ ਕੋਲ 28 ਰਾਜ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਹੁਣ ਆਪਣੇ ਕੋਲੇ ਰਹਿ ਗਏ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਸਮਝ ਲੱਗ ਗਿਆ ਹੋਣਾ। ਮੇਨ ਇਹਦੇ ਵਿੱਚ ਆਹ ਪਹਿਲੇ ਇਹ ਨੇ ਕਿਉਂਕਿ ਇਹ ਸਿੰਗਲ ਨੇ, ਉਸ ਤੋਂ ਬਾਅਦ ਵਾਲੇ ਤੁਹਾਨੂੰ ਮਤਲਬ ਜਲਦੀ ਸਮਝ ਆ ਜਾਣਗੇ। ਅਤੇ ਜੇ ਮੈਪ ਦੇ ਵਿੱਚ ਸਮਝੋਗੇ ਤਾਂ ਸ਼ਾਇਦ ਬਹੁਤ ਜ਼ਿਆਦਾ ਵਧੀਆ ਰਹਿਣਾ। ਇਹ ਮੈਪ ਚਾਹੇ ਇਹਦਾ ਸਕਰੀਨਸ਼ਾਟ ਲੈ ਲਿਓ। ਠੀਕ ਹੈ ਜੀ। ਨਹੀਂ ਸਕਰੀਨਸ਼ਾਟ ਲੈਣਾ ਤਾਂ ਗੂਗਲ ਤੋਂ ਕਿਤੋਂ ਵੀ ਡਾਊਨਲੋਡ ਕਰ ਲਿਓ। 1956 ਦੇ ਮੈਪ ਦੇ ਵਿੱਚ ਇਹਨੂੰ ਸੋਲਵ ਕਰਕੇ ਦੇਖਿਓ ਕਿ ਕਿੱਥੇ ਕਿਹੜੀ ਸਟੇਟ ਕਦੋਂ ਬਣੀ ਸੀ। ਦੇਖੋ ਜਿਵੇਂ 60 ਦੇ ਵਿੱਚ ਗੁਜਰਾਤ ਬਣ ਗਈ ਸੀ 15ਵੀਂ ਸਟੇਟ, 16ਵੀਂ ਸਟੇਟ ਨਾਗਾਲੈਂਡ ਬਣ ਗਈ ਸੀ। ਕਦੋਂ ਬਣੀ ਸੀ? 63 ਦੇ ਵਿੱਚ। ਉਦੋਂ 3 ਸਾਲ ਬਾਅਦ ਹਰਿਆਣਾ ਬਣ ਗਿਆ ਸੀ 17ਵੀਂ ਸਟੇਟ। ਠੀਕ ਹੈ ਜੀ। 71 ਦੇ ਵਿੱਚ ਬਣ ਗਿਆ ਸੀ ਹਿਮਾਚਲ ਪ੍ਰਦੇਸ਼ 18ਵੀਂ ਸਟੇਟ। 72 ਦੇ ਵਿੱਚ 3 ਸਟੇਟਾਂ ਬਣੀਆਂ ਸੀ, ਮਣੀਪੁਰ 19ਵੀਂ, ਤ੍ਰਿਪੁਰਾ 20ਵੀਂ, ਮੇਘਾਲਿਆ 21ਵੀਂ ਸਟੇਟ। 75 ਦੇ ਵਿੱਚ ਸਿੱਕਿਮ ਬਣੀ ਸੀ 22ਵੀਂ ਸਟੇਟ। 75 ਤੋਂ ਬਾਅਦ ਸਿੱਧਾ 87 ਦੇ ਵਿੱਚ 12 ਸਾਲ ਬਾਅਦ ਮਤਲਬ 3 ਸਟੇਟਾਂ ਫਿਰ ਬਣੀਆਂ ਸੀ। ਕਿਹੜੀਆਂ? ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਅਤੇ ਗੋਆ। ਮਿਜ਼ੋਰਮ 23ਵੀਂ ਸਟੇਟ, ਅਰੁਣਾਚਲ ਪ੍ਰਦੇਸ਼ 24ਵੀਂ ਅਤੇ ਗੋਆ 25ਵੀਂ ਸਟੇਟ। ਠੀਕ ਹੈ। ਉਸ ਤੋਂ ਬਾਅਦ 3 ਸਟੇਟਾਂ ਫਿਰ 2000 ਦੇ ਵਿੱਚ ਬਣੀਆਂ। ਉਦੋਂ 13 ਸਾਲ ਬਾਅਦ 3 ਸਟੇਟਾਂ ਹੋਰ ਬਣੀਆਂ। ਛੱਤੀਸਗੜ੍ਹ 26ਵੀਂ ਸਟੇਟ। ਠੀਕ ਹੈ ਜੀ। ਛੱਤੀਸਗੜ੍ਹ 26ਵੀਂ ਸਟੇਟ, ਉੱਤਰਾਖੰਡ 27ਵੀਂ ਸਟੇਟ ਅਤੇ ਝਾਰਖੰਡ 28ਵੀਂ ਸਟੇਟ। ਠੀਕ ਹੈ ਜੀ। ਅਤੇ ਸਭ ਤੋਂ ਲੇਟੈਸਟ ਤੁਹਾਨੂੰ ਦੱਸ ਹੀ ਚੁੱਕਿਆ 2014 ਦੇ ਵਿੱਚ ਜਿਹੜੀ ਬਣੀ ਸੀ ਤੇਲੰਗਾਨਾ ਬਣੀ ਸੀ। ਠੀਕ ਹੈ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਇਹ। ਅਤੇ ਇਹ ਸਾਰਾ ਕੁਝ ਤੁਹਾਨੂੰ ਲਿਖ ਕੇ ਵੀ ਦਿੱਤਾ ਹੈ ਕਦੋਂ ਕਿਹੜੀ ਸਟੇਟ ਬਣੀ,
ਉਹਨਾਂ ਦੇ ਕਿਹੜੇ ਸਾਲ ਦੇ ਵਿੱਚ ਬਣੀ, ਕਿਹੜੀ ਸਟੇਟ ਨਾਲੋਂ ਅਲੱਗ ਹੋ ਕੇ ਬਣੀ। ਆਂਧਰਾ ਪ੍ਰਦੇਸ਼ ਮਦਰਾਸ ਚੋਂ, ਤਾਮਿਲਨਾਡੂ ਚੋਂ ਨਿਕਲਿਆ ਸੀ 53 ਦੇ ਵਿੱਚ, ਗੁਜਰਾਤ ਬੰਬੇ ਨਾਲੋਂ 1960 ਦੇ ਵਿੱਚ, ਨਾਗਾਲੈਂਡ ਅਸਾਮ ਨਾਲੋਂ 1963 ਦੇ ਵਿੱਚ, ਹਰਿਆਣਾ ਪੰਜਾਬ ਨਾਲੋਂ 1966 ਦੇ ਵਿੱਚ, ਹਿਮਾਚਲ ਪ੍ਰਦੇਸ਼ ਯੂਨੀਅਨ ਟੈਰੀਟਰੀ ਤੋਂ ਸਟੇਟ ਬਣਾਇਆ ਸੀ 1971 ਦੇ ਵਿੱਚ, ਠੀਕ ਹੈ ਜੀ। ਮਣੀਪੁਰ ਵੀ ਯੂਨੀਅਨ ਟੈਰੀਟਰੀ ਤੋਂ ਬਣਾਇਆ ਸੀ 1972 ਦੇ ਵਿੱਚ। ਤ੍ਰਿਪੁਰਾ ਵੀ ਉਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਸੀ, ਉਹਨੂੰ ਵੀ ਬਣਾਇਆ ਸੀ। ਉਸ ਤੋਂ ਬਾਅਦ ਜਿਹੜਾ ਮੇਘਾਲਿਆ ਸੀ ਇਹ ਅਸਾਮ ਦੀ ਸਬ ਸਟੇਟ ਸੀ, ਠੀਕ ਹੈ। ਇਹ ਸਾਰਾ ਕੁਝ ਦਿੱਤਾ ਹੋਇਆ ਹੈ। ਸਕਰੀਨਸ਼ਾਟ ਲੈ ਕੇ ਰੱਖਣਾ ਤਾਂ ਸਕਰੀਨਸ਼ਾਟ ਲੈ ਕੇ ਰੱਖ ਲਓ, ਠੀਕ ਹੈ ਜੀ। ਵੈਸੇ ਤਾਂ ਇਹਨੂੰ ਕੋਸ਼ਿਸ਼ ਕਰਿਓ ਤੁਸੀਂ ਇਹਨੂੰ ਮੈਪ ਦੇ ਵਿੱਚ ਸਮਝ ਸਕੋ ਤਾਂ ਤੁਹਾਨੂੰ ਜ਼ਿਆਦਾ, ਕਿਉਂਕਿ ਸੀਕੁਐਂਸ ਵੀ ਸਮਝ ਆ ਜਾਣਾ ਤੁਹਾਨੂੰ, ਕਿਹੜੀ ਸਟੇਟ ਕਦੋਂ ਕਿੱਥੇ ਬਣੀ ਇਹ ਵੀ ਤੁਹਾਨੂੰ ਸਮਝ ਆ ਜਾਣਾ, ਠੀਕ ਹੈ ਜੀ। ਤਾਂ ਹੀ ਇਸ ਲਈ ਤੁਹਾਨੂੰ ਪਹਿਲਾਂ ਇੱਕ ਸਟੇਟਸ ਦੀ ਵੀਡੀਓ ਬਣਾ ਕੇ ਪ੍ਰੋਵਾਈਡ ਕਰਵਾਈ ਸੀ, ਕਿਹੜੀ ਸਟੇਟ ਕਿੱਥੇ ਹੈ, ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਬੈਠ ਸਕੇ। ਇਹ ਮੈਪ ਵੀ ਵੈਸੇ ਅੱਜ ਦਾ ਤਾਂ ਹੈ ਨਹੀਂ, ਕਿਉਂਕਿ ਉੱਤਰਾਂਚਲ ਲਿਖਿਆ ਇਹਦਾ ਮਤਲਬ ਕਿ ਇਹ 2006 ਤੋਂ ਪਹਿਲਾਂ ਦਾ ਮੈਪ ਹੈ, ਕਿਉਂਕਿ ਉੱਤਰਾਂਚਲ ਦਾ ਨਾਮ 2006 ਦੇ ਵਿੱਚ ਉੱਤਰਾਖੰਡ ਕਰ ਦਿੱਤਾ ਗਿਆ ਸੀ, ਠੀਕ ਹੈ ਜੀ। ਹੁਣ ਇਹ ਤਾਂ ਤੁਹਾਡਾ ਕੰਪਲੀਟ ਹੋ ਗਿਆ। ਤੁਹਾਨੂੰ ਇੱਕ ਚੀਜ਼ ਹੋਰ ਦੇਖ ਲਓ, ਆਹ ਖਾਲੀ ਮੈਪ ਆ, ਇਹਦੇ ਵਿੱਚ ਭਰ ਕੇ ਦੇਖ ਲਓ ਕਿਹੜੀ ਸਟੇਟ। ਦੇਖੋ ਪਹਿਲਾਂ ਜਿਹੜਾ ਉਹ ਰਫ ਮੈਪ ਦਿੱਤਾ 1956 ਵਾਲਾ, ਉਹਦੇ ਵਿੱਚ ਭਰ ਕੇ ਦੇਖ ਲਓ ਕਿਹੜੀ ਸਟੇਟ ਕਦੋਂ ਕਿੱਥੇ ਬਣੀ, ਕਿਵੇਂ ਬਣੀ, ਠੀਕ ਹੈ ਜੀ, ਕਿਹੜੇ ਸਾਲ ਦੇ ਵਿੱਚ ਬਣੀ। ਉਸ ਤੋਂ ਬਾਅਦ ਇਹਦੇ ਵਿੱਚ ਮਿਲਾ ਕੇ ਦੇਖ ਲਓ ਵੀ ਹਾਂ ਵੀ ਉਹ ਸਟੇਟ ਉਹੀ ਹੈ ਜਿਹੜੀ ਤੁਸੀਂ ਭਰ ਕੇ ਦੇਖੀ ਹੈ। ਦੇਖੋ ਚੱਲਦੇ ਹੁਣ ਆਪਾਂ ਅੱਗੇ, ਆਹ ਦੇਖ ਲਿਓ, ਇਹ ਵੀ ਥੋੜ੍ਹਾ ਯਾਦ ਰੱਖਣ ਦੀ ਕੋਸ਼ਿਸ਼ ਕਰ ਲਿਓ। ਸਟੇਟ ਅਤੇ ਯੂਨੀਅਨ ਟੈਰੀਟਰੀਜ਼ ਦੇ ਕਦੋਂ ਨਾਮ ਬਦਲ ਗਏ? ਸਾਰਿਆਂ ਤੋਂ ਪਹਿਲੀ ਜਿਹੜੀ ਯੂਨੀਅਨ ਮਤਲਬ ਸਟੇਟ ਦਾ ਨਾਮ ਬਦਲਿਆ ਗਿਆ ਸੀ, ਸੰਯੁਕਤ ਪ੍ਰਾਂਤ ਕਹਿੰਦੇ ਸੀ ਪਹਿਲਾਂ ਯੂਪੀ ਨੂੰ, ਠੀਕ ਹੈ ਜੀ। 1950 ਦੇ ਵਿੱਚ ਇਹਦਾ ਨਾਮ ਬਦਲ ਕੇ ਉੱਤਰ ਪ੍ਰਦੇਸ਼ ਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਕਹਿੰਦੇ ਸੀ ਇਹਨੂੰ ਸੰਯੁਕਤ ਪ੍ਰਾਂਤ। ਉਸ ਤੋਂ ਬਾਅਦ 1969 ਦੇ ਵਿੱਚ ਮਦਰਾਸ ਨਾਲੋਂ 53 ਦੇ ਵਿੱਚ ਕੌਣ ਅਲੱਗ ਹੋਇਆ ਸੀ? ਆਂਧਰਾ ਪ੍ਰਦੇਸ਼, ਠੀਕ ਹੈ। ਇਹਨੂੰ ਮਦਰਾਸ ਤੋਂ ਬਦਲ ਕੇ 1969 ਦੇ ਵਿੱਚ ਤਾਮਿਲਨਾਡੂ ਕਰਤਾ। ਉਸ ਤੋਂ ਬਾਅਦ 1973 ਦੇ ਵਿੱਚ ਮੈਸੂਰ ਦਾ ਨਾਮ ਬਦਲ ਕੇ ਕਰਨਾਟਕਾ ਕਰ ਦਿੱਤਾ ਗਿਆ, ਠੀਕ ਹੈ ਜੀ। 1973 ਦੇ ਵਿੱਚ ਹੀ 3 ਆਈਲੈਂਡ ਸੀ, ਉਹਨਾਂ ਨੂੰ ਮਿਲਾ ਕੇ ਲਕਸ਼ਦੀਪ ਕਰ ਦਿੱਤਾ ਗਿਆ। ਲਕਾਦੀਪ, ਮਿਨੀਦੀਪ ਤੁਸੀਂ ਮਤਲਬ ਅਰਬ ਸਾਗਰ ਦੇ ਵਿੱਚ ਪੈਂਦੇ ਨੇ, ਠੀਕ ਹੈ ਜੀ। ਯੂਨੀਅਨ ਟੈਰੀਟਰੀਜ਼ ਬਾਰੇ ਤਾਂ ਤੁਹਾਨੂੰ ਕਲੀਅਰ ਇੱਕ ਵੀਡੀਓ ਬਣਾ ਕੇ ਜ਼ਰੂਰ ਦੇਵਾਂਗੇ 5-7 ਮਿੰਟ ਦੀ, ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। ਮਤਲਬ ਕਿ ਪਹਿਲਾਂ ਇਹਨਾਂ ਆਈਲੈਂਡਸ ਨੂੰ ਅਲੱਗ-ਅਲੱਗ ਨਾਮ ਨਾਲ ਜਾਣਦੇ ਸੀ। 1973 ਦੇ ਵਿੱਚ ਇਹਨਾਂ ਨੂੰ ਇੱਕ ਹੀ ਨਾਮ ਦੇ ਦਿੱਤਾ ਗਿਆ, ਕਿਹੜਾ? ਲਕਸ਼ਦੀਪ। 1992 ਦੇ ਵਿੱਚ ਦਿੱਲੀ ਦਾ ਨਵਾਂ ਨਾਮ ਰੱਖਿਆ ਗਿਆ NCR, ਇਹਨੂੰ ਨੈਸ਼ਨਲ ਕੈਪੀਟਲ ਰੀਜਨ ਦਿੱਲੀ ਕਹਿੰਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ 2006 ਦੇ ਵਿੱਚ ਉੱਤਰਾਂਚਲ ਦਾ ਨਾਮ ਬਦਲ ਕੇ ਕਰ ਦਿੱਤਾ ਗਿਆ ਉੱਤਰਾਖੰਡ, ਅਤੇ 2011 ਦੇ ਵਿੱਚ ਪਾਂਡੀਚੇਰੀ ਦਾ ਨਾਮ ਬਦਲ ਕੇ ਕਰ ਦਿੱਤਾ ਗਿਆ ਪੁਡੂਚੇਰੀ, ਠੀਕ ਹੈ ਜੀ। ਉਮੀਦ ਹੈ ਸਾਰਿਆਂ ਨੂੰ ਇਹ ਸਮਝ ਆ ਗਿਆ ਹੋਣਾ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਆਰਟੀਕਲ 5 ਤੋਂ ਲੈ ਕੇ 11 ਤੱਕ, ਠੀਕ ਹੈ ਜੀ। ਪਹਿਲਾਂ ਇਸ ਤੋਂ ਵੀ ਪਹਿਲਾਂ ਇੱਕ ਚੀਜ਼ ਤੁਸੀਂ ਹੋਰ ਦੇਖ ਲਓ ਕਿ NRI ਉਹ ਹੁੰਦੇ ਨੇ ਜਿਹੜੇ ਭਾਰਤ ਦੇ ਹੀ ਲੋਕ ਨੇ, ਬਾਹਰ ਕੰਮ ਕਰਨ ਲਈ ਚਲੇ ਗਏ ਜਾਂ ਸਟੱਡੀ ਕਰਨ ਲਈ, ਪਰ ਉਹਨਾਂ ਕੋਲੇ ਭਾਰਤ ਦਾ ਜਿਹੜਾ ਇਹ ਪਾਸਪੋਰਟ ਹੁੰਦਾ ਹੈ, ਠੀਕ ਹੈ ਜੀ। ਜਿਨ੍ਹਾਂ ਕੋਲੇ ਭਾਰਤ ਦਾ ਪਾਸਪੋਰਟ ਹੈ ਅਤੇ ਬਾਹਰ ਰਹਿ ਰਹੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? NRI। ਅਤੇ ਪਰਸਨ ਆਫ ਇੰਡੀਅਨ ਔਰੀਜਨ ਉਹ ਹੁੰਦੇ ਨੇ ਜਿਹੜੇ ਮਤਲਬ ਜਿਨ੍ਹਾਂ ਦੇ ਮਾਂ-ਬਾਪ ਜਾਂ ਦਾਦਾ ਦਾਦੀ ਪਹਿਲਾਂ ਤੋਂ ਭਾਰਤ ਦੇ ਨਾਗਰਿਕ ਸੀ, ਅਤੇ ਉਹਨਾਂ ਦੇ ਜਿਹੜੇ ਬੱਚੇ ਨੇ ਮਤਲਬ ਕਿ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਦੇ ਮਾਂ-ਬਾਪ ਜਾਂ ਦਾਦਾ ਦਾਦੀ ਭਾਰਤ ਦੇ ਨਾਗਰਿਕ ਸੀ ਪਹਿਲਾਂ ਦੇ ਟਾਈਮ ਦੇ ਵਿੱਚ, ਠੀਕ ਹੈ ਜੀ। ਅਤੇ ਓਵਰਸੀਜ਼ ਇੰਡੀਅਨਸ ਉਹ ਹੁੰਦੇ ਨੇ ਜਿਹੜੇ ਪਹਿਲਾਂ ਭਾਰਤ ਦੇ ਨਾਗਰਿਕ ਸੀ, ਹੁਣ ਜਾ ਕੇ ਉਹਨਾਂ ਨੇ ਬਾਹਰ ਕਿਸੇ ਹੋਰ ਦੇਸ਼ ਦੀ PR ਲੈ ਲਈ, ਠੀਕ ਹੈ। ਅਤੇ ਜਾਂ ਉਹਨਾਂ ਦੇ ਜਿਹੜੇ ਨਾਬਾਲਿਗ ਬੱਚੇ ਨੇ ਉਹਨਾਂ ਨੂੰ ਵੀ ਆਪਾਂ ਓਵਰਸੀਜ਼ ਇੰਡੀਅਨਸ ਕਹਿੰਦੇ ਹਾਂ, ਠੀਕ ਹੈ ਜੀ। ਅਸਲ ਦੇ ਵਿੱਚ ਇਹ ਫੈਸਿਲਿਟੀ 2003 ਦੇ ਵਿੱਚ ਗੌਰਮੈਂਟ ਨੇ ਅਲਾਉ ਕਰੀ ਸੀ, ਜਿਸ ਟਾਈਮ ਜਿਹੜਾ ਸਿਟੀਜ਼ਨਸ਼ਿਪ ਐਕਟ ਆ ਉਹਨੂੰ ਅਮੈਂਡ ਕੀਤਾ ਸੀ। ਕੋਈ ਗੱਲ ਨਹੀਂ, ਇਹਦੇ ਬਾਰੇ ਆਪਾਂ ਅੱਗੇ ਚਰਚਾ ਕਰਾਂਗੇ, ਠੀਕ ਹੈ ਜੀ। ਦੇਖੋ ਪਹਿਲਾਂ ਆਰਟੀਕਲਸ ਬਾਰੇ ਗੱਲ ਕਰਦੇ ਆਪਾਂ। ਆਰਟੀਕਲ 5 ਦੇ ਵਿੱਚ ਦਿੱਤਾ ਗਿਆ ਕਿ ਸੰਵਿਧਾਨ ਦੇ ਸ਼ੁਰੂ ਹੋਣ 'ਤੇ ਨਾਗਰਿਕਤਾ, ਮਤਲਬ ਸੰਵਿਧਾਨ ਦੇ ਸ਼ੁਰੂ ਹੋਣ 'ਤੇ ਕਿਸ ਇਨਸਾਨ ਨੂੰ ਨਾਗਰਿਕਤਾ ਦਿੱਤੀ ਗਈ? ਇੱਕ ਤਾਂ ਜਿਸ ਇਨਸਾਨ ਦਾ ਜਨਮ 26 ਜਨਵਰੀ 1950 ਤੋਂ ਪਹਿਲਾਂ ਭਾਰਤ ਦੇ ਵਿੱਚ ਹੋਇਆ ਉਹਨੂੰ, ਅਤੇ ਜਾਂ ਫਿਰ ਉਹ ਬੰਦਾ ਪਰਸਨ ਆਫ ਇੰਡੀਅਨ ਔਰੀਜਨ ਸੀ ਅਤੇ ਉਹ ਪਿਛਲੇ 5 ਸਾਲਾਂ ਤੋਂ ਭਾਰਤ ਦੇ ਵਿੱਚ ਰਹਿ ਰਿਹਾ ਸੀ, ਉਹਨੂੰ ਦਿੱਤੀ ਗਈ। ਪਰਸਨ ਆਫ ਇੰਡੀਅਨ ਔਰੀਜਨ ਕੀ ਸੀ ਤੁਹਾਨੂੰ ਪਿੱਛੇ ਹੁਣ ਸਮਝਾ ਕੇ ਹਟਿਆ, ਠੀਕ ਹੈ ਜੀ। ਆਰਟੀਕਲ 5 ਦੇ ਵਿੱਚ ਜਾਂ ਤਾਂ ਜਨਮ ਤੋਂ ਜਾਂ ਉਹ 5 ਸਾਲਾਂ ਤੋਂ ਪਰਸਨ ਆਫ ਇੰਡੀਅਨ ਔਰੀਜਨ ਭਾਰਤ ਦੇ ਵਿੱਚ ਰਹਿ ਰਿਹਾ ਸੀ, ਠੀਕ ਹੈ। ਆਰਟੀਕਲ 6 ਦੇ ਵਿੱਚ ਕਰੀ ਗਈ ਹੈ ਚਰਚਾ ਕਿਹਦੇ ਬਾਰੇ? ਜਿਹੜੇ ਵਿਅਕਤੀ ਪਾਕਿਸਤਾਨ ਤੋਂ ਭਾਰਤ ਆਏ, ਭਾਰਤ ਆਜ਼ਾਦ ਹੋਇਆ, ਠੀਕ ਹੈ, 2 ਹਿੱਸੇ ਹੋਏ, ਤਾਂ ਉਸ ਟਾਈਮ ਕੁਛ ਲੋਕ ਪਾਕਿਸਤਾਨ ਦੇ ਮਤਲਬ ਫੇਵਰ ਦੇ ਵਿੱਚ ਸੀ, ਉਹ ਭਾਰਤ ਦੇ ਵਿੱਚ ਰਹਿ ਗਏ, ਅਤੇ ਭਾਰਤ ਦੇ ਫੇਵਰ ਵਾਲੇ ਪਾਕਿਸਤਾਨ ਚਲੇ ਗਏ। ਤਾਂ ਉਹ ਜਿਹੜੇ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਆਏ ਉਹਨਾਂ ਨੂੰ ਨਾਗਰਿਕਤਾ ਦਾ ਅਧਿਕਾਰ ਇਹਦੇ ਵਿੱਚ ਦਿੱਤਾ ਗਿਆ ਸੀ, ਠੀਕ ਹੈ ਜੀ। ਇਹਦੇ ਵਿੱਚ ਇਹ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ? ਕਰਾਚੀ ਤੋਂ ਰਾਂਚੀ, ਮਤਲਬ ਕਰਾਚੀ ਤੋਂ ਰਾਂਚੀ ਦੇ ਵਿੱਚ ਆਏ, ਠੀਕ ਹੈ। ਆਰਟੀਕਲ 7 ਦੇ ਵਿੱਚ ਰਾਂਚੀ ਤੋਂ ਕਰਾਚੀ 'ਚ ਗਏ, ਮਤਲਬ ਕਿ ਭਾਰਤ ਦੇ ਜਿਹੜੇ ਪਾਕਿਸਤਾਨ ਦੇ ਫੇਵਰ ਦੇ ਕੁਛ ਲੋਕ ਸੀ ਭਾਰਤ ਤੋਂ ਪਾਕਿਸਤਾਨ ਦੇ ਵਿੱਚ ਗਏ, ਪਰ ਉੱਧਰ ਸ਼ਾਇਦ ਉਹਨਾਂ ਨੂੰ ਕੁਛ ਨਹੀਂ ਵਧੀਆ ਲੱਗਿਆ, ਵਾਪਸ ਮੁੜ ਕੇ ਉਹ ਜੇ ਭਾਰਤ ਦੇ ਵਿੱਚ ਆ ਗਏ ਤਾਂ ਉਹਨਾਂ ਨੂੰ ਨਾਗਰਿਕਤਾ ਦਾ ਜਿਹੜਾ ਪ੍ਰੋਵੀਜ਼ਨ
ਇਹਦੇ ਵਿੱਚ ਕੀਤਾ ਗਿਆ, ਪਰ ਉਹਨਾਂ ਨੂੰ ਜਿਹੜੀ ਮਤਲਬ ਐਪਲੀਕੇਸ਼ਨ ਦੇਣ ਤੋਂ ਬਾਅਦ ਘੱਟੋ ਘੱਟ 6 ਮਹੀਨੇ ਭਾਰਤ ਦੇ ਵਿੱਚ ਰਹਿਣਾ ਪਊਗਾ। ਠੀਕ ਹੈ ਜੀ। 6 ਦੇ ਵਿੱਚ ਕਰਾਚੀ ਤੋਂ ਰਾਂਚੀ, 7 ਦੇ ਵਿੱਚ ਰਾਂਚੀ ਤੋਂ ਕਰਾਚੀ। ਠੀਕ ਹੈ। 8 ਦੇ ਵਿੱਚ ਕੀ ਆ, ਹੋਰ ਬਾਕੀ ਦੇਸ਼ਾਂ ਦੇ ਵਿੱਚ ਜਿਹੜੇ ਭਾਰਤ ਇੰਡੀਅਨ ਔਰੀਜਨ ਦੇ ਲੋਕ ਨੇ, ਇੰਡੀਅਨ ਔਰੀਜਨ ਤੁਹਾਨੂੰ ਸਮਝਾ ਚੁੱਕਿਆ ਪਹਿਲਾਂ ਵੀ, ਪਰਸਨ ਆਫ ਇੰਡੀਅਨ ਔਰੀਜਨ ਜਿਹੜੇ ਹੋਰ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨਾਲ ਸੰਬੰਧਿਤ ਜਿਹੜਾ ਨਾਗਰਿਕਤਾ ਦਾ ਅਧਿਕਾਰ ਆ ਉਹ ਆਰਟੀਕਲ 8 ਦੇ ਵਿੱਚ ਹੈ। ਠੀਕ ਹੈ ਜੀ। ਅਤੇ ਆਰਟੀਕਲ 9 ਦੇ ਵਿੱਚ ਨੋ ਕਹਿੰਦਾ ਹੋਰ ਕਿਸੇ ਦੇਸ਼ ਦੀ ਨਾਗਰਿਕਤਾ ਨਹੀਂ ਲੈਣੀ, ਭਾਰਤ ਦੀ ਨਾਗਰਿਕਤਾ ਨਾਲ ਦੀ ਨਾਲ ਚਲੀ ਜਾਓ। ਮਤਲਬ ਜੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਤਾਂ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਊ। ਠੀਕ ਹੈ ਜੀ। ਆਰਟੀਕਲ 10 ਕਹਿੰਦਾ ਵੀ ਜੇ ਜਿਹੜੇ ਇਹ ਆਰਟੀਕਲਸ ਦੇ ਵਿੱਚ ਨਾਗਰਿਕਤਾ ਕਿਸੇ ਵੀ ਮਤਲਬ ਪਰਸਨ ਨੂੰ ਦਿੱਤੀ ਗਈ ਹੈ, ਉਹ ਐਵੇਂ ਨਹੀਂ ਵੀ 1 ਸਾਲ 2 ਸਾਲ ਵਾਸਤੇ ਦਿੱਤੀ, ਉਹ ਲਗਾਤਾਰ ਰਹੂਗੀ। ਮਤਲਬ ਕਿ ਉਹ ਨਾਗਰਿਕਤਾ ਉਸ ਇਨਸਾਨ ਕੋਲੇ ਰਹੂਗੀ ਜਿੰਨਾ ਟਾਈਮ ਕਿ ਉਹਨੂੰ ਇਨਵੈਲਿਡ ਘੋਸ਼ਿਤ ਨਾ ਕਰ ਦਿੱਤਾ ਜਾਵੇ। ਠੀਕ ਹੈ ਜੀ। ਮਤਲਬ 10 ਦੇ ਵਿੱਚ ਕੀ ਹੈ, ਨਾਗਰਿਕਤਾ ਉਸ ਇਨਸਾਨ ਕੋਲੇ ਬਣੀ ਰਹੂਗੀ। ਅਤੇ ਆਰਟੀਕਲ 11 ਨੇ ਸੰਸਦ ਨੂੰ ਪਾਵਰ ਦਿੱਤੀ ਗਈ ਹੈ ਕਿ ਉਹ ਨਾਗਰਿਕਤਾ ਵਾਸਤੇ ਕੋਈ ਕਾਨੂੰਨ ਬਣਾ ਸਕਦਾ। ਇਹਦੇ ਲਈ ਹੀ ਸਿਟੀਜ਼ਨਸ਼ਿਪ ਐਕਟ ਜਿਹੜਾ ਬਣਾਇਆ ਸੀ ਉਹਦੀ ਆਪਾਂ ਅੱਗੇ ਚਰਚਾ ਕਰਾਂਗੇ। ਠੀਕ ਹੈ ਜੀ। 5 ਦੇ ਵਿੱਚ ਕੀ ਆ, ਜਨਮ ਦੇ ਆਧਾਰ 'ਤੇ ਨਾਗਰਿਕਤਾ। ਠੀਕ ਹੈ। 6 ਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਭਾਰਤ ਆਏ, ਕਰਾਚੀ ਤੋਂ ਰਾਂਚੀ। 7 ਦੇ ਵਿੱਚ ਜਿਹੜੇ ਭਾਰਤ ਤੋਂ ਪਾਕਿਸਤਾਨ ਜਾ ਕੇ ਫਿਰ ਮੁੜ ਕੇ ਆਏ, ਮਤਲਬ ਰਾਂਚੀ ਤੋਂ ਕਰਾਚੀ। 8 ਦੇ ਵਿੱਚ ਜਿਹੜੇ ਹੋਰ ਬਾਹਰਲੇ ਦੇਸ਼ਾਂ ਤੋਂ ਭਾਰਤ ਆਏ, ਮਤਲਬ ਪਰਸਨ ਆਫ ਇੰਡੀਅਨ ਔਰੀਜਨਸ। ਠੀਕ ਹੈ। ਅਤੇ 9 ਦੇ ਵਿੱਚ ਚਰਚਾ ਕਰੀ ਗਈ ਹੈ ਜਿਹਨੇ ਜੇ ਮਤਲਬ ਦੂਸਰੇ ਕਿਸੇ ਦੇਸ਼ ਦੀ ਨਾਗਰਿਕਤਾ ਲਈ ਤਾਂ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਏਗੀ। 10 ਦੇ ਵਿੱਚ ਨਾਗਰਿਕਤਾ ਜਿਹੜੀ ਲਗਾਤਾਰ ਰਹੂਗੀ, ਐਵੇਂ ਨਹੀਂ ਕਿ 1-2 ਸਾਲ ਬਾਅਦ ਨਾਗਰਿਕਤਾ ਖਤਮ ਹੋ ਜੂ। ਅਤੇ ਆਰਟੀਕਲ 11 ਦੇ ਵਿੱਚ ਸੰਸਦ ਨੂੰ ਪਾਵਰ ਦਿੱਤੀ ਗਈ ਹੈ। ਠੀਕ ਹੈ ਜੀ। ਦੇਖੋ ਅੱਗੇ, ਇਹ ਮੈਂ ਤੁਹਾਨੂੰ ਸਮਝਾਈ ਚੁੱਕਿਆ। ਅਤੇ ਅਸਾਮ ਅਕੋਰਡ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਸਮਝ ਲਓ। ਸਭ ਤੋਂ ਮੇਨ ਤਾਂ ਇਹਦੀ ਡੇਟ ਹੀ ਤੁਸੀਂ ਯਾਦ ਰੱਖਣੀ ਕਿ 1985 ਦੇ ਵਿੱਚ ਹੋਇਆ ਸੀ। ਇਹਦੇ ਵਿੱਚ ਸਿਸਟਮ ਕੀ ਕੀਤਾ ਗਿਆ ਸੀ, ਬੰਗਲਾਦੇਸ਼ ਇੱਥੇ ਮਤਲਬ ਬੰਗਲਾਦੇਸ਼ ਤਾਂ 1971 ਦੇ ਵਿੱਚ ਬਣਿਆ ਸੀ। ਉਸ ਤੋਂ ਪਹਿਲਾਂ ਤਾਂ ਇਹ ਪਾਕਿਸਤਾਨੀ ਸੀ, ਹੈ ਨਾ, ਪੂਰਬੀ ਪਾਕਿਸਤਾਨ ਕਹਿੰਦੇ ਸੀ। 1 ਜਨਵਰੀ 1966 ਤੋਂ ਜਿਹੜੇ ਬੰਗਲਾਦੇਸ਼ ਤੋਂ ਮਤਲਬ ਉਸ ਟਾਈਮ ਦੇ ਪਾਕਿਸਤਾਨ ਤੋਂ ਜਿਹੜੇ ਲੋਕ ਅਸਾਮ ਦੇ ਵਿੱਚ ਆ ਗਏ ਉਹਨਾਂ ਨੂੰ ਭਾਰਤ ਦਾ ਨਾਗਰਿਕ ਮੰਨ ਲਿਆ ਜਾਊਗਾ। ਪਰ ਜਿਹੜੇ 1 ਜਨਵਰੀ 1966 ਤੋਂ ਲੈ ਕੇ 25 ਮਾਰਚ 1971 ਤੱਕ ਆਏ ਉਹਨਾਂ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਏਗਾ, ਪਰ ਉਹਨਾਂ ਨੂੰ ਕੀ ਮੰਨਿਆ ਜਾਏਗਾ, ਫੋਰਨਰ। ਪਰ ਉਹਨਾਂ ਨੂੰ ਅਧਿਕਾਰ ਸਾਰੇ ਉਹੀ ਦਿੱਤੇ ਜਾਣਗੇ ਜਿਹੜੇ ਭਾਰਤ ਦੇ ਨਾਗਰਿਕਾਂ ਨੂੰ ਦਿੱਤੇ ਜਾਂਦੇ ਨੇ। ਠੀਕ ਹੈ ਜੀ। ਪਰ ਸਿਰਫ ਵੋਟਿੰਗ ਦਾ ਅਧਿਕਾਰ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ। ਠੀਕ ਹੈ ਜੀ। ਜ਼ਿਆਦਾ ਕਨਫਿਊਜ਼ ਨਹੀਂ ਹੋਣਾ, ਬਸ ਤੁਸੀਂ ਇਹਦੇ ਵਿੱਚ ਇੰਨਾ ਯਾਦ ਰੱਖਣਾ ਕਿ ਜਿਹੜੇ 1 ਜਨਵਰੀ 1966 ਤੱਕ ਅਸਾਮ ਦੇ ਵਿੱਚ ਆ ਗਏ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਆਟੋਮੈਟਿਕ ਦੇ ਮਤਲਬ ਨੋਰਮਲੀ ਦੇ ਦਿੱਤੀ। ਅਤੇ ਜਿਹੜੇ 1 ਜਨਵਰੀ 1966 ਤੋਂ 71 ਦੇ ਵਿੱਚ ਆਏ ਉਹਨਾਂ ਨੂੰ ਨਾਗਰਿਕਤਾ ਨਾ ਦੇ ਕੇ ਉਹਨਾਂ ਨੂੰ ਫੋਰਨਰ ਰੱਖਿਆ ਗਿਆ। ਠੀਕ ਹੈ। ਜਿਹੜੇ 71 ਤੋਂ ਹੀ ਬਾਅਦ 'ਚ ਆਏ ਉਹਨਾਂ ਦੇ ਲਈ ਤਾਂ ਫਿਰ ਜਿਹੜਾ ਬਾਕੀ ਫੋਰਨਰਸ ਦੇ ਲਈ ਸਿਸਟਮ ਸੀ ਉਹੀ ਸਿਸਟਮ ਰੱਖਿਆ ਗਿਆ। ਚੱਲਦੇ ਅੱਗੇ ਦੇਖੋ। ਅਤੇ ਇਹਦੀ ਡੇਟ ਤੁਸੀਂ ਜ਼ਰੂਰ ਯਾਦ ਰੱਖਣੀ ਹੈ। ਇਹ 1985 ਦੇ ਵਿੱਚ ਆਇਆ ਸੀ। ਅਸਾਮ ਅਕੋਰਡ ਕਿਹਾ ਜਾਂਦਾ ਹੈ ਇਹਨੂੰ। ਠੀਕ ਹੈ ਜੀ। ਅਸਾਮ ਸਮਝੌਤਾ। ਦੇਖੋ ਸਿਟੀਜ਼ਨਸ਼ਿਪ ਐਕਟ 1955, ਇਹ ਜਿਹੜਾ ਆਰਟੀਕਲ 11 ਦੇ ਵਿੱਚ ਜਿਹੜੀ ਸੰਸਦ ਨੂੰ ਪਾਵਰ ਦਿੱਤੀ ਗਈ ਹੈ ਉਹਨੂੰ ਯੂਜ਼ ਕਰਕੇ ਸੰਸਦ ਲੈ ਕੇ ਆਈ ਸੀ। ਇਹਨੂੰ ਹੁਣ ਤੱਕ 6 ਵਾਰ ਸੰਸ਼ੋਧਿਤ ਕੀਤਾ ਜਾ ਚੁੱਕਿਆ ਹੈ। 1986 'ਚ, 92 'ਚ, 2003, 2005, 2015 ਅਤੇ 2019 ਦੇ ਵਿੱਚ। ਜਿਹੜਾ 2003 ਦੇ ਵਿੱਚ ਸੰਸ਼ੋਧਨ ਕੀਤਾ ਗਿਆ ਸੀ ਇਹਦੇ ਵਿੱਚ ਗੌਰਮੈਂਟ ਲੈ ਕੇ ਸੰਸਦ ਲੈ ਕੇ ਆਈ ਸੀ ਇਹ ਪ੍ਰੋਵੀਜ਼ਨ ਜਿਹੜਾ ਪਰਸਨ ਆਫ ਇੰਡੀਅਨ ਔਰੀਜਨ ਅਤੇ ਓਵਰਸੀਜ਼ ਇੰਡੀਅਨਸ ਦਾ ਸੀ। ਠੀਕ ਹੈ ਜੀ। ਇਹਨਾਂ ਨੂੰ ਅਲੱਗ-ਅਲੱਗ ਇੱਕ ਕਾਰਡ ਬਣਾ ਕੇ ਦਿੱਤਾ ਜਾਂਦਾ ਪਾਸਪੋਰਟ ਦੀ ਤਰ੍ਹਾਂ ਹੀ ਮਤਲਬ ਕਿ ਜਿਹੜੇ ਹੋਰ ਫੋਰਨਰਸ ਹੁੰਦੇ ਨੇ ਉਹਨਾਂ ਨਾਲੋਂ ਥੋੜ੍ਹੀਆਂ ਜ਼ਿਆਦਾ ਫੈਸਿਲਿਟੀਜ਼ ਇਹਨਾਂ ਨੂੰ ਭਾਰਤ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਠੀਕ ਹੈ ਜੀ। ਪਰਸਨ ਆਫ ਇੰਡੀਅਨ ਔਰੀਜਨ ਅਤੇ ਓਵਰਸੀਜ਼ ਇੰਡੀਅਨਸ ਦਾ ਇਹ ਤੁਸੀਂ ਯਾਦ ਰੱਖਣਾ ਕਦੋਂ ਲਿਆਂਦਾ ਸੀ, ਇਹ 2003 ਦੇ ਵਿੱਚ। ਠੀਕ ਹੈ। ਦੇਖੋ ਚੱਲਦੇ ਅੱਗੇ ਆਪਾਂ ਹੁਣ ਇਹਦੇ ਬਾਰੇ। ਜਿਹੜਾ ਇਹ ਸਿਟੀਜ਼ਨਸ਼ਿਪ ਐਕਟ ਆ, ਜਿਹੜਾ ਨਾਗਰਿਕਤਾ ਅਧਿਨਿਯਮ ਆ, ਕਿਉਂਕਿ ਜਿਹੜਾ ਭਾਗ 2 ਉਹਦੇ ਵਿੱਚ ਬਹੁਤ ਜ਼ਿਆਦਾ ਬਰੋਡ ਨਹੀਂ ਦੱਸਿਆ ਗਿਆ ਕੌਣ ਭਾਰਤ ਦੀ ਨਾਗਰਿਕਤਾ ਲੈ ਸਕਦਾ ਹੈ, ਭਾਰਤ ਦੀ ਨਾਗਰਿਕਤਾ ਕਿਵੇਂ ਖਾਰਿਜ ਕੀਤੀ ਜਾ ਸਕਦੀ ਹੈ, ਸਾਰਾ ਕੁਛ ਉਹਦੇ ਵਿੱਚ ਨਹੀਂ ਦਿੱਤਾ ਗਿਆ। ਇਸੇ ਲਈ ਸੰਸਦ ਨੇ ਜਿਹੜਾ ਇਹ ਕਾਨੂੰਨ ਬਣਾਇਆ ਸੀ ਇਹਦੇ ਵਿੱਚ ਦੱਸਿਆ ਗਿਆ ਕਿ 5 ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਜਿਹੜੀ ਲਈ ਜਾ ਸਕਦੀ ਹੈ ਜਨਮ ਦੇ ਆਧਾਰ 'ਤੇ। ਜੇ ਕਿਸੇ ਬੱਚੇ ਦੇ ਮਾਂ-ਬਾਪ ਭਾਰਤ ਦੇ ਨਾਗਰਿਕ ਨੇ ਅਤੇ ਉਹਦਾ ਜਨਮ ਭਾਰਤ ਦੇ ਵਿੱਚ ਹੁੰਦਾ ਹੈ ਤਾਂ ਉਹਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇਗੀ। ਪਰ ਉਹਦੇ ਮਾਂ-ਬਾਪ ਭਾਰਤ ਦੇ ਨਾਗਰਿਕ ਨੇ ਤਾਂ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਵੰਸ਼ ਦੇ ਆਧਾਰ 'ਤੇ ਜੇ ਬੱਚੇ ਦੇ ਮਾਂ-ਬਾਪ ਨੇ ਜਿਹੜੇ ਉਹ ਭਾਰਤ ਦੇ ਨਾਗਰਿਕ ਨੇ ਪਰ ਬਾਹਰ ਰਹਿੰਦੇ ਨੇ ਅਤੇ ਉਹਦਾ ਮਤਲਬ ਚਾਹੇ ਦੋਨੋਂ ਹੋਣ ਜਾਂ ਦੋਨਾਂ 'ਚੋਂ ਇੱਕ ਹੋਵੇ ਅਤੇ ਬੱਚੇ ਦਾ ਜਨਮ ਜਿਹੜਾ ਉਹ ਬਾਹਰ ਹੋ ਜਾਂਦਾ। ਠੀਕ ਹੈ ਜੀ। ਦੁਬਾਰਾ ਸਮਝੋ ਇੱਕ ਵਾਰ। ਜਨਮ ਦੇ ਆਧਾਰ 'ਤੇ ਬੱਚੇ ਦੇ ਮਾਂ-ਬਾਪ ਭਾਰਤ ਦੇ ਨਿਵਾਸੀ ਨੇ ਅਤੇ ਬੱਚੇ ਦਾ ਜਨਮ ਭਾਰਤ ਦੇ ਵਿੱਚ ਹੁੰਦਾ ਹੈ ਤਾਂ ਉਹਨੂੰ ਜਨਮ ਦੇ ਆਧਾਰ 'ਤੇ ਭਾਰਤ ਦੀ ਨਾਗਰਿਕਤਾ ਮਿਲ ਜਾਏਗੀ। ਇਹਨੂੰ ਕਹਿੰਦੇ ਨੇ ਜਸ ਸੋਲੀ ਦਾ ਸਿਧਾਂਤ। ਅਤੇ ਵੰਸ਼ ਦੇ ਆਧਾਰ 'ਤੇ ਬੱਚੇ ਦੇ ਮਾਂ-ਬਾਪ ਭਾਰਤੀ ਨੇ ਪਰ ਬੱਚੇ ਦਾ ਜਨਮ ਬਾਹਰ ਕਿਤੇ ਹੋ ਜਾਂਦਾ ਹੈ ਤਾਂ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ 1 ਸਾਲ ਦੇ ਵਿੱਚ ਜਿਹੜੇ ਵੀ ਦੇਸ਼ ਦੇ ਵਿੱਚ ਉਹ ਪ੍ਰੈਜ਼ੈਂਟ ਦੇ ਵਿੱਚ ਰਹਿ ਰਹੇ ਨੇ
ਤਾਂ ਉੱਥੇ ਜਿਹੜੀ ਭਾਰਤ ਦੀ ਐਮਬੈਸੀ ਉਹਨਾਂ ਕੋਲ 1 ਸਾਲ ਦੇ ਅੰਦਰ ਅੰਦਰ ਰਜਿਸਟਰ ਕਰਵਾਉਣਾ ਪਊਗਾ ਐਮਬੈਸੀ ਕੋਲੇ ਜਾਂ ਕੰਸੂਲੇਟ ਜਿਹੜਾ ਵੀ ਕੁਝ ਹੋਊਗਾ, ਠੀਕ ਹੈ ਜੀ। 1 ਸਾਲ ਦੇ ਅੰਦਰ ਅੰਦਰ ਉਹਨਾਂ ਨੂੰ ਰਜਿਸਟਰ ਕਰਵਾਉਣਾ ਪਊਗਾ। ਤਾਂ ਵੰਸ਼ ਦੇ ਆਧਾਰ 'ਤੇ ਜਿਹੜੀ ਬੱਚੇ ਨੂੰ ਮਤਲਬ ਉੱਥੇ ਦੀ ਨਾਗਰਿਕਤਾ ਦਿੱਤੀ ਜਾਵੇਗੀ। ਜਨਮ ਦੇ ਆਧਾਰ 'ਤੇ ਜਿਹਦਾ ਜਨਮ ਭਾਰਤ 'ਚ ਹੁੰਦਾ, ਵੰਸ਼ ਦੇ ਆਧਾਰ 'ਤੇ ਜਿਹਦੇ ਮਾਂ-ਬਾਪ ਭਾਰਤੀ ਨੇ ਪਰ ਜਨਮ ਬਾਹਰ ਹੁੰਦਾ, ਇਹਨੂੰ ਜਸ ਸੈਂਗੁਇਨ ਦਾ ਸਿਧਾਂਤ ਕਹਿੰਦੇ ਨੇ। ਰਜਿਸਟ੍ਰੇਸ਼ਨ ਦੇ ਆਧਾਰ 'ਤੇ ਜਿਹੜੇ ਭਾਰਤੀ ਮੂਲ ਦੇ ਵਿਅਕਤੀ ਨੇ ਉਹ ਜੇ ਲਗਾਤਾਰ 7 ਸਾਲ ਤੱਕ ਉਹ ਭਾਰਤ ਦੇ ਵਿੱਚ ਰਹਿੰਦੇ ਨੇ ਤਾਂ ਉਹ ਰਜਿਸਟ੍ਰੇਸ਼ਨ ਦੇ ਥਰੂ ਭਾਰਤ ਦੀ ਨਾਗਰਿਕਤਾ ਲੈ ਸਕਦੇ ਨੇ। ਬਾਏ ਨੈਚੁਰਲਾਈਜੇਸ਼ਨ ਜਿਹੜੇ ਭਾਰਤੀ ਮੂਲ ਦੇ ਵਿਅਕਤੀਆਂ ਤੋਂ ਬਿਨਾਂ ਜਿਹੜੇ ਹੋਰ ਵਿਅਕਤੀ ਨੇ, ਠੀਕ ਹੈ ਜੀ, ਜਿਹੜੇ ਭਾਰਤੀ ਮੂਲ ਨੇ ਉਹ ਤਾਂ 7 ਸਾਲ ਤੱਕ ਰਹਿਣਗੇ, ਜਿਹੜੇ ਹੋਰ ਨੇ ਉਹ 7 ਸਾਲ ਨਹੀਂ, ਉਹਨਾਂ ਨੂੰ 12 ਸਾਲ ਤੱਕ ਰਹਿਣਾ ਪਊਗਾ। 12 ਸਾਲ ਤੱਕ ਲਗਾਤਾਰ ਭਾਰਤ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਅਤੇ ਉਹ ਜਿਹੜੀ ਦੂਸਰੇ ਦੇਸ਼ ਦੀ ਨਾਗਰਿਕਤਾ ਉਹਨਾਂ ਕੋਲ ਹੈ ਉਹ ਨਾਗਰਿਕਤਾ ਛੱਡਣਗੇ, ਫਿਰ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ, ਠੀਕ ਹੈ ਜੀ। ਅਤੇ ਕਿਸੇ ਖੇਤਰ ਨੂੰ ਭਾਰਤ ਦੇ ਵਿੱਚ ਮਿਲਾਉਣ ਨਾਲ, ਜਿਵੇਂ ਸਿੱਕਿਮ ਨੂੰ ਮਿਲਾਇਆ ਸੀ, ਗੋਆ ਨੂੰ, ਦਮਨ ਦਿਊ, ਠੀਕ ਹੈ ਜੀ, ਅਤੇ ਪੁਡੂਚੇਰੀ ਨੂੰ ਮਿਲਾਇਆ ਸੀ। ਜਿਹੜੇ ਬੱਚੇ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ, ਕਦੋਂ ਮਿਲਾਇਆ, ਕਿਹਨੂੰ ਮਿਲਾਇਆ, ਠੀਕ ਹੈ ਜੀ। ਅਤੇ ਇਹ ਸਾਰੇ ਕੀ ਸੀ, ਇਹ ਭਾਰਤ ਦੇ ਮਤਲਬ ਜਿਹੜੇ ਇਹਨਾਂ ਦੇ ਨਾਗਰਿਕ ਸੀ ਜਿਸ ਟਾਈਮ ਭਾਰਤ ਦੇ ਵਿੱਚ ਇਹਨਾਂ ਨੂੰ ਮਿਲਾਇਆ ਗਿਆ ਤਾਂ ਇਹਨਾਂ ਨੂੰ ਕੁਦਰਤੀ ਭਾਰਤ ਦੀ ਨਾਗਰਿਕਤਾ ਮਤਲਬ ਮਿਲ ਗਈ, ਠੀਕ ਹੈ ਜੀ। ਆਟੋਮੈਟਿਕਲੀ ਮਤਲਬ ਭਾਰਤ ਦੇ ਨਾਗਰਿਕ ਉਹ ਬਣ ਗਏ, ਠੀਕ ਹੈ। ਚੱਲਦੇ ਅੱਗੇ ਦੇਖੋ, ਹੁਣ ਭਾਰਤ ਦੀ ਨਾਗਰਿਕਤਾ ਖਤਮ ਕਿਵੇਂ ਹੋ ਸਕਦੀ ਹੈ? ਜਾਂ ਤਾਂ ਬੰਦਾ ਆਪਣੀ ਮਰਜ਼ੀ ਨਾਲ ਖਤਮ ਕਰ ਦੇਵੇ ਭਾਰਤ ਦੀ ਨਾਗਰਿਕਤਾ ਨੂੰ, ਠੀਕ ਹੈ ਜੀ, ਮੈਂ ਭਾਰਤ ਦਾ ਨਾਗਰਿਕ ਨਹੀਂ ਰਹਿਣਾ, ਆਪਣੀ ਮਰਜ਼ੀ ਨਾਲ ਉਹਨੇ ਤਿਆਗਤੀ। ਜਾਂ ਬਰਖਾਸਤ ਹੋਣਾ, ਮਤਲਬ ਉਹਨੇ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਲੈ ਲਈ ਤਾਂ ਜਿਹੜੀ ਉਹਦੀ ਨਾਗਰਿਕਤਾ ਹੈ ਉਹ ਟਰਮੀਨੇਟ ਆਟੋਮੈਟਿਕ ਹੋ ਜਾਵੇਗੀ, ਠੀਕ ਹੈ। ਉਸ ਤੋਂ ਬਾਅਦ ਵੰਚਿਤ ਕਰਨਾ, ਜੇ ਕਿਸੇ ਬੰਦੇ ਨੇ ਗਲਤ ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਲਈ ਹੈ, ਠੀਕ ਹੈ, ਤਾਂ ਜਾਂ ਫਿਰ ਉਹ ਯੁੱਧ ਦੇ ਦੌਰਾਨ ਮਤਲਬ ਜਿਹੜਾ ਵਿਰੋਧੀ ਦੇਸ਼ ਹੈ, ਜਿਹੜਾ ਭਾਰਤ ਦਾ ਦੁਸ਼ਮਣ ਦੇਸ਼ ਹੈ, ਉਹਦਾ ਸਾਥ ਦਿੰਦਾ ਹੈ ਤਾਂ ਵੀ ਉਹਨੂੰ ਨਾਗਰਿਕਤਾ ਤੋਂ ਵੰਚਿਤ ਕਰਿਆ ਜਾ ਸਕਦਾ। ਇਹਨੂੰ ਕਹਿੰਦੇ ਨੇ ਬਾਏ ਡੈਪਰੀਵੇਸ਼ਨ। ਮਰਜ਼ੀ ਨਾਲ ਤਿਆਗਣਾ ਬਾਏ ਰਿਨਾਂਸੀਏਸ਼ਨ, ਬਰਖਾਸਤ ਹੋਣਾ ਬਾਏ ਟਰਮੀਨੇਸ਼ਨ, ਟਰਮੀਨੇਟ ਹੋਣਾ, ਠੀਕ ਹੈ ਜੀ, ਵੰਚਿਤ ਹੋਣਾ ਜਾਂ ਵੰਚਿਤ ਕਰਨਾ ਮਤਲਬ ਬਾਏ ਡੈਪਰੀਵੇਸ਼ਨ, ਠੀਕ ਹੈ ਜੀ। ਉਮੀਦ ਹੈ ਵੀ ਤੁਹਾਨੂੰ ਸਮਝ ਲੱਗ ਗਿਆ ਹੋਣਾ। ਇਹਦੇ ਬਾਰੇ ਦੇਖੋ, ਇਹਦੇ ਬਾਰੇ ਆਪਾਂ ਡਿਸਕਸ ਕਰਨੀ ਹੈ ਥੋੜ੍ਹੀ ਜਿਹੀ। CAA 2019 ਕਾਫੀ ਚਰਚਾ ਦੇ ਵਿੱਚ ਰਿਹਾ। ਇਹਦੇ ਵਿੱਚ ਭਾਰਤ ਨੇ ਕੀ ਕਿਹਾ, ਮਤਲਬ ਸੰਸਦ ਨੇ ਕੀ ਕੀਤਾ ਸੀ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਅਤੇ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਆਏ ਜਿਹੜੇ ਹਿੰਦੂ, ਸਿੱਖ, ਈਸਾਈ, ਪਾਰਸੀ, ਜੈਨੀ ਅਤੇ ਬੋਧੀ 31 ਦਸੰਬਰ 2014 ਤੋਂ ਪਹਿਲਾਂ ਭਾਰਤ ਦੇ ਵਿੱਚ ਰਹਿ ਰਹੇ ਨੇ, ਉਹ ਭਾਰਤ ਦੀ ਨਾਗਰਿਕਤਾ ਲੈ ਸਕਣਗੇ, ਠੀਕ ਹੈ ਜੀ। ਮਤਲਬ ਕਿ ਨੈਚੁਰਲਾਈਜੇਸ਼ਨ ਦੇ ਥਰੂ ਤੁਹਾਨੂੰ ਪੜ੍ਹਾਇਆ ਸੀ ਕਿ ਜਿਹੜੇ ਮਤਲਬ ਪਰਸਨਸ ਨੂੰ ਨਾਗਰਿਕਤਾ ਭਾਰਤ ਦੀ ਜਿਨ੍ਹਾਂ ਨੇ ਵੀ ਲੈਣੀ ਹੈ ਉਹ 12 ਸਾਲ ਤੱਕ ਭਾਰਤ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਨੇ, ਹੈ ਨਾ ਜੀ, 12 ਸਾਲ ਤੱਕ। ਪਰ ਇੱਥੇ 12 ਸਾਲ ਤੋਂ ਘਟਾ ਕੇ ਕਿੰਨਾ ਰਹਿ ਗਿਆ ਦੇਖੋ, 2014 ਤੋਂ 2019 ਤੱਕ ਸਿਰਫ 5 ਸਾਲ। ਪਰ ਇਹ ਕਿਹਨਾਂ ਵਾਸਤੇ? ਸਿਰਫ ਜਿਹੜੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ, ਠੀਕ ਹੈ ਜੀ। ਉਹ ਵੀ ਕੌਣ ਕੌਣ? ਹਿੰਦੂ, ਸਿੱਖ, ਈਸਾਈ, ਪਾਰਸੀ, ਜੈਨੀ ਅਤੇ ਬੋਧੀ, ਮੁਸਲਿਮ ਨਹੀਂ, ਠੀਕ ਹੈ ਜੀ। ਇਹਦੇ ਪਿੱਛੇ ਭਾਰਤ ਸਰਕਾਰ ਦਾ ਤਰਕ ਕੀ ਸੀ ਕਿ ਜਿਹੜੇ ਇਹ ਤਿੰਨੋਂ ਦੇਸ਼ ਨੇ ਇਹ ਮੁਸਲਿਮ ਮੈਜੋਰਿਟੀ ਦੇਸ਼ ਨੇ, ਠੀਕ ਹੈ ਜੀ, ਮੁਸਲਿਮ ਮੈਜੋਰਿਟੀ ਦੇਸ਼ ਨੇ। ਅਤੇ ਇਹ 6 ਦੇ 6 ਜਿਹੜੇ ਨੇ, 6 ਦੇ 6 ਧਰਮ ਇਹਨਾਂ ਦੇ ਵਿੱਚ ਅਲਪ ਸੰਖਿਅਕ ਨੇ, ਠੀਕ ਹੈ। ਸਰਕਾਰ ਦਾ ਕਹਿਣਾ ਸੀ ਕਿ ਇਹਨਾਂ ਸਾਰਿਆਂ ਦਾ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਸ਼ੋਸ਼ਣ ਹੋ ਸਕਦਾ ਪਰ ਮੁਸਲਿਮਾਂ ਦਾ ਨਹੀਂ ਹੋ ਸਕਦਾ। ਇਸ ਲਈ ਸਰਕਾਰ ਨੇ ਮੁਸਲਿਮ ਮਤਲਬ ਜਿਹੜੀ ਮੁਸਲਿਮ ਰਿਲੀਜਨ ਦੇ ਲੋਕ ਨੇ ਉਹਨਾਂ ਨੂੰ ਇਹਦੇ ਵਿੱਚ ਐਡ ਨਹੀਂ ਕੀਤਾ ਸੀ, ਬਾਕੀ ਇਹਨਾਂ 6 ਦੇ 6 ਨੂੰ ਐਡ ਕੀਤਾ ਸੀ, ਠੀਕ ਹੈ ਜੀ। ਉਮੀਦ ਆ ਤੁਹਾਨੂੰ ਇਹ ਵੀ ਸਮਝ ਲੱਗ ਗਿਆ ਹੋਣਾ। ਅਤੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਹੈ। CAA ਦਾ ਮਤਲਬ ਉਹੀ ਹੁੰਦਾ ਹੈ, ਕੋਈ ਨਵਾਂ ਐਕਟ ਨਹੀਂ ਸੀ। 1955 ਵਾਲਾ ਐਕਟ ਆ, ਉਹਨੂੰ ਵਾਰੀ ਕਈ ਵਾਰ ਸੰਸ਼ੋਧਨ ਕੀਤਾ ਗਿਆ। ਪਿੱਛੇ ਵੀ ਤੁਹਾਨੂੰ ਦੱਸਿਆ ਸੀ ਉਹਨੂੰ 6 ਵਾਰ ਹੁਣ ਤੱਕ ਸੰਸ਼ੋਧਿਤ ਕੀਤਾ ਜਾ ਚੁੱਕਿਆ, ਠੀਕ ਹੈ। ਇਹ ਬਾਕੀ ਠੀਕ ਹੈ ਦੋਸਤੋ, ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜਿਹੜੇ ਬੱਚੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ, ਠੀਕ ਹੈ। ਅਤੇ ਬਾਕੀ ਤੁਸੀਂ ਟਾਰਗੇਟ ਲੈ ਕੇ ਆਪਣਾ ਟਾਰਗੇਟ ਲੈ ਕੇ ਸਟੱਡੀ ਕਰਿਆ ਕਰੋ ਯਾਰ, ਕਿਉਂਕਿ ਟਾਰਗੇਟ ਲੈ ਕੇ ਜਿਸ ਟਾਈਮ ਸਟੱਡੀ ਕਰਦੇ ਹੋ ਨਾ ਤਾਂ ਆਪਣੇ ਦਿਮਾਗ 'ਤੇ ਥੋੜ੍ਹਾ ਜਿਹਾ ਇਸ ਚੀਜ਼ ਦਾ ਪ੍ਰੈਸ਼ਰ ਰਹਿੰਦਾ ਕਿ ਯਾਰ ਮੇਰਾ ਟਾਰਗੇਟ ਅਜੇ ਬਾਕੀ ਹੈ, ਮੈਂ ਇਹ ਕੰਪਲੀਟ ਕਰਨਾ ਹੈ, ਠੀਕ ਹੈ। ਤਾਂ ਇਸ ਲਈ ਤੁਹਾਨੂੰ ਟਾਰਗੇਟ ਦਿੱਤਾ ਜਾਂਦਾ ਤਾਂ ਕਿ ਤੁਸੀਂ ਆਪਣੀ ਸੈਲਫ ਸਟੱਡੀ ਨਾਲ ਤੁਸੀਂ ਸੈਲਫ ਡਿਪੈਂਡੈਂਟ ਹੋ ਸਕੋ, ਠੀਕ ਹੈ ਜੀ। ਠੀਕ ਹੈ। ਬਾਕੀ ਜਿਹੜਾ ਅਗਲਾ ਸੈਸ਼ਨ ਆਏਗਾ ਉਹਦੇ ਵਿੱਚ ਆਪਾਂ ਫੰਡਾਮੈਂਟਲ ਰਾਈਟਸ ਬਾਰੇ ਚਰਚਾ ਕਰਾਂਗੇ। ਉਹ ਥੋੜ੍ਹਾ ਜਿਹਾ ਹੋ ਸਕਦਾ ਉਹਦੀਆਂ ਵੀ 2 ਜਾਂ 3 ਵੀਡੀਓ ਬਣਾਉਣੀਆਂ ਪੈਣ, ਕਿਉਂਕਿ ਫੰਡਾਮੈਂਟਲ ਰਾਈਟਸ ਦੇ ਵੀ ਜਿਹੜੇ ਫੈਕਟ ਨੇ ਕੁਛ ਹੋਰ ਜ਼ਿਆਦਾ ਡੀਪ ਨੇ ਥੋੜ੍ਹੇ ਜਿਹੇ, ਠੀਕ ਹੈ ਜੀ। ਠੀਕ ਹੈ ਦੋਸਤੋ, ਮਿਲਦੇ ਆਪਾਂ ਬਾਅਦ 'ਚ ਅਗਲੇ ਸੈਸ਼ਨ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।